ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਗ ਧਾਰ। ਦੋਹਰਾ ਜਗ ਮਗਾਤ ਜਗ ਤਾਰਣੀ, ਜਗਤ ਬਿਖੇ ਜਹ ਜੋਤ। ਜੈ ਜਾਲਪਾ ਜੈ ਕਰੀ, ਕੀਜੈ ਸੁਮਤ ਉਦੋਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਗ ਮਗਾਤ ਜਗ ਤਾਰਣੀ, ਜਗਤ ਬਿਗੇ ਜਹ ਜੋਤ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 17ਵਾਂ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। ਜਗ ਮਗਾਤ ਜਗ ਤਾਰਣੀ, ਜਗਤ ਬਿਖੇ ਜਹ ਜੋਤ। ਜੋ ਜਗ ਮਗਾਤ, ਜੋ ਜਗ ਵਿੱਚ ਜਗ ਮਗਾ ਰਹੀ ਹੈ, ਜਗ ਨੂੰ ਤਾਰਨ ਵਾਲੀ ਜੋ ਗਿਆਨ ਹੈ, ਇਹ ਜਗਤ ਵਿੱਚ ਰੁਸ਼ਨਾਈ ਗਿਆਨ ਦੀ ਦੇਣ ਵਾਲੀ ਉਹ ਗਿਆਨ ਪਰਮੇਸ਼ਰ ਦਾ ਜੋ ਜਗਤ ਨੂੰ ਤਾਰਨ ਯੋਗ ਹੈ, ਜੋ ਤਾਰਨ ਜਿਹੜਾ ਹੈ ਤਾਰਨ ਵਾਸਤੇ ਇੱਕ ਵਸੀਲਾ ਹੈ ਗਿਆਨ, ਜਿਹਦੇ ਨਾਲ ਪਰਮੇਸ਼ਰ ਦੀ ਹਸਤੀ ਨੂੰ ਸਮਝਿਆ ਜਾਂਦਾ ਹੈ। ਜਗਤ ਬਿਖੇ ਜਹ ਜੋਤ। ਜਗਤ ਵਿੱਚ ਜਿਹੜੀ ਹੈ ਗਿਆਨ ਕਰਕੇ ਹੀ ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਜਗਤ ਵਿੱਚ ਜੋ ਪਰਮੇਸ਼ਰ ਦਾ ਗਿਆਨ ਹੈ ਉਹੀ ਇੱਕ ਜੋਤ, ਇੱਕ ਚਾਨਣ ਬਣ ਕੇ ਸਾਰਿਆਂ ਦੇ ਅੰਦਰ, ਸਾਰਿਆਂ ਦੇ ਹਿਰਦੇ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਇਸ ਪ੍ਰਕਾਰ ਕਰਕੇ ਗਿਆਨ ਦੀ ਉਪਮਾ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਜੈ ਜਾਲਪਾ ਜੈ ਕਰੀ, ਕੀਜੈ ਸੁਮਤ ਉਦੋਤ। ਜੈ ਜੋ ਵਿਜੈ, ਜੋ ਜਿੱਤਣ ਵਾਲੀ ਹੈ। ਤੇ ਇਹ ਗਿਆਨ ਕਿੱਥੇ ਵਸਦਾ ਹੈ? ਇਹ ਕਵੀਆਂ ਦੇ ਜਿਹੜੇ ਹਨ ਬੁੱਧੀ ਰੂਪ, ਜੋ ਉਹਨਾਂ ਦੇ ਸਵੱਛ ਬੁੱਧੀ ਹੈ ਹੰਸਾਂ ਵਰਗੀ, ਗਿਆਨ ਉਹਨਾਂ ਦੀ ਸਵਾਰੀ ਕਰਦਾ ਹੈ ਤੇ ਸੰਸਾਰ ਨੂੰ ਜਿੱਤਣ ਯੋਗ ਹੈ। ਜੋ ਸੰਸਾਰ ਨੂੰ ਜਿੱਤ ਲੈਂਦਾ ਹੈ, ਗਿਆਨ ਹੀ ਹੈ ਜੋ ਸਾਰਿਆਂ ਦੇ ਉੱਤੇ ਆਪਣਾ ਜੋ ਪਾਵਰ ਜਾਂ ਆਪਣੀ ਸੱਤਾ ਨੂੰ ਜਿਹੜਾ ਹੈ ਜਗਮਗਾ ਦਿੰਦਾ ਹੈ। ਕੀਜੈ ਸੁਮਤ ਉਦੋਤ। ਕਵੀ ਸੰਤੋਖ ਸਿੰਘ ਜੀ ਅਰਦਾਸ ਕਰਦੇ ਹਨ, ਹੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਸੁਮਤ ਬੁੱਧੀ ਸਾਨੂੰ ਵੀ ਬਖਸ਼ਿਸ਼ ਕਰੋ। ਸਾਡੀ ਇਹ ਬੁੱਧੀ ਨੂੰ ਉਜਾਗਰ ਕਰੋ, ਜਿਹਦੇ ਵਿੱਚ ਆਪ ਪ੍ਰਕਾਸ਼ ਕਰੋ, ਜਿਹਦੇ ਕਰਕੇ ਆਪ ਜੀ ਦੀ ਕਥਾ ਅੱਗੇ ਲਿਖ ਸਕੀਏ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਸੁਖਦਾਨੀ। ਭਾਈ ਬਾਲਾ ਜੀ ਜੋ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਕਥਾ ਖਡੂਰ ਸਾਹਿਬ ਵਿੱਚ ਦੱਸ ਰਹੇ ਹਨ, ਜਿਹਨੂੰ ਪਾਰੋ ਜੁਲਕਾ ਜੀ ਲਿਖ ਰਹੇ ਹਨ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਬੋਧਨ ਕਰਕੇ ਭਾਈ ਬਾਲਾ ਜੀ ਕਹਿੰਦੇ ਹਨ ਕਿ ਅੱਗੇ ਇਹ ਕਥਾ ਸੁੱਖਾਂ ਨੂੰ ਦੇਣ ਵਾਲੀ ਆਪ ਜੀ ਸਰਵਣ ਕਰੋ। ਅੱਗੇ ਗਮਨ ਕੀਨ ਗੁਣਖਾਨੀ। ਮਹਾਰਾਜ ਨੇ ਅੱਗੇ ਗਮਨ ਕਰਨਾ ਕੀਤਾ। ਉੱਥੇ ਕੌਰੂ ਬਾਦਸ਼ਾਹ ਨੂੰ ਰੂਮ ਦੇਸ਼ ਤੋਂ ਸਤਿਗੁਰੂ ਜੀ ਅੱਗੇ ਚੱਲੇ ਤੇ ਗੁਣਾ ਦੀ ਖਾਨ, ਗੁਣਾ ਦੇ ਟ੍ਰੈਸ਼ਰ ਹਨ। ਹਬਸ ਵਿਲਾਇਤ ਗਏ ਦਇਆਲਾ। ਮਹਾਰਾਜ ਹਬਸ਼ ਵਿਲਾਇਤ, ਜੋ ਹਬਸ਼ ਦੇਸ਼ ਹੈ, ਜਿਹਨੂੰ ਇਥੋਪੀਆ ਵੀ ਆਪਾਂ ਕਹਿ ਸਕਦੇ ਹਾਂ ਕਿ ਇਥੋਪੀਆ ਵਾਲਾ ਜੋ ਮੁਲਕ ਹੈ ਵਲਾਇਤ, ਉੱਥੇ ਸਤਿਗੁਰੂ ਦਇਆ ਦੇ ਘਰ ਪਹੁੰਚੇ। ਪਾਤਸ਼ਾਹ ਤਹਿ ਦੁਸਤ ਵਿਸਾਲਾ। ਉੱਥੇ ਇੱਕ ਰਾਜਾ ਸੀਗਾ ਜੋ ਬੜਾ ਹੀ ਦੁਸ਼ਟ ਸੁਭਾਅ ਵਾਲਾ ਸੀ। ਹਿੰਦੂ ਨਰ ਤਿਸ ਦੇਸ਼ ਜੇ ਆਵੈ। ਦੇਖੋ ਇਹ ਹਬਸ਼ ਦਾ ਰਾਜਾ ਜਿਹੜਾ ਹੈ, ਇਹਦਾ ਨਾਂ ਲਾਜ ਵਰਦ ਇਹਦਾ ਨਾਂ ਸੀਗਾ। ਸੋ ਇਹ ਰਾਜਾ ਜਿਹੜਾ ਹੈ ਇਥੋਪੀਆ ਦਾ, ਇਹ ਬੜਾ ਹੀ ਜਿਹੜਾ ਹੈ ਜ਼ਾਲਮੀ ਰਾਜਾ ਸੀ, ਕਿਉਂਕਿ ਜਿਹੜਾ ਵੀ ਕੋਈ ਹਿੰਦੂ ਬੰਦਾ ਉੱਥੇ ਪਹੁੰਚਦਾ ਸੀ ਦੇਸ਼ ਵਿੱਚ, ਗਹਿ ਤਾਹੇ ਜਮ ਧਾਮ ਪਠਾਵੈ, ਉਹਨੂੰ ਫੜ ਕਰਕੇ ਉਸੇ ਵੇਲੇ ਮਾਰ ਦਿੰਦਾ ਸੀ। ਕਿਉਂਕਿ ਇਹ ਆਪ ਹੋਰ ਜਿਹੜੇ ਧਰਮ ਹਨ, ਮੁਸਲਮਾਨੀ ਧਰਮ ਨੂੰ ਜਿਹੜਾ ਮੰਨਣ ਵਾਲਾ ਸੀਗਾ। ਇਸ ਕਰਕੇ ਹੋਰ ਕੋਈ ਧਰਮ, ਜਿਵੇਂ ਕੋਈ ਹਿੰਦੂ ਧਰਮ ਦਾ ਬੰਦਾ ਉੱਥੇ ਪਹੁੰਚ ਜਾਵੇ ਤਾਂ ਉਹਨੂੰ ਉਸੇ ਵੇਲੇ ਮਾਰ ਕੇ ਜਮਾਂ ਦੇ ਧਾਮ ਪਹੁੰਚਾ ਦਿੰਦਾ ਸੀ। ਤਿਸ ਕੀ ਧੂਮ ਪ੍ਰਗਟ ਭਈ ਸਾਰੇ। ਇਸ ਰਾਜਾ ਜਿਹੜਾ ਲਾਜ ਵਰਦ ਹੈ, ਇਹਦੀ ਜਿਹੜੀ ਧੂਮ, ਇਹਦੀ ਮਸ਼ਹੂਰੀ, ਇਹ ਬੜਾ ਫੇਮਸ ਸੀਗਾ।
ਇਹਦੀਆਂ ਕਰਤੂਤਾਂ ਦਾ ਵੀ ਸਾਰੇ ਪਾਸੇ ਲੋਕਾਂ ਨੂੰ ਪਤਾ ਸੀ ਵੀ ਕਿੰਨਾ ਜ਼ਾਲਮੀ ਰਾਜਾ ਹੈ। ਜੋ ਹਿੰਦੂ ਪਾਵਹਿ ਤੇ ਮਾਰੇ, ਜੋ ਵੀ ਕੋਈ ਹਿੰਦੂ ਨੂੰ ਇਹ ਦੇਖ ਲੈਂਦਾ ਸੀ ਉਸੇ ਵੇਲੇ ਹੀ ਮਾਰ ਦਿੰਦਾ ਸੀ, ਛੱਡਦਾ ਕੋਈ ਨਹੀਂ ਸੀ। ਪਹੁੰਚੇ ਸਤਿਗੁਰ ਨਾਮ ਜਪਾਵਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਹਬਸ਼ ਦੇਸ਼ ਵਿੱਚ ਨਾਮ ਜਪਾਉਣ ਵਾਸਤੇ ਸਤਿਗੁਰੂ ਪਹੁੰਚੇ ਹਨ। ਟੇਡੇ ਚਲਤ ਸੂਦ ਮਗ ਪਾਵਨ, ਦੇਖੋ ਟੇਢੇ ਚੱਲਦੇ ਮਨੁੱਖਾਂ ਨੂੰ ਸਿੱਧੇ ਰਸਤੇ ਪਰਮਾਤਮਾ ਦੇ ਰਸਤੇ ਪਾਉਣ ਵਾਸਤੇ ਸਤਿਗੁਰੂ ਜੀ ਉੱਥੇ ਪਹੁੰਚੇ ਹਨ। ਕਰਤ ਕੁਕਰਮ ਸੇ ਸਰਬ ਹਟਾਵਨ, ਦੇਖੋ ਕੁਕਰਮ ਭੈੜੇ ਕਰਮਾਂ ਨੂੰ ਮਨੁੱਖਾਂ ਤੋਂ ਜਿਹੜਾ ਛੁਡਾਉਣ ਵਾਸਤੇ, ਭੈੜੇ ਕਰਮ ਕਰਨ ਵਾਲਿਆਂ ਨੂੰ ਉਹਨਾਂ ਦੇ ਗਲਤ ਕਰਮਾਂ ਤੋਂ ਛੁਡਾਉਣ ਵਾਸਤੇ ਸਤਿਗੁਰੂ ਜੀ ਆਪ ਉਪਦੇਸ਼ ਦੇਣ ਵਾਸਤੇ ਪਹੁੰਚੇ ਹਨ। ਨੀਕੋ ਧਰਮ ਉਪਦੇਸ਼ ਦ੍ਰਿੜਾਵਨ, ਸਤਿਗੁਰੂ ਜੀ ਆਪਣਾ ਨੀਕੋ ਧਰਮ, ਚੰਗਾ ਧਰਮ ਜੋ ਸਾਰਿਆਂ ਨੂੰ ਹੀ ਪਰਮੇਸ਼ਰ ਰੂਪ ਕਰਕੇ ਦੇਖਣ ਵਾਲਾ ਧਰਮ ਹੈ, ਉਹ ਸਿੱਖਿਆ ਜਿਹਦੇ ਕਰਕੇ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਹ ਉਪਦੇਸ਼ ਜਿਹਦੇ ਕਰਕੇ ਦੂਸਰੇ ਦਾ ਭਲਾ ਕਰਨ ਵਿੱਚ ਬੰਦਾ ਆਪਣਾ ਭਲਾ ਜਾਣਦਾ ਹੈ, ਉਹ ਐਸਾ ਜਿਹੜੇ ਹਨ ਕਰਮ, ਚੰਗੇ ਕਰਮਾਂ ਨੂੰ ਦ੍ਰਿੜ ਕਰਾਉਣ ਵਾਸਤੇ ਸਤਿਗੁਰੂ ਜੀ ਹਬਸ਼ ਦੇਸ਼ ਵਿੱਚ ਪਹੁੰਚੇ ਹਨ। ਦੋਹਰਾ ਤਿੰਨ ਛਿਨ ਖਿਲਕ ਆਕਾਸ਼ ਤੇ ਉਤਰਿਓ ਗੁਰ ਢਿਗ ਆਏ, ਕਹਿੰਦੇ ਉੱਥੇ ਐਸਾ ਹੋਇਆ ਕਿ ਉਸ ਛਿਨ ਜਦੋਂ ਸਤਿਗੁਰੂ ਜੀ ਹਬਸ਼ ਦੇਸ਼ ਪਹੁੰਚੇ, ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਵਾਸਤੇ ਇੱਕ ਜਾਮਾ ਆਇਆ, ਇੱਕ ਰੋਬ ਆਇਆ ਜੋ ਕਿ ਆਕਾਸ਼ ਉੱਤੋਂ ਉਤਰਿਆ। ਬੜਾ ਹੀ ਸੁੰਦਰ ਇਹ ਜਾਮਾ ਹੈ। ਪਰ ਕਈ ਇਤਿਹਾਸਕਾਰ ਕਹਿੰਦੇ ਹਨ ਕਿ ਜਦੋਂ ਮਹਾਰਾਜ ਜੀ ਬਗਦਾਦ ਪਹੁੰਚੇ ਤਾਂ ਬਗਦਾਦ ਦੇ ਵਿੱਚ ਜਿਹੜਾ ਰਾਜਾ ਸੀਗਾ ਉਹਦੀ ਇਸਤਰੀ ਜਿਹੜੀ ਸੀਗੀ ਉਹਦੇ ਕੋਈ ਬੱਚਾ ਨਹੀਂ ਹੁੰਦਾ ਸੀ, ਤੇ ਬਗਦਾਦ ਰਾਜੇ ਨੇ ਉਸ ਵੇਲੇ ਮੁਸਲਮਾਨੀ ਧਰਮ ਦੇ ਪੀਰ ਫਕੀਰ ਮੌਲਵੀ ਜਿਹੜੇ ਸਨ ਉਹਨਾਂ ਨੂੰ ਕਿਹਾ ਕਿ ਮੇਰੇ ਘਰ 'ਚ ਪੁੱਤਰ ਹੋਣਾ ਚਾਹੀਦਾ, ਤੇ ਉਹਦੇ ਘਰ 'ਚ ਪੁੱਤਰ ਨਾ ਹੋਇਆ। ਉਹਨੇ ਸਾਰੀ ਪੀਰ ਜਿਹੜੇ ਮੌਲਵੀ ਸਨ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ। ਅਖੀਰਕਾਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਥੇ ਪਹੁੰਚੇ, ਮਹਾਰਾਜ ਅੱਗੇ ਉਹਨੇ ਫਰਿਆਦ ਕੀਤੀ ਬਗਦਾਦ ਦੇਸ਼ ਦੇ ਰਾਜੇ ਨੇ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਮੇਰੇ ਘਰ 'ਚ ਕੋਈ ਪੁੱਤਰ ਦਿਓ। ਇਰਾਕ ਵਿੱਚ ਇਹ ਬਗਦਾਦ ਹੈ। ਸਤਿਗੁਰਾਂ ਨੇ ਉੱਥੇ ਉਸ ਦੀ ਰਾਣੀ ਨੂੰ ਜਿਹੜਾ ਹੈ ਰਾਜੇ ਨੂੰ ਇੱਕ ਪੁੱਤਰ ਦੀ ਜਿਹੜੀ ਹਨ ਬਖਸ਼ਿਸ਼ ਕੀਤੀ, ਜਿਹਦੇ ਕਰਕੇ ਕਹਿੰਦੇ ਉਹ ਰਾਣੀ ਨੇ ਉਸ ਰੋਬ ਜਿਹੜਾ ਸੀਗਾ ਬੜਾ ਹੀ ਕਹਿੰਦੇ ਵਡਮੁੱਲਾ ਸੀ, ਤੇ ਰੋਬ ਉਹ ਜਿਹੜਾ ਹੈ ਚੋਲਾ ਜਾਂ ਜਾਮਾ ਉਹ ਸੀ ਜਿਹੜਾ ਕਿ ਸਭ ਤੋਂ ਉੱਚ ਪਦਵੀ ਵਾਲੇ ਨੂੰ ਦਿੱਤਾ ਜਾਂਦਾ ਸੀ, ਜੋ ਰਾਜੇ ਦਾ ਵੀ ਉੱਤੇ ਹੋਵੇ ਉਹਨੂੰ ਉਹ ਰੋਬ ਦਿੱਤਾ ਜਾਂਦਾ ਸੀ, ਜਿਹੜਾ ਕਿ ਹਾਈਐਸਟ ਟਾਈਟਲ ਸੀਗਾ ਉਸ ਮੁਲਕ ਦਾ। ਉਹ ਸਤਿਗੁਰਾਂ ਨੂੰ ਉਹਨਾਂ ਨੇ ਦੇਣਾ ਕੀਤਾ। ਕਈ ਇਤਿਹਾਸਕਾਰਾਂ ਦਾ ਇਹ ਖਿਆਲ ਹੈ ਜਿਹੜੇ ਰੋਬ ਦੀ ਇੱਥੇ ਗੱਲ ਹੋ ਰਹੀ ਹੈ ਤਾਂ ਉਹ ਬਗਦਾਦ ਵਾਲਾ ਸੀਗਾ, ਕਿਉਂਕਿ ਉਹ ਰੋਬ ਸਭ ਤੋਂ ਵੱਡੇ ਮੁਸਲਮਾਨ ਮੌਲਵੀ ਨੂੰ ਜਾਂ ਉਹਨਾਂ ਦੇ ਪੀਰ ਨੂੰ ਦਿੱਤਾ ਜਾਂਦਾ ਸੀ। ਇਹ ਬਹੁਤ ਵੱਡਾ ਮਾਣ ਹੁੰਦਾ ਸੀ, ਜਿਹਦੇ ਕਰਕੇ ਉਹ ਪੀਰ ਦਾ ਹੁਕਮ ਰਾਜਿਆਂ ਤੇ ਵੀ ਚੱਲਦਾ ਸੀ। ਸੋ ਕਈਆਂ ਦਾ ਇਹ ਖਿਆਲ ਹੈ ਕਿ ਇਹ ਉਹੀ ਰੋਬ ਹੈ, ਪਰ ਭਾਈ ਬਾਲਾ ਜੀ ਨੇ ਇੱਥੇ ਦੱਸਿਆ ਹੈ ਕਹਿੰਦੇ ਇਹ ਰੋਬ ਜਿਹੜਾ ਹੈ ਆਕਾਸ਼ ਤੋਂ ਉਤਰਿਆ। ਰੰਗ ਨਾ ਜਾਣਿਓ ਜਾ ਵਹੀ ਅਚਰਜ ਬਣਿਓ ਬਣਾਏ, ਭਾਈ ਬਾਲਾ ਜੀ ਕਹਿੰਦੇ ਉਹ ਰੋਬ ਜਿਹੜਾ ਜਾਮਾ ਸੀ ਉਹਦਾ ਰੰਗ ਦਾ ਕੋਈ ਪਤਾ ਨਹੀਂ ਲੱਗਦਾ ਸੀ। ਉਹਦਾ ਰੰਗ ਇੱਕ ਬਹੁਤ ਹੀ ਨਵੇਕਲਾ ਜਿਹਾ ਰੰਗ ਸੀ, ਬੜਾ ਜਿਹੜਾ ਹੈ ਯੂਨੀਕ ਰੰਗ ਸੀਗਾ, ਜਿਹੜਾ ਕਿ ਰੰਗ ਅੱਗੇ ਦੁਨੀਆ ਵਿੱਚ ਕਿਤੇ ਦੇਖਿਆ ਨਹੀਂ ਹੋਵੇਗਾ। ਉਹ ਰੰਗ ਸੀ ਜਿਹੜਾ ਦੁਨੀਆ ਦੇ ਵਿੱਚ ਨਹੀਂ ਆਇਆ, ਇੱਕ ਸਪੈਸ਼ਲ ਰੰਗ ਦਾ ਉਹ ਜਿਹੜਾ ਹੈ ਚੋਲਾ ਆਇਆ। ਚੌਪੇ ਸਰਬ ਭਾਂਤ ਕੇ ਲਿਖੀਏ ਅੱਖਰ, ਹੁਣ ਇਹ ਚੋਲੇ ਦੇ ਉੱਤੇ ਬੜੇ ਜਿਹੜੇ ਹਨ ਬੜੀਆਂ ਜਿਹੜੀਆਂ ਹਨ ਲੈਂਗੁਏਜਸ ਦੇ ਵਿੱਚ ਅੱਖਰ ਲਿਖੇ ਹੋਏ ਸਨ। ਹਿੰਦਵੀ ਬਹੁਰ ਪਾਰਸੀ ਤਾਂ ਪਰ, ਦੇਖੋ ਉਹਦੇ ਵਿੱਚ ਹਿੰਦਵੀ ਮਤਲਬ ਕਿ ਜਿਹੜੀ ਹੈ ਸੰਸਕ੍ਰਿਤੀ ਜਾਂ ਜਿਹੜੀ ਲੋਕਲ ਭਾਸ਼ਾ ਹੈ ਉਹ ਲਿਖੀ ਹੋਈ ਸੀ, ਜਿਹਨੂੰ ਹਿੰਦਵੀ ਕਹਿੰਦੇ ਹਨ। ਜੋ ਪ੍ਰਚਲਿਤ ਭਾਸ਼ਾ ਸੀ ਹਿੰਦੂ ਜਿਹੜਾ ਹਨ ਹਿੰਦੁਸਤਾਨ ਦੀ, ਉਹ ਵੀ ਲਿਖੀ ਹੋਈ। ਪਰਸ਼ੀਅਨ ਉਹ ਲੈਂਗੁਏਜ ਵੀ ਲਿਖੀ ਹੋਈ ਸੀ। ਅਰਬੀ ਔਰ ਤੁਰਕੀ ਜੋਏ, ਦੇਖੋ ਅਰਬੀ ਭਾਸ਼ਾ ਵੀ ਲਿਖੀ ਹੋਈ ਸੀ, ਤੁਰਕੀ ਭਾਸ਼ਾ ਵੀ ਲਿਖੀ ਹੋਈ ਸੀ। ਸੰਸਕ੍ਰਿਤੀ ਜੋ ਅੱਖਰ ਸੋਏ, ਤੇ ਸੰਸਕ੍ਰਿਤ ਉਹ ਵੀ ਭਾਸ਼ਾ ਉਸ ਚੋਲੇ ਵਿੱਚ ਲਿਖੀ ਹੋਈ ਸੀ। ਸੋ ਖਿਲਕਾਲੇ ਗੁਰ ਘਰ ਪਾਇਓ, ਮਹਾਰਾਜ ਨੇ ਉਹ ਜਾਮਾ ਉਹ ਰੋਬ ਨੂੰ ਲੈ ਕੇ ਆਪਣੇ ਗਲ ਵਿੱਚ ਪਾਉਣਾ ਕੀਤਾ, ਪਹਿਨਣਾ ਕੀਤਾ। ਰੰਗ ਕੁਦਰਤੀ ਅਦਕ ਸੁਹਾਇਓ, ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਰੰਗ ਬੜਾ ਫੱਬਦਾ ਸੀ, ਬੜਾ ਸੋਹਣਾ ਲੱਗਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਚੋਲਾ ਪਹਿਨਿਆ,
ਉਹ ਰੰਗ ਜਿਹੜਾ ਚੋਲੇ ਦਾ ਸੀ ਬਿਲਕੁਲ ਹੀ ਮੈਚਿੰਗ ਕਰਦਾ ਸੀ, ਬੜਾ ਸੁੰਦਰ ਸੀ। ਮਹਾਰਾਜ ਜੀ ਬੜੇ ਸੋਹਣੇ ਲੱਗਦੇ ਸਨ। ਜਿਹੇ ਪੁਰ ਵਿਖੇ ਰਹਿ ਅਵਨੀਪਾ, ਜਿਹੜੇ ਸ਼ਹਿਰ ਦੇ ਵਿੱਚ ਉਹ ਹਬਸ਼ੀ ਰਾਜਾ ਲਾਜਵਰਦ ਰਹਿੰਦਾ ਸੀ, ਬੈਠੇ ਤਿਹ ਕੇ ਜਾਏ ਸਮੀਪਾ। ਮਹਾਰਾਜ ਉਹਦੇ ਘਰ ਦੇ ਲਾਗੇ, ਉਸਦੇ ਪੁਰ ਵਿੱਚ ਜਾ ਕੇ ਜਿੱਥੇ ਉਹ ਰਹਿੰਦਾ ਸੀ ਉਹਦੇ ਕੋਲ ਪਹੁੰਚ ਕੇ ਸਤਿਗੁਰੂ ਜੀ ਜਾ ਕੇ ਉੱਥੇ ਮਹਾਰਾਜ ਨੇ ਆਸਨ ਲਾਇਆ। ਜਬ ਨਰ ਨਿਕਸ ਵਿਲੋਕਿਓ ਆਈ, ਜਦੋਂ ਬਾਹਰ ਆ ਕੇ ਲੋਕਾਂ ਨੇ ਦੇਖਿਆ ਵੀ ਕੋਈ ਇਹ ਨਵਾਂ ਬੰਦਾ ਆਇਆ ਹੈ, ਤੋ ਲੋਕਾਂ ਨੇ ਦੇਖ ਕਰਕੇ ਉੱਥੇ ਜਿਹੜਾ ਇਕੱਠੇ ਹੋਣ ਲੱਗੇ। ਰਹੇ ਵਿਸਾਲ ਹਿਰਦੇ ਬਿਸਮਾਈ, ਤੇ ਉਹਨਾਂ ਦੇ ਹਿਰਦੇ ਵਿੱਚ ਇੱਕ ਗੱਲ ਦੀ ਹੈਰਾਨਗੀ ਹੈ, ਬਹੁਤ ਵੱਡੀ ਹੈਰਾਨਗੀ ਹੈ। ਪ੍ਰਗਟ ਨਗਰ ਮਹਿ ਜਬ ਸੁਧ ਹੋਈ, ਜਦੋਂ ਇਹ ਗੱਲ ਪ੍ਰਗਟ ਹੋਈ ਨਗਰ ਦੇ ਵਿੱਚ ਕੋਈ ਨਵਾਂ ਬੰਦਾ ਆਇਆ ਹੈ ਇੱਥੇ, ਉਹਦੇ ਨਾਲ ਦੋ ਸਾਥੀ ਵੀ ਹਨ, ਭਾਈ ਬਾਲਾ ਤੇ ਮਰਦਾਨਾ। ਕਹਿੰਦੇ ਇਹ ਜਿਹੜੀ ਹੈ ਜਦੋਂ ਖਬਰ ਸਾਰੀ ਕਿਤੇ ਫੈਲੀ, ਧਾਏ ਧਾਏ ਦੇਖੈ ਸਭ ਕੋਈ, ਲੋਕ ਭੱਜ ਭੱਜ ਕੇ ਆ ਕੇ ਦੇਖਣ ਲੱਗੇ ਵੀ ਇਹ ਹੈ ਕੌਣ, ਕੌਣ ਆਇਆ ਤੇ ਕਿੱਥੋਂ ਆਇਆ ਹੈ। ਪਾਤਸ਼ਾਹ ਕੇ ਜਾਏ ਅਗਾਰੀ, ਤੇ ਕਈਆਂ ਨੇ ਜਾ ਕਰਕੇ ਰਾਜੇ ਨੂੰ ਉਹਦੇ ਮਹਿਲਾਂ ਵਿੱਚ ਵੀ ਇਹ ਗੱਲ ਦੱਸ ਦਿੱਤੀ। ਨਰਨ ਸੁਨਾਏ ਦੀਨ ਸੁਧ ਸਾਰੀ, ਤੇ ਨਰਨ ਜਿਹੜਾ ਦੱਸਣ ਵਾਲੇ ਸਨ ਉਹਨਾਂ ਨੇ ਉਹ ਰਾਜੇ ਨੂੰ ਬਿਲਕੁਲ ਡਿਟੇਲ ਨਾਲ ਸਾਰੀ ਗੱਲ ਦੱਸੀ, ਖਬਰ ਦਿੱਤੀ। ਵਹਿਰ ਏਕ ਆਇਓ ਦਰਵੇਸਾ, ਦੇਖੋ ਕਹਿੰਦੇ ਰਾਜਨ ਇੱਕ ਬੰਦਾ, ਇੱਕ ਇਨਸਾਨ ਆਇਆ ਹੈ ਤੇ ਉਹਦੇ ਨਾਲ ਦੋ ਉਹਦੇ ਸੇਵਕ ਹਨ। ਵਹਿਰ ਏਕ ਆਇਓ ਦਰਵੇਸ਼ਾ, ਇੱਕ ਫਕੀਰ ਆਇਆ ਹੈ ਤੁਹਾਡੇ ਸ਼ਹਿਰ ਦੇ ਵਿੱਚ। ਸੁਣਿਓ ਨਾ ਪਿਖਿਓ ਖਿਲਕ ਗਰ ਐਸਾ, ਕਹਿੰਦੇ ਸੁਣਿਆ ਨਹੀਂ ਉਹਦੇ ਬਾਰੇ ਕਿਤੇ, ਤੇ ਜਿਹੜੀ ਉਹਨੇ ਖਿਲਕ, ਜਿਹੜੀ ਉਹਨਾਂ ਨੇ ਰੋਬ ਜਾਂ ਜਾਮਾ ਪਹਿਨਿਆ ਹੋਇਆ ਹੈ ਉਹ ਵੀ ਕਿਤੇ ਅਸੀਂ ਦੇਖਿਆ ਨਹੀਂ ਐਸਾ, ਤੇ ਉਹਦਾ ਰੰਗ ਵੀ ਨਵੇਕਲਾ ਹੈ ਕੁਰਾਨ ਕੇ 30 ਸੁਪਾਰੇ। ਦੇਖੋ ਕਹਿੰਦੇ ਉਹਦੇ ਉੱਤੇ 30 ਸੂਰਤ ਜਿਹੜੇ ਹੁੰਦੇ ਹਨ ਕੁਰਾਨ ਦੇ, ਉਹਦੇ ਜਾਮੇ ਉੱਤੇ ਲਿਖੇ ਹੋਏ ਹਨ। 30 ਉਹਦੀ ਗਿਣਤੀ ਦੱਸੀ ਹੈ ਵੀ ਅਰਬਿਕ ਭਾਸ਼ਾ ਦੇ ਵਿੱਚ ਜਿਹੜੀ ਕਿ ਕੁਰਾਨ ਲਿਖੀ ਹੋਈ ਹੈ ਉਹਦੇ 30 ਸੁਰਤਾਂ ਜਿਹੜੀਆਂ ਹਨ ਲਿਖੀਆਂ ਹੋਈਆਂ ਹਨ। ਇਹ ਦੱਸਿਆ ਜੀ ਕਿ ਬਾਕੀ ਦੀਆਂ ਬੋਲੀਆਂ ਤਾਂ ਉਹਨਾਂ ਨੂੰ ਪੜ੍ਹਨੀਆਂ ਨਹੀਂ ਆਉਂਦੀਆਂ ਸਨ, ਜੋ ਪੜ੍ਹਨੀ ਆਈ ਉਹਨਾਂ ਨੇ ਦੱਸ ਦਿੱਤੀ ਵੀ ਇਹ ਕੁਰਾਨ ਦੀਆਂ ਸੁਰਤਾਂ ਹਨ। ਤਾਂ ਪਰ ਲਿਖ ਰਾਖੇ ਹੈ ਸਾਰੇ, ਦੇਖੋ ਕਹਿੰਦੇ ਉੱਥੇ ਇਹ ਸੁਰਤਾਂ ਲਿਖੀਆਂ ਹੋਈਆਂ ਹਨ ਕੁਰਾਨ ਦੀਆਂ, ਜਿੱਥੇ ਬਾਕੀ ਵੀ ਬਹੁਤ ਕੁਝ ਲਿਖਿਆ ਹੋਇਆ ਹੈ ਜਿਹੜਾ ਕਿ ਸਾਡੇ ਸਮਝ ਤੋਂ ਪਰੇ ਹੈ। ਅੱਛਰ 5 ਪ੍ਰਕਾਰ ਹੈ ਜੋ, ਦੇਖੋ ਉੱਥੇ 5 ਬੋਲੀਆਂ ਦੇ ਵਿੱਚ, 5 ਤਰ੍ਹਾਂ ਦੀਆਂ ਲੈਂਗੁਏਜਸ ਦੇ ਵਿੱਚ, ਰਿਟਨ ਲੈਂਗੁਏਜਸ ਦੇ ਵਿੱਚ ਉਹ ਅੱਖਰਾਂ ਦੇ ਨਾਲ ਲਿਖਿਆ ਹੋਇਆ ਹੈ ਉਸਦੇ ਜਾਮੇ ਤੇ ਪੂਰਾ। ਲਿਖੇ ਸਰਬਨੀਕੀ ਬਿਦਸੋ, ਤੇ ਲਿਖੇ ਵੀ ਸਾਰੇ ਚੰਗੀ ਵਿਧੀ ਦੇ ਨਾਲ ਹਨ, ਚੰਗੇ ਤਰੀਕੇ ਨਾਲ ਲਿਖੇ ਹੋਏ ਹਨ। ਮਤਲਬ ਕਿ ਉਹ ਜਿਹੜਾ ਹੈ ਬੜੇ ਤਰਤੀਬ ਨਾਲ, ਬੜੇ ਸਿਸਟਮੈਟਿਕਲੀ ਜਿਹੜਾ ਹਨ ਪੂਰੇ ਅਰੇਂਜਮੈਂਟ ਦੇ ਨਾਲ ਉਹ ਅੱਖਰ ਉਹ ਲਿਖੇ ਹੋਏ ਹਨ। ਦੋਹਰਾ ਸੁਨਿਓ ਸਰੋਣ ਪਾਤਸ਼ਾਹ ਤਬ ਲੀਨ ਵਜ਼ੀਰ ਬੁਲਾਏ, ਜਦੋਂ ਇਹ ਜਿਹੜਾ ਹਨ ਹਬਸ਼ ਦਾ ਰਾਜਾ ਲਾਜਵਰਦ ਨੇ ਇਹ ਗੱਲ ਸੁਣੀ ਤਾਂ ਉਹਨੇ ਆਪਣੇ ਜਿਹੜੇ ਮੰਤਰੀ ਸੱਦ ਲਏ ਸਾਰੇ। ਵਹਿਰ ਏਕ ਦਰਵੇਸ਼ ਹੈ ਖਿਲਕ ਉਤਾਰ ਹੋ ਜਾਏ, ਉਹਨਾਂ ਨੇ ਹੁਕਮ ਕੀਤਾ, ਕਹਿੰਦੇ ਜੇ ਕੁਰਾਨ ਦੀਆਂ ਸੁਰਤਾਂ ਲਿਖੀਆਂ ਹੋਈਆਂ ਹਨ ਜਾਮੇ ਤੇ ਕਹਿੰਦੇ ਵੀ ਇਹ ਪਹਿਨਣ ਵਾਲਾ ਪਤਾ ਨਹੀਂ ਮੁਸਲਮਾਨ ਹੈ ਜਾਂ ਹੋਰ ਕੋਈ ਧਰਮ ਦਾ ਹੈ, ਤੇ ਨਾਲ ਇਹਦੀਆਂ ਹੋਰ ਬੋਲੀਆਂ ਵਿੱਚ ਵੀ ਬਹੁਤ ਕੁਝ ਲਿਖਿਆ ਹੋਇਆ ਹੈ। ਕਹਿੰਦੇ ਇਸ ਕਰਕੇ ਤੁਸੀਂ ਬਾਹਰ ਜਾਓ, ਉਹ ਬਾਹਰ ਬੈਠੇ ਦਰਵੇਸ਼ ਦੀ ਜੋ ਜਾਮਾ ਪਹਿਨਿਆ ਹੋਇਆ ਹੈ ਉਹ ਉਤਾਰ ਲਿਆਓ, ਉਹ ਜਿਹੜਾ ਹੈ ਜਾਮਾ ਪਹਿਨ ਦੇ ਲਾਇਕ ਨਹੀਂ ਹੈ। ਚੌਪੇ ਆਏ ਸਮਾਨੀ ਚਲਿਓ ਵਜ਼ੀਰੰ, ਉਹਦੀ ਰਾਜੇ ਦੀ ਆਗਿਆ ਮੰਨ ਕਰਕੇ ਵਜ਼ੀਰ ਜਿਹੜੇ ਸਨ ਤੁਰ ਪਏ ਜਿੱਥੇ ਸਤਿਗੁਰੂ ਜੀ ਬੈਠੇ ਸਨ। ਆਇਓ ਸ੍ਰੀ ਨਾਨਕ ਕੇ ਤੀਰੰ, ਆਗੇ ਹਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਠਾਂਡ ਹੋਇਆ ਕਰ ਗਿਰਾ ਉਚਾਰੀ, ਉਹਨਾਂ ਨੇ ਖੜੇ ਹੋ ਕੇ ਇਹ ਬੇਨਤੀ, ਜਾਂ ਉਹਨਾਂ ਨੇ ਬੇਨਤੀ ਤਾਂ ਕੀ ਕਰਨੀ ਸੀ, ਬੜੇ ਗੁੱਸੇ ਨਾਲ ਬੋਲੇ। ਦੇਖੋ ਖਿਲਕਾ ਦਰਵੇਸ਼ ਉਤਾਰੀ, ਕਹਿੰਦੇ ਹੇ ਦਰਵੇਸ਼ ਜਿਹੜਾ ਤੂੰ ਜਾਮਾ ਪਹਿਨਿਆ ਹੋਇਆ ਹੈ ਇਹਨੂੰ ਉਤਾਰ ਦੇ ਹੁਣੇ। ਪਾਤਸ਼ਾਹੇ ਮੰਗਵਾਵਤ ਪਾਸੂ, ਕਿਉਂਕਿ ਇਹ ਜਿਹੜਾ ਤੇਰਾ ਜਾਮਾ ਪਹਿਨਿਆ ਹੋਇਆ ਹੈ ਸਾਡੇ ਪਾਤਸ਼ਾਹ ਨੇ ਮੰਗਵਾਇਆ ਹੈ, ਉਹਨੇ ਦੇਖਣਾ ਹੈ, ਇਸ ਕਰਕੇ ਜਾਮਾ ਤੂੰ ਲਾ ਕੇ ਸਾਨੂੰ ਹੁਣੇ ਦੇ ਦੇ। ਹੁਕਮ ਨਾ ਮੋਰੋ ਦੇ ਦੁਖ ਰਾਸੂ, ਦੇਖੋ ਇਹ ਕਹਿੰਦੇ ਦਰਵੇਸ਼ ਜੀ ਇਹ ਹੁਕਮ ਤੂੰ ਮੰਨ ਲਾ, ਜੇ ਨਹੀਂ ਮੰਨੇਗਾ ਤਾਂ ਤੈਨੂੰ ਬੜਾ ਦੁੱਖ ਦਿੱਤਾ ਜਾਵੇਗਾ, ਬੜੀਆਂ ਪਨਿਸ਼ਮੈਂਟ ਤੈਨੂੰ ਦਿੱਤੀਆਂ ਜਾਣਗੀਆਂ। ਸੁਣ ਕੇ ਸ੍ਰੀ ਗੁਰੂ ਬੈਨ ਉਚਾਰੇ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਉਹ ਵਜ਼ੀਰਾਂ ਦੀ ਸੁਣ ਕੇ, ਜੇ ਉਤਰੈ ਤੋ ਲੇਹੋ ਉਤਾਰੇ, ਗੁਰੂ ਮਹਾਰਾਜ ਨੇ ਇੱਕੋ ਗੱਲ ਕਹੀ, ਕਹਿੰਦੇ ਦੇਖੋ ਜੇ ਤੁਹਾਤੋਂ ਉਤਰਦਾ ਤਾਂ ਲਾ ਲਓ, ਜੇ ਤੁਸੀਂ ਲਾ ਸਕਦੇ ਹੋ ਤਾਂ ਲਾ ਕੇ ਲੈ ਜਾਓ, ਮਰਜ਼ੀ ਤੁਹਾਡੀ ਹੈ, ਕਰ ਲੋ ਜ਼ੋਰ।
ਕਹਿੰਦੇ ਇਹ ਅਸੀਂ ਨਹੀਂ ਲਾਉਣਾ, ਜੇ ਤੁਸੀਂ ਲਾ ਸਕਦੇ ਹੋ ਤਾਂ ਲਾ ਲਿਓ, ਲਾ ਕੇ ਲੈ ਜਾਓ ਹੁਣ। ਮਿਲ ਕਰ ਸਭੈ ਉਤਾਰਨ ਆਏ। ਉਹ ਵਜ਼ੀਰ ਜਿਹੜੇ ਸਨ ਨਾਲ ਉਹਨਾਂ ਦੇ ਸਿਪਾਹੀ ਵੀ ਆਏ ਸਨ, ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਉਹ ਜਿਹੜਾ ਹਨ ਜਾਮਾ ਲਾਉਣ ਵਾਸਤੇ ਬੜੀ ਕੋਸ਼ਿਸ਼ ਕੀਤੀ। ਉਤਰਿਓ ਨਹੀਂ ਜੋਰ ਬਹੁ ਲਾਏ। ਬਹੁਤ ਜ਼ੋਰ ਲਾਇਆ ਪਰ ਉਹ ਜਾਮਾ ਸਤਿਗੁਰਾਂ ਦੇ ਸਰੀਰ ਉੱਤੋਂ ਉਤਰਦਾ ਨਹੀਂ। ਉਹ ਤਾਂ ਇਸ ਤਰ੍ਹਾਂ ਹੈ, ਉਹਨਾਂ ਨੇ ਖਿੱਚੀ ਜਾਂਦੇ ਹਨ, ਜਿਹੜੇ ਹਨ ਉੱਤੇ ਨੂੰ ਖਿੱਚਦੇ, ਪਾਸੇ ਨੂੰ ਖਿੱਚਦੇ ਹਨ, ਪਰ ਉਹ ਜਾਮਾ ਲੈਂਦਾ ਕੋਈ ਨਹੀਂ ਹੈਗਾ। ਖੈਂਚਿਓ ਖਿੱਚੈ ਨਾ ਪਾਟਿਓ ਪਟ ਹੈ। ਦੇਖੋ ਕਹਿੰਦੇ ਖਿੱਚਦੇ ਵੀ ਹਨ, ਖੈਂਚਿਓ ਕਹਿੰਦੇ ਕਿ ਖਿੱਚਦੇ ਹਨ, ਫੇਰ ਕਿੰਨੇ ਬੰਦੇ ਇਕੱਠੇ ਹੋ ਕੇ ਖਿੱਚਦੇ ਹਨ। ਕਹਿੰਦੇ ਇੰਨਾ ਜ਼ੋਰ ਲਾ ਕੇ ਉਹ ਖਿੱਚ ਰਹੇ ਹਨ ਪਰ ਉਹ ਜਾਮਾ ਪਾਟਦਾ ਨਹੀਂ, ਉਹ ਜਿਹੜਾ ਹੈ ਪਾਟ ਨਹੀਂ ਰਿਹਾ, ਉਹ ਇਸੇ ਤਰ੍ਹਾਂ ਹੀ ਸਾਬਤ ਹੈ। ਅਚਰਜ ਭਏ ਲੋਕ ਸਭ ਲਟ ਹੈ। ਲੋਕ ਆਲੇ ਦੁਆਲੇ ਇਕੱਠੇ ਹੋ ਗਏ, ਜਦੋਂ ਦੇਖਿਆ ਵੀ ਇਹ ਕੀ ਹੋ ਰਿਹਾ ਹੈ, ਦੇਖਣ ਵਾਲੇ ਹੈਰਾਨ ਹਨ ਵੀ ਇੰਨਾ ਜ਼ੋਰ ਲਾਉਂਦਿਆਂ ਵੀ ਇਹ ਜਾਮਾ ਕਿਉਂ ਨਹੀਂ ਲੱਥਦਾ ਨਾ ਪਾਟਦਾ। ਸਾਹ ਸੁਣੀ ਇਸ ਬਿਦ ਸੁਧ ਜਬ ਹੀ। ਜਦੋਂ ਉਹ ਸ਼ਾਹ ਜਿਹੜਾ ਹੈ ਲਾਜਵਰਦ ਰਾਜਾ ਹੈ, ਜਦੋਂ ਉਹਨੇ ਇਹ ਗੱਲ ਸੁਣੀ ਆਪਣੇ ਵਜ਼ੀਰਾਂ ਤੋਂ, ਕਿਉ ਕ੍ਰੋਧ ਬੋਲਿਓ ਬਚ ਤਬ ਹੀ। ਉਹਨੂੰ ਬੜਾ ਗੁੱਸਾ ਚੜਿਆ ਤੇ ਗੁੱਸੇ ਵਿੱਚ ਆ ਕੇ ਉਹਨੇ ਇਹ ਹੁਕਮ ਕੀਤਾ ਆਪਣੇ ਵਜ਼ੀਰਾਂ ਨੂੰ, ਯਾ ਮਹਿ ਸਭ ਹਿੰਦੂ ਕੇ ਲੱਛਣ। ਕਹਿਣਗੇ ਦੇਖ ਮੈਨੂੰ ਤਾਂ ਲੱਗਦਾ ਇਹ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਹੋ, ਜੋ ਇਹ ਦਰਵੇਸ਼ ਆਇਆ ਹੈ ਇਹ ਜ਼ਰੂਰ ਕੋਈ ਹਿੰਦੂ ਹੀ ਹੋਵੇਗਾ। ਡੋਬੋ ਅਬ ਕੇ ਜਾਏ ਵਿਚਛਣ। ਇਸ ਕਰਕੇ ਕਹਿੰਦੇ ਹੁਣੇ ਜਾਓ ਉਹਨੂੰ ਪਕੜ ਕਰਕੇ ਉਹਨਾਂ ਨੂੰ ਪਾਣੀ ਵਿੱਚ ਡੁਬੋ ਦਿਓ। ਕਹਿਣਗੇ ਜਾਓ ਚਤਰੋ, ਹੇ ਮੇਰੇ ਸਿਆਣੇ ਵਜ਼ੀਰੋ, ਉਸ ਦਰਵੇਸ਼ ਨੂੰ ਫੜ ਕੇ ਜਾ ਕੇ ਪਾਣੀ ਵਿੱਚ ਡੁਬੋ ਦਿਓ ਜੂੰਦਿਆਂ ਨੂੰ। ਦੋਹਰਾ ਸੁਨ ਵਜ਼ੀਰ ਗੁਰ ਢਿਗ ਆਇਓ ਅਤ ਸਹਿ ਰਿਸ ਕਰ ਸੋਏ। ਤੇ ਉਸ ਵੇਲੇ ਇਹ ਵਜ਼ੀਰ ਜਿਹੜੇ ਹਨ ਇਕੱਠੇ ਹੋ ਕੇ ਗੁੱਸੇ ਵਿੱਚ ਆ ਗਏ ਹਨ, ਉੱਥੇ ਆਏ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਗਹਿ ਗੰਭੀਰ ਸਰਤਾ ਬਿਖੈ ਡਾਰ ਦਿਓ ਬਹੁ ਲੋਏ। ਗਹਿ ਗੰਭੀਰ ਕਹਿਣ ਲੱਗੇ ਉਹਨਾਂ ਨੇ ਕੀ ਕੀਤਾ, ਸਤਿਗੁਰਾਂ ਨੂੰ ਜਿਹੜਾ ਹਨ ਪੂਰੇ ਜ਼ੋਰ ਦੇ ਨਾਲ ਸਤਿਗੁਰਾਂ ਦੇ ਸਰੀਰ ਨੂੰ ਪਕੜ ਲਿਆ, ਪਕੜ ਕਰਕੇ ਉਹਨਾਂ ਨੇ ਚੁੱਕ ਲਿਆ, ਚੁੱਕ ਕਰਕੇ ਉੱਥੇ ਲੈ ਗਏ ਜਿੱਥੇ ਇੱਕ ਨਦੀ ਉੱਥੇ ਸੀਗੀ, ਤੇ ਨਦੀ ਦੇ ਉਹ ਵੀ ਵਿਚਾਲੇ ਲੈ ਗਏ ਜਿੱਥੇ ਸਭ ਤੋਂ ਡੂੰਘਾ ਹਿੱਸਾ ਸੀ ਉਸ ਰਿਵਰ ਦਾ, ਉਸ ਨਦੀ ਦਾ। ਤੇ ਸਤਿਗੁਰਾਂ ਨੂੰ ਕੀ ਕੀਤਾ, ਉਹਨਾਂ ਨੇ ਉੱਥੇ ਜਾ ਕੇ, ਬਹੁਤੇ ਲੋਕ ਖੜੇ ਦੇਖ ਰਹੇ ਹਨ ਤੇ ਕਈ ਨਾਲ ਵੀ ਗਏ, ਕੰਢੇ ਤੇ ਖੜੇ ਦੇਖ ਰਹੇ ਹਨ, ਸਤਿਗੁਰਾਂ ਨੂੰ ਉਸ ਡੂੰਘੇ ਪਾਣੀ ਦੇ ਵਿੱਚ ਸਿੱਟ ਦਿੱਤਾ। ਚੌਪੀ ਸੋ ਖਿਲਕਾ ਭੀਜਤ ਨਹਿ ਭਇਓ। ਕੀ ਹੋਇਆ, ਸਤਿਗੁਰਾਂ ਨੂੰ ਉਸ ਨਦੀ ਵਿੱਚ ਡੁਬੋਣ ਵਾਸਤੇ ਜਦੋਂ ਉਹਨਾਂ ਨੇ ਉਤਾਰਿਆ ਪਾਣੀ ਵਿੱਚ, ਤੇ ਉਹ ਜਾਮਾ ਜਿਹੜਾ ਸਤਿਗੁਰਾਂ ਨੇ ਪਹਿਨਿਆ ਸੀ ਨਾ, ਉਹ ਨਾ ਭਿੱਜਿਆ, ਉਹਨੂੰ ਬਿਲਕੁਲ ਹੀ ਪਾਣੀ ਨਾ ਲੱਗਿਆ। ਕਨਕੋ ਨੀਰ ਨਾ ਤਾਕੋ ਛੁਇਓ। ਇੱਕ ਕਿਣਕਾ ਵੀ ਪਾਣੀ ਦਾ ਉਸ ਜਾਮੇ ਨੂੰ ਭਿਓ ਨਾ ਸਕਿਆ, ਉਹਨੂੰ ਵੈਟ ਨਾ ਕਰ ਸਕਿਆ, ਉਹ ਬਿਲਕੁਲ ਡਰਾਈ ਦਾ ਡਰਾਈ, ਸੁੱਕੇ ਦਾ ਸੁੱਕਾ ਹੀ ਰਿਹਾ। ਨਿਕਸ ਨਦੀ ਤੇ ਗੁਣੀ ਗਹੀਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਦੀ ਵਿੱਚ ਸੱਟਿਆ, ਪਰ ਮਹਾਰਾਜ ਤਾਂ ਡੁੱਬੇ ਹੀ ਕੋਈ ਨਹੀਂ, ਮਹਾਰਾਜ ਜੀ ਤਰਦੇ ਹੀ ਰਹੇ। ਤੋ ਇਸ ਪ੍ਰਕਾਰ ਕਰਕੇ ਗੁਣਾ ਦੇ ਗਹੀਰ, ਵੱਡੇ ਡੂੰਘੇ ਗੁਣਾ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਚ ਕੇ ਮਹਾਰਾਜ ਜੀ ਬਾਹਰ ਆ ਗਏ ਕਿਨਾਰੇ ਤੇ। ਬੈਠੇ ਵਹਿਰ ਤਿਸੀ ਕੇ ਤੀਰਾ। ਉਸੇ ਨਦੀ ਦੇ ਕਿਨਾਰੇ ਤੇ ਸਤਿਗੁਰਾਂ ਨੇ ਆ ਕੇ ਬੈਠਣਾ ਕੀਤਾ, ਚੌਂਕੜਾ ਮਾਰ ਕੇ ਬੈਠ ਗਏ। ਵੇਖਿਆ ਤਮਾਸੋ ਨਰ ਤੇ ਕਾਲਾ। ਉਹ ਲੋਕ ਜਿਹੜੇ ਸਨ ਦੇਖਣ ਵਾਸਤੇ ਪਹਿਲਾਂ ਆਏ, ਦੇਖਿਆ ਕਿਸ ਤਰ੍ਹਾਂ ਡੁਬੋਇਆ, ਕਿਸ ਤਰ੍ਹਾਂ ਉਹ ਜਿਹੜਾ ਹੈ ਮਹਾਰਾਜ ਦਾ ਜਾਮਾ ਭਿੱਜਿਆ ਕੋਈ ਨਹੀਂ, ਮਹਾਰਾਜ ਜੀ ਆਪਣੇ ਆਪ ਫਲੋਟ ਹੁੰਦੇ ਕੰਢੇ ਤੇ ਆ ਕੇ ਬੈਠ ਗਏ। ਇਹ ਸਾਰਾ ਤਮਾਸ਼ਾ ਦੇਖਿਆ ਜੀ ਲੋਕਾਂ ਨੇ। ਅਚਰਜ ਮਾਨਿਓ ਹਿਰਦੈ ਵਿਸਾਲਾ। ਲੋਕ ਬੜੇ ਹੈਰਾਨ ਹਨ ਵੀ ਇਹ ਗੱਲ ਕੀ ਹੋ ਗਈ, ਇਹ ਨਦੀ ਵਿੱਚ ਜਿਹਨੂੰ ਸੱਟਿਆ ਜਾਂਦਾ ਕੋਈ ਬਚਦਾ ਨਹੀਂ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਡੁਬੋਣਾ ਤਾਂ ਕੀ ਸੀ, ਪਾਣੀ ਤਾਂ ਛੋਇਆ ਤੱਕ ਨਹੀਂ ਸਤਿਗੁਰਾਂ ਨੂੰ। ਇਹ ਦੇਖ ਕਰਕੇ ਬੜੇ ਹੀ ਹੈਰਾਨ ਸਨ। ਆਤ ਸਾਹ ਕੋ ਖਬਰ ਸੁਣਾਈ। ਉਹਨਾਂ ਨੇ ਜਾ ਕਰਕੇ ਉਹ ਹਬਸ਼ ਦੇ ਰਾਜੇ ਲਾਜਵਰਦ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ। ਊਡਤ ਨਹਿ ਬਹੁ ਕੀਨ ਉਪਾਈ। ਕਹਿਣਗੇ ਬੜਾ ਉਪਾਅ ਕੀਤਾ, ਉਹਨਾਂ ਨੂੰ ਡੁਬੋਣ ਵਾਸਤੇ ਧੱਕਿਆ, ਵਿੱਚ ਭਾਰ ਵੀ ਲਾਇਆ, ਵੇਟ ਵੀ ਲਾਏ ਉਹਨਾਂ ਦੇ ਚਰਨਾਂ ਨੂੰ, ਪਰ ਕਹਿੰਦੇ ਉਹ ਡੁੱਬੇ ਨਹੀਂ, ਉਹ ਤਾਂ ਪਾਣੀ ਵਿੱਚ ਗਏ ਹੀ ਕੋਈ ਨਹੀਂ, ਉਹਨਾਂ ਦਾ ਜਾਮਾ ਵੀ ਨਹੀਂ ਭਿੱਜਿਆ। ਸਾਹੇ ਕਹੈ ਪਾਵਕ ਮਹਿ ਜਾਰੋ। ਉਹ ਹਬਸ਼ ਦਾ ਰਾਜਾ ਕਹਿੰਦਾ ਵੀ ਚਲੋ ਜੇ ਨਹੀਂ ਡੁੱਬਦੇ ਤਾਂ ਇਹਨਾਂ ਨੂੰ ਅੱਗ ਲਾ ਕੇ ਸਾੜ ਦਿਓ, ਕਹਿੰਦੇ ਵਲਦੀ ਹੋਈ ਅੱਗ ਵਿੱਚ ਇਹਨਾਂ ਨੂੰ ਸੁੱਟ ਦਿਓ, ਜੇ ਪਾਣੀ ਨਹੀਂ ਡੁਬੋਂਦਾ ਅੱਗ ਤਾਂ ਸਾੜ ਦੇਗੀ। ਇਹ ਕਾਸਤ ਬਹੁ ਉੱਪਰ ਡਾਰੋ। ਕਹਿਣਗੇ ਬਹੁਤ ਸਾਰੀਆਂ ਇਹ ਲੱਕੜਾਂ ਇਕੱਠੀਆਂ ਕਰਕੇ ਪੂਰੀ ਅੱਗ ਲਾ ਕੇ ਇਹਨਾਂ ਨੂੰ ਉਸ ਦੇ ਵਿੱਚ ਸੁੱਟ ਦਿਓ,
ਉਹਨਾਂ ਪੂਰੀ ਅੱਗ ਬਲਦੀ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਝੁਕ ਨਾ ਕਰਿਓ। ਸੁਨ ਵਜ਼ੀਰ ਤਬ ਬਹੁਰ ਸਿਧਾਰਾ। ਸੋ ਇਹ ਸੁਣ ਕਰਕੇ ਹੁਕਮ ਨੂੰ ਉਹ ਵਜ਼ੀਰ ਜਿਹੜੇ ਹਨ ਫੇਰ ਚਲੇ ਗਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਕਾਸਤ ਕੋ ਵੱਢ ਲਾਏ ਅੰਬਾਰਾ। ਉਹਨਾਂ ਨੇ ਲੱਕੜਾਂ ਇੰਨੀਆਂ ਜ਼ਿਆਦਾ ਇਕੱਠੀਆਂ ਕੀਤੀਆਂ ਕਿ ਢੇਰ ਦੇ ਢੇਰ ਲਗਾ ਦਿੱਤੇ। ਦੋਹਰਾ ਬੀਚ ਬਸਾਏ ਸਤਿਗੁਰੂ ਚੌਹ ਦਿਸ ਦੀਨ ਲਗਾਏ। ਫਿਰ ਇੱਕ ਲੇਅਰ ਦਾ ਜਿਹੜਾ ਹੈ ਲੱਕੜਾਂ ਟਿੰਬਰ ਨੂੰ ਲਾ ਕੇ ਉਹਨਾਂ ਨੇ ਸਤਿਗੁਰਾਂ ਨੂੰ ਉੱਤੇ ਬਿਠਾ ਦਿੱਤਾ ਤੇ ਆਲੇ ਦੁਆਲੇ ਫਿਰ ਇੱਕ ਲੱਕੜਾਂ ਦੇ ਢੇਰ ਲਾ ਦਿੱਤੇ। ਮਤਲਬ ਕਿ ਮਹਾਰਾਜ ਨੂੰ ਬਿਲਕੁਲ ਹੀ ਲੱਕੜਾਂ ਦੇ ਵਿਚਾਲੇ ਸਤਿਗੁਰਾਂ ਨੂੰ ਬਿਠਾਉਣਾ ਕੀਤਾ। ਆਂਚ ਰੋਮ ਕੋ ਨਹਿ ਲਗੀ ਅਗਨ ਗਈ ਸਿਤ ਲਾਏ। ਦੇਖੋ ਕਹਿੰਦੇ ਅੱਗ ਉਹਨਾਂ ਨੇ ਜ਼ਰੂਰ ਲਾਈ, ਅੱਗ ਲੱਗੀ ਵੀ ਹੈ, ਬੜੇ ਭਾਂਪੜ ਮਚੇ, ਬੜੀ ਉਹ ਅੱਗ ਆਕਾਸ਼ ਨੂੰ ਛੋਹੰਦੀ ਸੀਗੀ। ਉਹ ਸਾਰੀਆਂ ਹੀ ਲੱਕੜਾਂ ਜਿਹੜੀਆਂ ਹਨ ਸੜ ਕੇ ਸੁਆਹ ਹੋ ਗਈਆਂ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇੱਕ ਰੋਮ ਨੂੰ ਵੀ ਅੱਗ ਨਾ ਲੱਗੀ। ਮਹਾਰਾਜ ਉਸੇ ਤਰ੍ਹਾਂ ਹੀ ਸਾਬਤ ਉਸ ਜਿੱਥੇ ਉਹਨਾਂ ਨੇ ਬਿਠਾਇਆ ਸੀ ਉੱਥੇ ਹੀ ਬੈਠੇ ਰਹੇ ਸਤਿਗੁਰੂ ਜੀ। ਮਹਾਰਾਜ ਦਾ ਇੱਕ ਰੋਮ ਵੀ ਜਿਹੜਾ ਹੈ ਨਾ ਸੜਿਆ। ਚੌਪੇ ਕਾਸਟ ਭਸਮ ਭਏ ਤਿਸ ਥਾਈ। ਸਾਰੇ ਜਿਹੜੇ ਹਨ ਕਾਸ਼ਟ ਲੱਕੜਾਂ ਦਾ ਜਿਹੜਾ ਹੈ ਉੱਥੇ ਜਿਹੜੀ ਉਹਦਾ ਜਿਹੜਾ ਹੈ ਸੁਆਹ ਜਿਹੜੀ ਹੈ ਲੱਕੜਾਂ ਦੀ ਉੱਥੇ ਖਿਲਰੀ ਪਈ ਹੈ, ਪਰ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਸਾਬਤ ਬੈਠੇ ਹਨ। ਸਤਿਗੁਰ ਬੈਠੇ ਬੀਚ ਸੁਹਾਈ। ਮਹਾਰਾਜ ਬੜੇ ਸੋਹਣੇ ਲੱਗਦੇ ਹਨ। ਸਤਿਗੁਰੂ ਜੀ ਦਾ ਜਿਹੜਾ ਚਿਹਰਾ ਹੋਰ ਵੀ ਚਮਕਣ ਲੱਗ ਗਿਆ। ਪਾਤਸ਼ਾਹ ਜੀ ਬੜੇ ਜਿਹੜੇ ਹਨ ਸੁੰਦਰ ਸਰੂਪ ਧਾਰ ਕੇ ਸਤਿਗੁਰੂ ਜੀ ਬੈਠੇ ਹਨ। ਸੁਣੀ ਖਬਰ ਕੋਪਾ ਪਤ ਸਾਹੂ। ਜਦੋਂ ਇਹ ਖਬਰ ਸੁਣੀ ਉਹ ਹਬਸ਼ ਦਾ ਰਾਜੇ ਨੇ ਲਾਜਵਰਦ ਨੇ, ਉਹਨੇ ਸੁਣ ਕੇ ਉਹਨੂੰ ਬੜਾ ਹੋਰ ਵੀ ਗੁੱਸਾ ਆ ਗਿਆ। ਹੁਣ ਇਹੋ ਫਕੀਰ ਚੇਟ ਕੀ ਆਹੂ। ਕਹਿਣ ਲੱਗੇ ਇਹ ਜਿਹੜਾ ਹੈ ਫਕੀਰ ਕੋਈ ਜਾਦੂਗਰ ਲੱਗਦਾ ਹੈ, ਇਹ ਜ਼ਰੂਰ ਕੋਈ ਜਿਹੜਾ ਹੈ ਰਿੱਧੀਆਂ ਸਿੱਧੀਆਂ ਇਹਨਾਂ ਨੇ ਜਿੱਤੀਆਂ ਹੋਈਆਂ ਨੇ, ਇਹ ਕੋਈ ਵੱਡਾ ਜਾਦੂਗਰ ਹੈ। ਮਮ ਹਦੂਰ ਕਰ ਮਾਰੋ ਅਬਹੀ। ਹੁਣ ਉਹ ਰਾਜਾ ਜਿਹੜਾ ਸੀਗਾ ਲਾਜਵਰਦ, ਉਹ ਕਹਿੰਦਾ ਮੇਰੇ ਸਾਹਮਣੇ ਲਿਆ, ਮੇਰੇ ਅੱਖਾਂ ਦੇ ਸਾਹਮਣੇ ਮਾਰੋ। ਉਹ ਇਹ ਸਮਝੀ ਬੈਠਾ ਸੀ, ਉਹਨੂੰ ਭਰਮ ਇਹ ਸੀਗਾ ਕਿ ਮੈਂ ਵੀ ਬਹੁਤ ਵੱਡਾ ਹਾਂ, ਮੇਰੇ ਵਿੱਚ ਵੀ ਬੜਾ ਕੁਛ ਹੈ। ਕਹਿੰਦਾ ਜੇ ਮੇਰੇ ਓਲੇ ਨਹੀਂ ਮਰਦੇ ਤਾਂ ਮੇਰੇ ਸਾਹਮਣੇ ਲਿਆ ਕੇ ਮਾਰੋ। ਹੁਣ ਅਸ ਕਹਿ ਚੱਲ ਆਇਓ ਢਿਗ ਤਬ ਹੀ। ਉਸ ਵੇਲੇ ਇਹ ਰਾਜਾ ਲਾਜਵਰਦ ਚੱਲ ਕੇ ਆ ਗਿਆ ਜਿੱਥੇ ਸਤਿਗੁਰੂ ਜੀ ਬੈਠੇ ਸਨ। ਬਹੁ ਪਾਹਨ ਕੇ ਤੇਰੇ ਦਬਾਇਓ। ਕੀ ਹੋਇਆ? ਆਪ ਖੜ ਕੇ ਆਪਣੇ ਲੋਕਾਂ ਨੂੰ ਕਿਹਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੱਡੇ ਵੱਡੇ ਪੱਥਰਾਂ ਦੇ ਥੱਲੇ ਦੱਬ ਦਿਓ। ਬਹੁ ਪਾਹਨ ਕੇ ਤਰੇ ਦਬਾਇਓ, ਕਹਿਣ ਲੱਗੇ ਵੀ ਉਹ ਜਿਹੜੇ ਪੱਥਰਾਂ ਦੇ ਥੱਲੇ ਦਬਾ ਦਿਓ, ਵੱਡੇ ਵੱਡੇ ਬਲੌਕਸ ਲਿਆ ਕੇ ਪੱਥਰਾਂ ਦੇ ਸਤਿਗੁਰਾਂ ਦੇ ਉੱਤੇ ਰੱਖ ਦਿਓ, ਡਾਇਰੈਕਟਲੀ ਉੱਤੇ ਰੱਖ ਦਿਓ ਵੀ ਇਹ ਦੱਬੇ ਜਾਣ ਉਹ ਪੱਥਰਾਂ ਦੇ ਥੱਲੇ। ਭਾਰ ਸਹਿਸ ਮਣ ਉੱਪਰ ਪਾਇਓ। ਕਹਿਣਗੇ ਹਜ਼ਾਰਾਂ ਮਣ, ਮਾਉਨ ਜਿਹੜਾ ਹੈ 40 ਕਿਲੋ ਦਾ ਇੱਕ ਮਣ ਬਣਦਾ, ਕਹਿੰਦੇ ਹਜ਼ਾਰਾਂ ਹੀ ਮਣ ਭਾਰੇ ਪੱਥਰ ਲਿਆ ਕੇ ਸਤਿਗੁਰਾਂ ਦੇ ਉੱਤੇ ਲਿਆ ਕੇ ਰੱਖ ਦਿੱਤੇ। ਸੋ ਇਉਂ ਮੰਨ ਲਓ ਵੀ ਇੱਕ ਹਿੱਲ ਬਣਾਤੀ ਉਹਨਾਂ ਨੇ, ਇੰਨੇ ਪੱਥਰ ਉੱਤੇ ਰੱਖੇ, ਸਤਿਗੁਰਾਂ ਨੂੰ ਥੱਲੇ ਰੱਖ ਕੇ ਡਾਇਰੈਕਟਲੀ ਉੱਤੇ ਪੱਥਰ ਰੱਖ ਦਿੱਤੇ। ਇਉਂ ਦਬਾਏ ਕਰ ਸਦਨ ਸਿਧਾਰੇ। ਕਹਿਣਗੇ ਇਉਂ ਕਰਕੇ ਉਹਨਾਂ ਨੇ ਸਤਿਗੁਰਾਂ ਨੂੰ ਵਿੱਚ ਦਬਾ ਕਰਕੇ ਉਹ ਘਰ ਨੂੰ ਮੁੜ ਗਏ ਵੀ ਜਿਹੜਾ ਹੈ ਉਹ ਵੀ ਦੇਖੋਗੇ ਵੀ ਕੀ ਆ ਹੁਣ ਕਿਹੜੇ ਇਹਨਾਂ ਨੇ ਉੱਠਣਾ, ਇੰਨਾ ਤਾਂ ਭਾਰ ਇਹਨਾਂ ਦੇ ਉੱਤੇ ਰੱਖ ਦਿੱਤਾ, ਹੁਣ ਕਿਵੇਂ ਨਿਕਲ ਕੇ ਬਾਹਰ ਆਉਣਗੇ। ਸੋ ਇਸ ਪ੍ਰਕਾਰ ਕਰਕੇ ਸਾਰੇ ਪੱਥਰਾਂ ਦੇ ਵੇਟ ਦੇ ਥੱਲੇ ਸਤਿਗੁਰਾਂ ਨੂੰ ਦਬਾ ਦਿੱਤਾ। ਆਪ ਮਰ ਜਾ ਹੈ ਬਚਨ ਉਚਾਰੇ। ਤੇ ਆਪਸ ਵਿੱਚ ਗੱਲਾਂ ਕਰਦੇ ਹਨ, ਕਹਿੰਦੇ ਹੁਣ ਮਰ ਜਾਣਗੇ, ਹੁਣ ਨਹੀਂ ਬਚਦੇ। ਹੁਣ ਹੋਰ ਭਈ ਪੁਨ ਤਿਸੀ ਸਥਾਨਾ। ਕੀ ਹੋਇਆ? ਜਦੋਂ ਸਵੇਰ ਹੋਈ ਉਹ ਲੋਕ ਤੇ ਵਜ਼ੀਰ ਤੇ ਰਾਜਾ ਲਾਜਵਰਦ ਚੱਲ ਕੇ ਆਇਆ ਦੇਖਣ ਵਾਸਤੇ ਵੀ ਕੀ ਹੋਇਆ। ਉਹੀ ਅਸਥਾਨ ਤੇ ਜਦੋਂ ਆ ਕੇ ਉਹਨਾਂ ਨੇ ਦੇਖਿਆ ਆਨ ਬਿਰਾਜੇ ਕਿਰਪਾ ਨਿਧਾਨਾ। ਤੇ ਆਣ ਬਿਰਾਜੇ ਸਤਿਗੁਰੂ ਜੀ ਉਸੇ ਤਰ੍ਹਾਂ ਹੀ ਉਹ ਪੱਥਰਾਂ ਤੇ ਜਿਹੜਾ ਹਨ ਨਿਕਲ ਕਰਕੇ ਮਹਾਰਾਜ ਜੀ ਬੈਠੇ ਹਨ। ਪੱਥਰਾਂ ਦਾ ਭਾਰ ਇੱਕ ਪਾਸੇ ਪਿਆ, ਜਿਵੇਂ ਉਹ ਚਿਣਕੇ ਗਏ ਸੀ ਉਵੇਂ ਹੀ ਹੈ। ਸਤਿਗੁਰੂ ਜੀ ਉਹਦੇ ਪਾਸੇ ਬੈਠੇ ਹਨ ਚੌਂਕੜਾ ਮਾਰੀ। ਨਰ ਬਿਲੋਕ ਹਿਰਦੇ ਬਿਸਮਾਏ। ਲੋਕ ਦੇਖ ਕੇ ਬੜੇ ਹੈਰਾਨ ਹੋਏ ਵੀ ਇਹ ਕੀ ਗੱਲ ਹੋ ਗਈ। ਇਹ ਫਕੀਰ ਗਤ ਜਾਣ ਨਾ ਜਾਏ। ਦੇਖੋ ਇਹ ਫਕੀਰ ਦੀ ਗਤੀ, ਇਹ ਫਕੀਰ ਦੀ ਮਰਿਆਦਾ, ਇਹ ਫਕੀਰ ਦੇ ਬਾਰੇ ਅਸੀਂ ਨਹੀਂ ਜਾਣ ਸਕਦੇ, ਇਹ ਤਾਂ ਆਪ ਖੁਦਾ ਹੀ ਹੋ ਸਕਦੇ ਹਨ। ਪਾਤਸ਼ਾਹੇ ਕੇ ਜਾਏ ਅਗਾਰੇ। ਉਹ ਲੋਕਾਂ ਨੇ ਜਾ ਕੇ ਫਿਰ ਲਾਜਵਰਦ ਨੂੰ ਦੱਸ ਦਿੱਤਾ ਕਿ ਦੇਖੋ ਜਿਹੜੇ ਤੂੰ ਜਿਹੜਾ ਹੁਣ ਫਕੀਰ ਨੂੰ ਦਰਵੇਸ਼ ਨੂੰ ਦੱਬ ਕੇ ਆਇਆ ਸੀ ਉਹਨਾਂ ਦਾ ਤਾਂ ਕੁਝ ਨਹੀਂ ਵਿਗੜਿਆ। ਸੁਧ ਮਾਨਵ ਨੈ ਤਬੈ ਉਚਾਰੀ। ਤੇ ਇਹ ਜਿਹੜਾ ਹੈ ਲਾਜਵਰਦ ਨੂੰ ਇਸ ਤਰ੍ਹਾਂ ਕਰਕੇ ਲੋਕ ਦੱਸਦੇ ਹਨ। ਜਹ ਸਾਥੀ ਜੁਗ ਤੇ ਥਾਂ ਬੈਸਾ। ਕਹਿਣਗੇ ਦੇਖੋ ਅਸੀਂ ਹੁਣੇ ਦੇਖ ਕੇ ਆਏ ਆ ਜਿੱਥੇ ਉਹਦੇ ਦੋ ਸਾਥੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਬੈਠੇ ਹਨ, ਕਹਿੰਦੇ ਉਹ ਦਰਵੇਸ਼ ਵੀ ਉੱਥੇ ਉਹਨਾਂ ਨਾਲ ਬੈਠਾ ਹੈ
ਜਿਸ ਤਰ੍ਹਾਂ ਪਹਿਲਾਂ ਬੈਠਾ ਸੀ ਉਵੇਂ ਹੁਣੇ ਬੈਠਾ ਹੈ। ਚਕ੍ਰਿਤ ਭਇਓ ਬੈਨ ਸੁਨ ਐਸਾ। ਉਹ ਲਾਜਵਰਤ, ਕਿਉਂਕਿ ਉਹਨੇ ਆਪਣੇ ਅੱਖਾਂ ਦੇ ਸਾਹਮਣੇ ਦਬਾਈ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸੋ ਉਹਦੇ ਵਿੱਚ ਤਾਂ ਕੋਈ ਧੋਖਾ ਨਹੀਂ ਹੋ ਸਕਦਾ। ਇਹ ਸੁਣ ਕਰਕੇ ਉਹ ਚਾਕਿਰਤ ਹੋ ਗਿਆ। ਚੱਕਿਰਤ ਹੁੰਦਾ ਹੈਰਾਨ ਹੋ ਗਿਆ, ਅਮੇਜ਼ ਹੋ ਗਿਆ ਵੀ ਇਹ ਕੀ ਹੋ ਗਿਆ ਹੁਣ। ਯਾ ਖੁਦਾਏ ਕਿਆ ਭਇਓ ਸਿਰਾਰਾ। ਕਹਿਣ ਲੱਗੇ ਦੇਖੋ ਇਹ ਜਿਹੜਾ ਹੈ, ਕਹਿੰਦੇ ਇਸਰਾਰ ਹੁੰਦਾ ਹੈ ਭੇਦ। ਕਹਿੰਦੇ ਇਹ ਤਾਂ ਜਾਂ ਖੁਦਾਈ ਹੋਵੇਗਾ, ਇਹ ਤਾਂ ਖੁਦਾਈ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਕੋਈ ਜਾਦੂਗਰ ਤੋਂ ਵੀ ਐਸਾ ਕੋਈ ਹੋ ਨਹੀਂ ਸਕਦਾ, ਇਹ ਤਾਂ ਸਿਰਫ ਖੁਦਾਈ ਆਪ ਹੋ ਸਕਦਾ ਹੈ। ਮੰਤਰਨ ਮਿਲ ਕਰ ਕੀਨ ਉਚਾਰਾ। ਕਹਿਣਗੇ ਵਜ਼ੀਰਾਂ ਨੂੰ ਉਹਨੇ ਇਕੱਠੇ ਕਰਕੇ ਉਸ ਰਾਜਾ ਲਾਜਵਰਦ ਨੇ ਕਿਹਾ, ਜੇ ਬੈਠੇ ਤੇ ਢਿੱਗ ਦਾ ਨਾਏ। ਕਹਿਣ ਲਗੇ ਦੇਖੋ ਹੇ ਅਕਲਮੰਦ, ਜਹ ਬੈਠੇ ਤੇ ਜਿੱਥੇ ਉਹ ਦਰਵੇਸ਼ ਬੈਠਾ ਹੈ, ਕਹਿਣ ਲਗੇ ਇਹ ਰੂਪ ਖੁਦਾਏ। ਕਹਿਣ ਲਗੇ ਵੀ ਇਹ ਤਾਂ ਗੁਜਰਾ ਹੈ, ਖੁਦਾ ਦਾ ਰੂਪ ਹੈ, ਇਹ ਹੋਰ ਨਹੀਂ ਕੋਈ ਹੋ ਸਕਦਾ, ਇਹ ਤਾਂ ਆਪ ਖੁਦਾ ਪਰਮਾਤਮਾ ਹੀ ਹੈ। ਔਰਨ ਮਹਿ ਅਜਮਤ ਨਹਿ ਏਤੀ। ਕਿਉਂਕਿ ਹੋਰ ਵਿੱਚ ਐਸੀ ਸ਼ਕਤੀ ਕਿਸੇ ਵਿੱਚ ਨਹੀਂ ਹੋ ਸਕਦੀ। ਸੋ ਇਹ ਸ਼ਕਤੀ ਤਾਂ ਦਾ ਮਾਲਕ ਆਪ ਉਹ ਪਰਮਾਤਮਾ ਹੀ ਹੈ, ਕਾਇਨਾਤ ਨੂੰ ਬਣਾਉਣ ਵਾਲਾ। ਤੇ ਪਦ ਪੂਜੋ ਸਰਦਾ ਸੇਤੀ। ਇਸ ਕਰਕੇ ਵਜ਼ੀਰਾਂ ਨੂੰ ਇਹੀ ਗੱਲ ਕਹੀ ਲਾਜਵਰਦ ਨੇ, ਜਾ ਕੇ ਉਹਨਾਂ ਦੇ ਚਰਨਾਂ ਦੀ ਪੂਜਾ ਕਰੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਕਰ ਉਪਾਏ ਤੁਮ ਸਭ ਪਚਹਾਰੇ। ਕਹਿੰਦੇ ਕਰ ਉਪਾਏ, ਦੇਖੋ ਬੜੇ ਉਪਾਅ ਕਰ ਲਏ ਆਪਾਂ, ਉਹ ਵੀ ਜਿਹੜੇ ਹਨ ਬੜੇ ਸਵਯ, ਜਿਹੜੇ ਹਨ ਬੜੇ ਸਿਖਰ ਦੇ ਆਪਾਂ ਉਪਾਅ ਕੀਤੇ ਮਾਰਨ ਦੇ। ਕਹਿੰਦੇ ਫੇਰ ਵੀ ਉਹ ਬਚ ਜਾਂਦੇ ਹਨ। ਤੇ ਕਹਿੰਦੇ ਹੁਣ ਤਾਂ ਆਪਾਂ ਥੱਕ ਗਏ ਹਾਂ, ਹੋਰ ਇਹ ਤੋਂ ਵੱਧ ਆਪਾਂ ਕੁਝ ਨਹੀਂ ਕਰ ਸਕਦੇ। ਮਾਰਿਓ ਮਰਤ ਨਾ ਕਿਸੇ ਪ੍ਰਕਾਰੇ। ਦੇਖਿਓ ਆਪਣੇ ਮਾਰਿਆ ਉਹ ਮਰਦਾ ਨਹੀਂ ਕਿਸੇ ਪ੍ਰਕਾਰ ਕਰਕੇ ਵੀ। ਹੋਏ ਅਧੀਨ ਗਹੋ ਪਦ ਜਾਈ। ਇਸ ਕਰਕੇ ਉਹਦੇ ਅਧੀਨ ਹੋ ਜਾਓ, ਉਹਦੇ ਚਰਨ ਪਕੜ ਲਓ, ਹੁਣ ਉਹਨਾਂ ਦੀ ਚਰਨੀ ਪੈ ਜਾਈਏ ਹੁਣ ਆਪਾਂ ਜਾ ਕੇ ਸਾਰੇ। ਖਤਾ ਲਿਓ ਆਪਣੀ ਬਖਸਾਈ। ਤੇ ਸਭ ਤੋਂ ਪਹਿਲਾਂ ਆਪਾਂ ਆਪਣੀ ਗਲਤੀ ਮੁਆਫ ਕਰਾ ਲਈਏ ਕਿ ਆਪਾਂ ਤੋਂ ਬਹੁਤ ਵੱਡਾ ਪਾਪ ਹੋ ਗਿਆ। ਜੇ ਖੁਦਾ ਆਪਣੇ ਮੁਲਕ ਦੇ ਵਿੱਚ ਆਇਆ, ਆਪਾਂ ਉਹਨੂੰ ਹਿੰਦੂ ਜਾਣ ਕੇ ਉਹਨੂੰ ਮਾਰਨਾ ਚਾਹਿਆ, ਇਹ ਤਾਂ ਬਹੁਤ ਵੱਡੀ ਗਲਤੀ, ਗੁਨਾਹ ਹੋ ਗਿਆ ਸਾਡੇ ਤੋਂ। ਅਜਮਤ ਦੇਖ ਬਚਨ ਕੋ ਸੁਣ ਕੇ। ਸੋ ਇਉਂ ਕਰਕੇ ਜਦੋਂ ਵਜ਼ੀਰਾਂ ਨੇ ਇਹ ਗੱਲ ਸੁਣੀ ਜਿਹੜਾ ਹਨ ਲਾਜਵਰਤ ਰਾਜੇ ਦੀ, ਤਾਂ ਉਸ ਵੇਲੇ ਅਜਮਤ ਦੇਖ ਕੇ ਤੇ ਇਹ ਸਾਰੀਆਂ ਗੱਲਾਂ ਸੁਣ ਕੇ ਕੰਪਿਓ ਪਾਤਸ਼ਾਹ ਭੈ ਮਨ ਕੈ। ਦੇਖੋ ਹੁਣ ਇਹ ਪਾਤਸ਼ਾਹ ਅੰਦਰੋਂ ਹੀ ਅੰਦਰੋਂ ਕੰਬ ਰਿਹਾ ਹੈ ਆਪਣੇ ਪਾਪ ਜਾਣ ਕੇ। ਬਹੁਤ ਅਵਗਿਆ ਕੀਨੀ ਮੋਹੀ। ਤੇ ਅੰਦਰੋਂ ਇਹੀ ਪਛਤਾਵਾ ਕਰ ਰਿਹਾ ਹੈ, ਮੇਰੇ ਤੋਂ ਅਵਗਿਆ ਬਹੁਤ ਵੱਡੀ ਹੋ ਗਈ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਸਰਬ ਵਿਲਾਇਤ ਗਰਕ ਨਾ ਹੋਹੀ। ਕਿ ਐਸਾ ਨਾ ਹੋਵੇ ਕਿ ਐਡੇ ਸ਼ਕਤੀਸ਼ਾਲੀ ਖੁਦਾ ਆਪ ਮੇਰੇ ਮੁਲਕ ਆਇਆ, ਕਿਤੇ ਇਹਨਾਂ ਨੇ ਕੋਈ ਸ਼ਰਾਪ ਦੇਤਾ ਤਾਂ ਸਾਰਾ ਵਲਾਇਤ, ਸਾਰਾ ਯੂਰਪ ਡੁੱਬ ਜਾਏਗਾ, ਸਾਰਾ ਯੂਰਪ ਹੀ ਖਤਮ ਹੋ ਜਾਏਗਾ। ਅਨੇਕ ਉਪਾਇਨ ਕਰਮ ਹੈ ਧਾਰੀ। ਇਸ ਕਰਕੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਮਨਾਉਣ ਵਾਸਤੇ ਬਹੁਤ ਸਾਰੀਆਂ ਉਪਾਇਨ, ਬਹੁਤ ਸਾਰੀਆਂ ਭੇਟਾਵਾਂ ਇਕੱਠੀਆਂ ਕਰਕੇ ਆਪਣੇ ਹੱਥ ਵਿੱਚ ਲੈ ਕੇ ਲੈ ਕਰ ਗਵਨਿਓ ਗੁਰੂ ਅਗਾਰੀ। ਲੈ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਜਾਣਾ ਕੀਤਾ ਇਹ ਰਾਜਾ ਲਾਜਵਰਤ ਨੇ। ਮੇਚਕ ਰੰਗ ਮਹਾ ਜਿਸ ਕੇਰੋ। ਦੇਖੋ ਇਹ ਰਾਜਾ ਲਾਜਵਰਤ ਜਿਹੜਾ ਹੈ ਨਾ, ਇਹਦਾ ਰੰਗ ਕਾਲਾ ਹੈ, ਕਾਲੇ ਰੰਗ ਦਾ ਹੈ, ਇਹਦਾ ਜਿਹੜਾ ਸਰੀਰ ਕਾਲੇ ਰੰਗ ਦਾ ਹੈ। ਭੈ ਕਰਕੇ ਮਨ ਦੀਨ ਕਨੇਰੋ। ਭੈ ਕਰ ਕਹਿੰਦੇ ਬੜਾ ਭੈ ਕਰਕੇ, ਬੜਾ ਡਰ ਮੰਨ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੜਾ ਦੀਨ ਗਰੀਬ ਹੋ ਕੇ ਨਿਮਰਤਾ ਵਿੱਚ ਆ ਕੇ ਆਏ ਚਰਨ ਪੰਕਜ ਲਪਟਾਇਓ। ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਪਹਿਲਾਂ ਤਾਂ ਮੱਥਾ ਟੇਕਿਆ, ਫਿਰ ਸਤਿਗੁਰਾਂ ਦੇ ਚਰਨ ਪਕੜ ਲਏ ਇਸਨੇ। ਹੱਥ ਬੰਦ ਕੇ ਬਚਨ ਅਲਾਇਓ। ਹੱਥ ਬੰਨ ਕੇ ਇਸਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਨੂੰ, ਇਸ ਰਾਜੇ ਲਾਜਵਰਦ ਨੇ। ਮੈਂ ਬਹੁਤ ਹੀ ਕੀਨੀ ਤਕਸੀਰੰ। ਤੇ ਮਹਾਰਾਜ ਮੈਂ ਬਹੁਤ ਸਾਰੀ ਭੁੱਲ ਕੀਤੀ ਹੈ, ਤਕਸੀਰੰ ਮੇਰੇ ਤੋਂ ਭੁੱਲ ਬਹੁਤ ਵੱਡੀ ਹੋ ਗਈ। ਬਖਸ਼ੋ ਅਬ ਤੁਮ ਗੁਨੀ ਗਹੀਰੰ। ਤੁਸੀਂ ਗੁਨਾਹ ਦੇ ਗਹੀਰ, ਗੁਨਾਹ ਦੇ ਖਜ਼ਾਨੇ ਹੋ ਸਤਿਗੁਰੂ ਜੀ, ਮੇਰੀ ਮੁਆਫੀ ਮੈਨੂੰ ਦੇ ਦਿਓ ਮੇਰੀ ਗਲਤੀ ਦੀ। ਪੀਰਨ ਪੀਰ ਕੇ ਆਪ ਖੁਦਾਏ। ਮਹਾਰਾਜ ਤੁਸੀਂ ਪੀਰਾਂ ਦੇ ਪੀਰ ਹੋ ਜਾਂ ਆਪ ਹੀ ਤੁਸੀਂ ਖੁਦਾ ਹੋ। ਹੋ ਪਰ ਛਿਨ ਨਾ ਪਰ ਹੋ ਲਖਾਏ। ਹੋ ਪਰ ਛਿਨ, ਮਹਾਰਾਜ ਤੁਸੀਂ ਗੁਪਤ ਹੋ ਕੇ, ਆਪ ਖੁਦਾ ਗੁਪਤ ਹੋ ਕੇ ਸਾਡੇ ਕੋਲ ਆਏ ਹੋ, ਆਪਣੀ ਸ਼ਕਤੀ ਨੂੰ ਤੁਸੀਂ ਗੁਪਤ ਕਰਕੇ ਰੱਖਿਆ ਹੋਇਆ ਹੈ ਪਾਤਸ਼ਾਹ ਜੀ। ਇਸ ਕਰਕੇ ਸਾਡੋ ਬਹੁਤ ਵੱਡੀ ਗਲਤੀ ਹੋ ਗਈ। ਨਾ ਪਰੋ ਲਖਾਏ ਮਹਾਰਾਜ, ਅਸੀਂ ਜਾਣਿਆ ਨਹੀਂ ਵੀ ਤੁਸੀਂ ਖੁਦਾ ਆਪ ਹੋ, ਕਿਉਂਕਿ ਤੁਸੀਂ ਤਾਂ ਇੱਕ ਆਮ ਮਨੁੱਖ ਦੀ ਤਰ੍ਹਾਂ ਤੁਸੀਂ ਲੱਗਦੇ ਹੋ ਦੇਖਣ ਵਾਸਤੇ ਪਾਤਸ਼ਾਹ ਜੀ। ਇਸ ਕਰਕੇ ਸਾਤੋਂ ਗਲਤੀ ਹੋ ਗਈ। ਰਾਵਰ ਕੀ ਰਜਾਏ ਔਰ ਧਰਉ। ਮਹਾਰਾਜ ਹੁਣ ਤੁਸੀਂ ਆਗਿਆ ਕਰੋ, ਹੁਕਮ ਦਿਓ, ਤੁਹਾਡੀ ਆਗਿਆ ਨੂੰ ਮੈਂ ਆਪਣੇ ਸਿਰ ਮੱਥੇ ਤੇ ਰੱਖਾਂਗਾ, ਮੰਨਾਂਗਾ। ਬਹੁਰ ਅਵਗਿਆ ਫੇਰ ਨਾ ਕਰੋ। ਤੇ ਮੈਂ ਮੁੜ ਕੇ ਇਹ ਜਿਹੜੀ ਐਸੀ ਅਵਗਿਆ ਮੈਂ ਮੁੜ ਕੇ ਨਹੀਂ ਕਿਸੇ ਨਾਲ ਵੀ ਕਰਾਂ।
ਕਰਾਂਗਾ, ਮੈਂ ਅੱਜ ਤੋਂ ਤੌਬਾ ਕਰ ਲਈ, ਮੈਂ ਅੱਜ ਤੋਂ ਜਿਹੜੀ ਹੈ ਇਹ ਗੱਲ ਦਾ ਮੈਂ ਆਪਣੇ ਆਪ ਨਾਲ ਵਾਅਦਾ ਕਰ ਲਿਆ ਕਿ ਮੈਂ ਕਿਸੇ ਦੇ ਅੱਗੇ ਵੀ ਭੈੜਾ ਪੇਸ਼ ਨਹੀਂ ਹੋਵਾਂਗਾ, ਸਾਰਿਆਂ ਦਾ ਸਤਿਕਾਰ ਕਰਾਂਗਾ। ਭਾ ਅਣਜਾਣ ਪਣੇ ਮਹਿ ਦੋਸਾ। ਕਹਿਣ ਲੱਗੇ ਮਹਾਰਾਜ ਅਣਜਾਣੇ ਪਣੇ ਵਿੱਚ ਮੇਰੇ ਤੋਂ ਦੋਸ਼ ਹੋ ਗਿਆ, ਜੋ ਪਾਪ ਹੋ ਗਿਆ ਹੁਣ ਕਰੋ ਮਿਹਰ ਪਰ ਹਰ ਉਰ ਰੋਸਾ। ਮਹਾਰਾਜ ਕਿਰਪਾ ਕਰਕੇ ਮਿਹਰ ਕਰੋ, ਜਿਹਦੇ ਕਰਕੇ ਪਾਤਸ਼ਾਹ ਜੀਓ ਔਰ ਰੋਸਾ ਆਪਣੇ ਮਨ ਦੇ ਵਿੱਚੋਂ, ਦਿਲ ਦੇ ਵਿੱਚੋਂ ਗੁੱਸਾ ਕੱਢ ਦਿਓ, ਮੇਰੇ ਨਾਲ ਕੋਈ ਗੁੱਸਾ ਨਾ ਕਰਿਓ ਤੁਸੀਂ। ਦੀਨ ਦੇਖ ਕਰ ਦੀਨ ਦਿਆਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਹਬਸ਼ ਰਾਜੇ ਦੀ ਐਸੀ ਬੇਨਤੀ ਨੂੰ ਸਰਵਣ ਕੀਤਾ, ਸਤਿਗੁਰਾਂ ਨੇ ਉਸ ਵੇਲੇ ਉਸ ਦੇ ਉੱਤੇ ਜਿਹੜਾ ਹਨ ਉਹਨੂੰ ਦੀਨ ਦੇਖ ਕੇ, ਉਹਨੂੰ ਗਰੀਬ ਹਾਲਾਤ ਵਿੱਚ ਦੇਖ ਕੇ, ਨਿਮਰਤਾ ਵਿੱਚ ਦੇਖ ਕਰਕੇ ਸਤਿਗੁਰੂ ਜੀ ਜੋ ਦੀਨਾ, ਜੋ ਕਮਜ਼ੋਰ ਜਿਹੜੇ ਹਨ ਜਾਂ ਪਾਪੀਆਂ ਨੂੰ ਬਖਸ਼ਣ ਵਾਲੇ ਹਨ, ਦਇਆ ਦੇ ਘਰ ਸਤਿਗੁਰੂ ਜੀ ਕਹਿਓ ਕਰਨ ਉਪਕਾਰ ਬਿਲਾਸਾ। ਮਹਾਰਾਜ ਉਸ ਵੇਲੇ ਉਪਕਾਰ ਕਰਨ ਵਾਸਤੇ, ਉਸ ਦਾ ਭਲਾ ਕਰਨ ਵਾਸਤੇ ਸਤਿਗੁਰਾਂ ਨੇ ਇਹ ਹੁਕਮ ਕੀਤਾ। ਦੋਹਰਾ ਨਰ ਮਾਰਨ ਜੇ ਪਰ ਹਰੈ, ਤੋ ਤੂੰ ਬਖਸ਼ਿਆ ਜਾਏ। ਕਹਿਣਗੇ ਹੇ ਲਾਜਵਰਦ, ਜੇ ਤੂੰ ਬਖਸ਼ਣ ਜਾਂ ਤੂੰ ਤਾਂ ਬਖਸ਼ਿਆ ਜਾਏਗਾ ਜੇ ਤੂੰ ਲੋਕਾਂ ਨੂੰ ਮਾਰਨ ਨਹੀਂ ਕਰਾਂਗਾ, ਜੇ ਤੂੰ ਲੋਕਾਂ ਨੂੰ ਨਹੀਂ ਮਾਰੇਗਾ, ਕਿਸੇ ਦਾ ਧਰਮ ਦੇਖ ਕੇ ਤੇ ਤੂੰ ਜਿਹੜਾ ਤੇਰਾ ਧਰਮ ਨਹੀਂ ਹੋਰ ਧਰਮ ਨੂੰ ਦੇਖ ਕੇ ਜਾਂ ਹੋਰ ਕੋਈ ਰੀਜ਼ਨ ਕਰਕੇ ਤੂੰ ਜਿਹੜਾ ਲੋਕਾਂ ਨੂੰ ਮਾਰਦਾ ਹੈ, ਜੇ ਤੂੰ ਨਹੀਂ ਮਾਰੇਗਾ ਤਾਂ ਤੂੰ ਬਖਸ਼ਿਆ ਜਾਏਗਾ, ਜੇ ਤੂੰ ਫੇਰ ਵੀ ਮਾਰਿਆ ਤਾਂ ਫੇਰ ਤੂੰ ਬਖਸ਼ਿਆ ਨਹੀਂ ਜਾਏਗਾ, ਕਿਉਂਕਿ ਤੂੰ ਕਿਸੇ ਦਾ ਜਿਹੜਾ ਹੈ ਐਸਾ ਜਿਹੜਾ ਹੈ ਤੈਨੂੰ ਹੱਕ ਨਹੀਂ, ਤੈਨੂੰ ਐਸਾ ਜ਼ੁਲਮ ਨਹੀਂ ਕਰਨਾ ਚਾਹੀਦਾ। ਕੋਈ ਤੇਰੇ ਮੁਲਕ ਵਿੱਚ ਆਉਂਦਾ ਹੈ, ਉਹ ਤੇਰੇ ਘਰ ਵਿੱਚ ਆਉਂਦਾ ਹੈ, ਉਹਦੀ ਸੇਵਾ ਕਰਨਾ ਤੇਰਾ ਫਰਜ਼ ਹੈ, ਨਾ ਕਿ ਉਹਨੂੰ ਮਾਰਨਾ। ਨਹਿ ਤੇ ਅੱਗੇ ਦੁੱਖ ਪਾਏ ਹੈ, ਦੋਜਕ ਮਿਲੈ ਸਜਾਏ। ਜੇ ਤੂੰ ਐਸਾ ਸਾਡੀ ਗੱਲ ਨਹੀਂ ਮੰਨੇਗਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਇਹ ਆਦਤ ਮਾਰਨ ਦੀ ਜਾਂ ਇਹ ਵੈਰ ਵਿਰੋਧ ਤੂੰ ਆਪਣੇ ਮਨ ਵਿੱਚੋਂ ਨਹੀਂ ਖਤਮ ਕਰੇਗਾ ਤਾਂ ਕਹਿੰਦੇ ਬੜਾ ਤੂੰ ਦੁੱਖ ਪਾਏਗਾ, ਅੱਗੇ ਜਾ ਕੇ ਤੈਨੂੰ ਨਰਕ ਵਿੱਚ ਤੈਨੂੰ ਪਾਇਆ ਜਾਏਗਾ ਤੇ ਉੱਥੇ ਤੈਨੂੰ ਬਹੁਤ ਜ਼ਿਆਦਾ ਸਜ਼ਾਵਾਂ ਪਨਿਸ਼ਮੈਂਟ ਮਿਲਣਗੇ। ਚੌਪੇ ਲਾਜ ਬਰਦ ਸੁਨ ਬੈਨ ਅਲਾਇਓ। ਲਾਜ ਵਰਦ ਜਿਹੜਾ ਰਾਜਾ ਇਹ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ, ਜਬ ਕੋ ਤੁਮਰੇ ਪਗ ਲਪਟਾਇਓ। ਮਹਾਰਾਜ ਜਦੋਂ ਦਾ ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ ਹੈ, ਜਦੋਂ ਦਾ ਮੈਂ ਤੁਹਾਡੇ ਚਰਨਾਂ ਨੂੰ ਪਕੜਿਆ ਹੈ, ਜਿਹੜਾ ਹੈ ਮਹਾਰਾਜ ਜਦੋਂ ਦਾ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਤ੍ਰਿਨ ਤੋਰਨ ਕੀ ਸਖਤ ਨਾ ਰਹੀ। ਮਹਾਰਾਜ ਇੱਕ ਤਿਨਕਾ ਵੀ ਤੋੜਨ ਦੀ ਮੇਰੇ ਵਿੱਚ ਸ਼ਕਤੀ ਨਹੀਂ, ਮੈਂ ਇੱਕ ਪੱਤਾ ਵੀ ਤੋੜਨ ਜੋਗਾ ਨਹੀਂ ਰਿਹਾ, ਇੱਕ ਲੀਫ ਵੀ ਤੋੜਨ ਦਾ ਮੈਂ ਸਮਰਥਾ ਨਹੀਂ ਰੱਖਦਾ। ਹੁਣ ਮੈਂ ਬੰਦੇ ਤਾਂ ਕੀ ਮਾਰਨੇ ਨੇ, ਮੇਰੇ ਵਿੱਚ ਤਾਂ ਇੰਨੀ ਤਾਕਤ ਵੀ ਨਹੀਂ ਰਹਿ ਗਈ ਕਿ ਮੈਂ ਕੋਈ ਪੱਤਾ ਤੋੜ ਸਕਾਂ, ਕੋਈ ਘਾਹ ਨੂੰ ਤੋੜ ਸਕਾਂ। ਔਰ ਕਹੋ ਜੋ ਕਰ ਹਾਂ ਸਹੀ। ਮਹਾਰਾਜ ਹੋਰ ਦੱਸੋ, ਹੋਰ ਉਪਦੇਸ਼ ਦਿਓ ਮੈਨੂੰ, ਮੈਂ ਅੱਗੇ ਕੀ ਕਰਾਂ ਹੁਣ। ਜੇ ਤੈ ਹਮਰੇ ਆਇਸ ਮਾਨੀ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਜੇ ਤੂੰ ਸਾਡੀ ਆਗਿਆ ਮੰਨੇਗਾ, ਸਤਨਾਮ ਸਿਮਰੋ ਸੁਖਦਾਨੀ। ਸਤਨਾਮ ਵਾਹਿਗੁਰੂ ਦਾ ਸਿਮਰਨ ਤੂੰ ਕਰਿਆ ਕਰ, ਜੋ ਸੁੱਖਾਂ ਦਾ ਦਾਨ ਦੇਣ ਵਾਲੀ ਹੈ। ਇਹ ਸਿਮਰਨ ਹੀ ਹੈ ਜੋ ਸਾਰੇ ਸੁੱਖਾਂ ਦੇ ਦਾਨ ਨੂੰ ਪ੍ਰਦਾਨ ਕਰਨ ਵਾਲੀ ਕਿਰਿਆ ਹੈ। ਸਤਨਾਮ ਦਾ ਸਿਮਰਨ ਹੀ ਜਿਹੜਾ ਹੈ ਸਾਰੇ ਜਿਹੜਾ ਕਰਮਾਂ ਸਰ ਉੱਪਰ ਕਰਮ ਹੈ, ਸੋ ਇਹੀ ਤੂੰ ਕਰਨਾ ਹੈ। ਕਰ ਆਹਾਰ ਕੋ ਹੇਤ ਖੁਦਾਏ। ਦੇਖੋ ਕਰ ਆਹਾਰ ਤੂੰ ਲੰਗਰ ਲਾ, ਜਿਹੜੇ ਕਿ ਖੁਦਾ ਦੇ ਨਾਮ ਤੇ, ਪਰਮੇਸ਼ਰ ਦੇ ਨਾਮ ਤੇ ਤੂੰ ਲੰਗਰ ਤੋਰ, ਜਿਹੜਾ ਕਿ ਲੰਗਰ ਹਰ ਕੋਈ ਜਿਹੜਾ ਹੈ ਖਾ ਸਕਦਾ ਹੈ। ਜਿਹੜੇ ਲੰਗਰ ਜਿਹੜਾ ਹਨ ਕੋਈ ਜਿਹੜਾ ਹੈ ਵਰਨ ਧਰਮ ਨੂੰ ਦੇਖ ਕੇ ਨਾ ਕਿਸੇ ਨੂੰ ਦਿੱਤਾ ਜਾਵੇ, ਸਾਰਾ ਉਹ ਲੰਗਰ ਤੂੰ ਤੋਰਨਾ ਕਰ ਤੇ ਜਿਹੜੇ ਲੰਗਰ ਨੂੰ ਹਰ ਇੱਕ ਕੋਈ ਪ੍ਰਾਣੀ ਮਾਤਰ ਛਕ ਸਕਦਾ ਹੈ। ਦੇਸ ਆਪਣੇ ਦੇਗ ਚਲਾਏ। ਤੇ ਆਪਣੇ ਦੇਸ਼ ਵਿੱਚ ਤੂੰ ਦੇਗ ਚਲਾ, ਮਤਲਬ ਕਿ ਗੁਰੂ ਲੰਗਰ ਤੂੰ ਤੋਰਨਾ ਕਰ, ਗੁਰੂ ਦੇ ਨਾਂ ਤੇ, ਪਰਮੇਸ਼ਰ ਦੇ ਨਾਂ ਤੇ ਤੂੰ ਲੰਗਰ ਤੋਰ। ਭੁੱਖਾ ਰਹਿਣ ਨਾ ਕੋ ਪਾਵੇ। ਦੇਖੋ ਤੇਰੇ ਮੁਲਕ ਵਿੱਚ ਜਾਂ ਕੋਈ ਅਤਿਥੀ ਜਿਹੜਾ ਤੇਰੇ ਮੁਲਕ ਵਿੱਚ ਆਉਂਦਾ, ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ। ਬਸਤਰ ਸੋ ਦੇਹੋ ਨਗਰ ਜੋ ਆਵੇ। ਤੇ ਜੇ ਕੋਈ ਨੰਗਾ ਆਉਂਦਾ ਹੈ ਜਾਂ ਜਿਹਦੇ ਕੋਲ ਬਸਤਰ ਨਹੀਂ, ਕੱਪੜੇ ਨਹੀਂ, ਉਹਨੂੰ ਕੱਪੜੇ ਵੀ ਤੂੰ ਦੇ, ਉਹਦੀ ਲੋੜ ਨੂੰ ਤੂੰ ਪੂਰੀ ਕਰ ਤੇ ਉਹਨੂੰ ਧਰਮਸ਼ਾਲਾ ਬਣਾ ਕੇ ਉਹਨੂੰ ਰੱਖਣਾ ਵੀ ਕਰ, ਇਹ ਵੀ ਪ੍ਰਬੰਧ ਤੂੰ ਸਾਰਾ ਕਰ। ਅੱਜ ਜਕੇ ਪਰਵਰਸ ਕਰੀਜੈ। ਕਹਿੰਦੇ ਗਰੀਬਾਂ ਦੀ ਪਰਵਰਿਸ਼ ਕਰ, ਗਰੀਬਾਂ ਨੂੰ ਪਾਲਣਾ ਕਰ। ਕਲਮਲ ਕਰਨੇ ਸਭ ਤਜ ਦੀਜੈ। ਤੇ ਸਾਰੇ ਪਾਪ ਕਰਮ ਜਿਹੜੇ ਹਨ ਇਹਨਾਂ ਨੂੰ ਤਿਆਗ ਦੇ,
ਇਹਨਾਂ ਨੂੰ ਨਾ ਤੂੰ ਮੁੜ ਕੇ ਕਰਨਾ ਕਰ। ਮਾਨ ਬਚਨ ਕੀਨੋ ਸੋ ਕਾਮੋ। ਸੋ ਰਾਜਾ ਲਾਜਵਰਦ ਜਿਹੜਾ ਹੈ, ਇਸਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨ ਲਏ। ਸਿਮਰਨ ਕਰਨ ਲਗਾ ਸਤਨਾਮੋ। ਉਹ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਰਾਜਾ। ਸਤਿਗੁਰਾਂ ਨੇ ਉਹਨੂੰ ਸਿੱਖੀ ਬਖਸ਼ਿਆ ਕੀਤੀ। ਪੀਰ ਕਰਿਓ ਸ੍ਰੀ ਨਾਨਕ ਤਾਹੀ। ਦੇਖੋ ਸਤਿਗੁਰਾਂ ਨੂੰ ਆਪਣਾ ਪੀਰ ਬਣਾ ਲਿਆ ਉਸ ਲਾਜਵਰਦ ਨੇ, ਤੇ ਮਹਾਰਾਜ ਨੂੰ ਆਪਣਾ ਪੀਰ ਬਣਾਇਆ। ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਬਣਾ ਲਿਆ ਉਸਨੇ। ਭਇਓ ਮੁਰੀਦ ਸੇਵ ਚਿਤ ਚਾਹੀ। ਤੇ ਆਪ ਮੁਰੀਦ ਸੇਵਕ ਬਣ ਕੇ ਰਾਜਾ ਲਾਜਵਰਦ ਜਿਹੜਾ ਹੈ ਸੇਵਾ ਵਿੱਚ ਲੱਗ ਗਿਆ। ਹੁਣ ਚਿੱਤ ਚਾਹੀ, ਚਿੱਤ ਵਿੱਚ ਇਹੀ ਹੈ ਕਿ ਮੈਂ ਵੱਧ ਤੋਂ ਵੱਧ ਸਤਿਗੁਰਾਂ ਦੀ ਸੇਵਾ ਕਰਾਂ। ਕੇਤਕ ਦਿਵਸ ਬਸੇ ਤਿਹ ਪੁਰ ਮੈਂ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਕੁ ਦਿਨ ਉੱਥੇ ਹਬਸ਼ ਦੇਸ਼ ਵਿੱਚ ਮਹਾਰਾਜ ਜੀ ਰਹੇ। ਪਸਰਿਓ ਸੁਜਸ ਸਰਬ ਘਰ ਘਰ ਮੈਂ। ਮਹਾਰਾਜ ਦਾ ਜਸ ਜਿਹੜਾ ਪ੍ਰੇਸ ਹੈ, ਗਲੋਰੀ ਜਿਹੜੀ ਹੈ, ਹਰ ਇੱਕ ਘਰ ਘਰ ਦੇ ਵਿੱਚ ਫੈਲੀ। ਘਰ ਘਰ ਵਿੱਚ ਸਤਿਗੁਰਾਂ ਦੀ ਪੂਜਾ ਹੋਣ ਲੱਗੀ। ਹੋਵਨ ਲੱਗੀ ਅਤਿਥ ਕੀ ਸੇਵਾ। ਉੱਥੇ ਜਿਹੜਾ ਹੈ ਹਬਸ਼ ਮੁਲਕ ਦੇ ਵਿੱਚ ਜਿੱਥੇ ਗਰੀਬਾਂ ਨੂੰ ਮਾਰਿਆ ਜਾਂਦਾ ਸੀ, ਉੱਥੇ ਹੀ ਹੁਣ ਸਾਰੇ ਗਰੀਬਾਂ ਦੀ ਅਤਿਥਾਂ ਦੀ ਸੇਵਾ ਹੋਣ ਲੱਗ ਪਈ। ਉੱਥੇ ਹੁਣ ਸੁੱਖ ਜਿਹੜਾ ਹੈ ਸਾਰਿਆਂ ਨੂੰ ਮਿਲਣ ਲੱਗਿਆ। ਜਪਹਿ ਨਾਮ ਸ੍ਰੀ ਅਲਖ ਅਭੇਵਾ। ਤੇ ਸਾਰੇ ਜੋ ਪਰਮੇਸ਼ਰ ਦਾ ਨਾਮ ਹੈ, ਜੋ ਅਲਖ ਹੈ, ਜੋ ਭੇਦ ਤੋਂ ਰਹਿਤ ਹੈ, ਉਹ ਜਿਹੜਾ ਹੈ ਲੱਖਣ ਤੋਂ ਪਰੇ, ਜਾਣਨ ਤੋਂ ਪਰੇ ਜੋ ਪਰਮੇਸ਼ਰ ਦਾ ਨਾਮ ਹੈ, ਉਹਨੂੰ ਸਾਰੇ ਜਪਣ ਲੱਗੇ। ਇੱਕ ਦਿਵਸ ਬੈਠੇ ਜਗ ਸਾਈਂ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਬੈਠੇ। ਸ੍ਰੀ ਅੰਗਦ ਮੈਂ ਗਿਰਾ ਅਲਾਈ। ਭਾਈ ਬਾਲਾ ਜੀ ਕਹਿੰਦੇ ਹਨ, ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੁਝ ਬੇਨਤੀ ਕੀਤੀ। ਰਾਮਚੰਦਰ ਸ੍ਰੀ ਪ੍ਰਭ ਅਵਤਾਰਾ। ਕਹਿੰਦੇ ਮੈਂ ਇਹ ਬੇਨਤੀ ਕੀਤੀ, ਹੇ ਸ੍ਰੀ ਪ੍ਰਭ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜੋ ਰਾਮਚੰਦਰ ਜੀ ਅਵਤਾਰ ਹੋਏ ਹਨ ਵਿਸ਼ਨੂੰ ਦੇ, ਦੈਂਤਨ ਕੋ ਕੁਲ ਜਾਹੇ ਸੰਘਾਰਾ। ਉਹਨਾਂ ਨੇ ਦੈਂਤਾਂ ਦੀਆਂ ਕੁੱਲਾਂ ਦਾ ਸੰਘਾਰ ਕੀਤਾ। ਦੈਂਤਾਂ ਦੀਆਂ ਜਿਹੜੇ ਡੀਮਨਸ ਹਨ, ਉਹਨਾਂ ਦੇ ਜਿਹੜੇ ਹਨ ਕੁੱਲਾਂ ਦਾ ਜਿਨ੍ਹਾਂ ਨੇ ਨਾਸ ਕੀਤਾ। ਲੰਕਾ ਹੋਤੇ ਉਦਦ ਕੇ ਮਾਹੀ। ਮਹਾਰਾਜ ਮੈਂ ਸੁਣਿਆ ਹੈ ਕਿ ਲੰਕਾ ਇੱਕ ਆਈਲੈਂਡ ਜਾਂ ਇੱਕ ਟਾਪੂ ਹੈ ਜਿਹੜਾ ਕਿ ਸਮੁੰਦਰ ਦੇ ਵਿੱਚ ਹੈ। ਮਾਰਗ ਜਾਣ ਤਹਾਂ ਕੋ ਨਾਹੀ। ਮਹਾਰਾਜ ਲੰਕਾ ਨੂੰ ਜਾਣ ਦਾ ਕੋਈ ਰਸਤਾ ਨਹੀਂ ਹੈ, ਕਿਉਂਕਿ ਦੈਂਤ ਜਿਹੜੇ ਸਨ ਉੱਡ ਕੇ ਹੀ ਜਾਂਦੇ ਸਨ ਹਵਾ ਵਿੱਚ। ਸੋ ਇਸ ਤਰ੍ਹਾਂ ਕਰਕੇ ਕੋਈ ਮਨੁੱਖਾਂ ਵਾਸਤੇ ਰਸਤਾ ਨਹੀਂ ਬਣਿਆ ਸੀ ਉੱਥੇ ਪਹੁੰਚਣ ਦਾ। ਗਿਰਤ ਰਾਏ ਤਹ ਸੇਤ ਬੰਧਾਵਾ। ਤੇ ਗਿਰਤ ਰਾਏ ਕਹਿ ਲਗੇ ਉਸ ਜਿਹੜੇ ਹਨ ਲੰਕਾ ਨੂੰ ਜਾਣ ਵਾਸਤੇ ਰਾਮਚੰਦਰ ਜੀ ਨੇ ਉੱਥੇ ਪੱਥਰਾਂ ਦਾ ਇੱਕ ਪੁਲ ਬਣਾਇਆ, ਇੱਕ ਬ੍ਰਿਜ ਬਣਾਇਆ, ਪੱਥਰਾਂ ਨੂੰ ਤਾਰਿਆ ਸਮੁੰਦਰ ਦੇ ਉੱਤੇ। ਸੋ ਉਹ ਜਿਹੜਾ ਕਾਰਜ ਰਾਮਚੰਦਰ ਨੇ ਕੀਤਾ ਤੇ ਐਸੀ ਬ੍ਰਿਜ ਬਣਾਈ ਰਾਮਚੰਦਰ ਨੇ। ਸਭ ਕੱਪ ਕੱਟ ਕਪਾਰ ਸੋ ਲੰਘਾਵਾ। ਤੇ ਰਾਮਚੰਦਰ ਨੇ ਆਪਣੀਆਂ ਫੌਜਾਂ ਜਿਹੜੀਆਂ ਵਾਨਰ ਫੌਜਾਂ ਸਨ, ਜਿਹੜੀਆਂ ਬਾਂਦਰ ਸੈਨਾ ਸਨ, ਉਹ ਸਾਰੀਆਂ ਜਿਹੜੀਆਂ ਹਨ ਮੇਨਲੈਂਡ ਤੋਂ ਉਹਨਾਂ ਨੇ ਲੰਕਾ ਤੱਕ ਉਹੀ ਬ੍ਰਿਜ ਨੂੰ ਵਰਤ ਕਰਕੇ ਉੱਥੇ ਪਹੁੰਚੇ ਹਨ। ਹੈ ਅਵਲੋਕਨ ਲਾਲਸ ਮੋਹੀ। ਕਹਿਣਗੇ ਹੈ ਅਵਲੋਕਨ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਮੈਨੂੰ ਇਹ ਲੰਕਾ ਦੇਖਣ ਦਾ ਜਿਹੜਾ ਮੇਰੇ ਮਨ 'ਚ ਇੱਛਾ ਹੈ, ਲਾਲਸ ਹੈ। ਕਿਰਪਾ ਧਾਰ ਦਿਖਰਾਵ ਹੋ ਉਹੀ। ਕਿਰਪਾ ਕਰਕੇ ਮੈਨੂੰ ਉਹ ਲੰਕਾ ਦਿਖਾ ਦਿਓ ਸਤਿਗੁਰੂ ਜੀ। ਸੁਣ ਕੇ ਬੋਲੇ ਪਰਮ ਕਿਰਪਾਲਾ। ਇਹ ਮੇਰੀ ਬੇਨਤੀ ਨੂੰ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਕਿਰਪਾ ਦੇ ਘਰ ਹਨ। ਤੁਮਰਾ ਕਹਿਓ ਕਰੋ ਹਾਂ ਬਾਲਾ। ਮਹਾਰਾਜ ਨੇ ਕੀ ਬਚਨ ਕੀਤਾ, ਕਹਿੰਦੇ ਹੇ ਬਾਲਾ, ਜੋ ਤੂੰ ਕਹੇਗਾ ਅਸੀਂ ਕਰਾਂਗੇ, ਤੇਰਾ ਕਿਹਾ ਨਹੀਂ ਅਸੀਂ ਮੋੜਦੇ। ਵਿਦਾ ਭਏ ਤਿੰਨ ਤੇ ਬਰੇ ਆਏ। ਮਹਾਰਾਜ ਜੋਰੋ ਜਰਬੀ ਹਬਸ਼ੀ ਦੇਸ਼ ਵਿੱਚੋਂ ਸਤਿਗੁਰਾਂ ਨੇ ਵਿਦਾਇਗੀ ਲਈ। ਮਹਾਰਾਜ ਜੀ ਉੱਥੋਂ ਅੱਗੇ ਤੁਰ ਪਏ। ਹੁਣ ਤਤ ਛਿਨ ਗਮਨ ਕੀਨ ਗਤ ਦਾਈ। ਤਤ ਛਿਨ ਉਸੇ ਵੇਲੇ ਸਤਿਗੁਰਾਂ ਨੇ ਜਾਣ ਦੀ ਤਿਆਰੀ ਕਰ ਲਈ ਤੇ ਹਬਸ਼ ਦੇਸ਼ ਤੋਂ ਨਿਕਲ ਕਰਕੇ ਸਤਿਗੁਰੂ ਜੋ ਗਤ ਮੁਕਤੀ ਨੂੰ ਦੇਣ ਵਾਲੇ ਹਨ, ਕਹਿੰਦੇ ਮੈਂ ਤੇ ਭਾਈ ਮਰਦਾਨਾ ਉਹਨਾਂ ਦੇ ਨਾਲ ਹਾਂ। ਪੂਰਨ ਪਹੁੰਚੇ ਸਾਗਰ ਤੀਰੰਗ। ਕਹਿੰਦੇ ਅਸੀਂ ਉੱਥੇ ਪਹੁੰਚੇ ਜਿੱਥੇ ਸਾਗਰ ਤੀਰੰਗ, ਜਿੱਥੇ ਸਾਗਰ ਦਾ ਕੰਢਾ ਹੈ, ਜਿੱਥੇ ਧਰਤੀ ਮੁਕਦੀ ਹੈ ਤੇ ਸਮੁੰਦਰ ਸ਼ੁਰੂ ਹੁੰਦਾ ਹੈ। ਬੈਠ ਗਏ ਤਹ ਗੁਣੀ ਗਹੀਰੰ। ਸਤਿਗੁਰੂ ਜੀ ਆਪ ਉਸ ਤੱਟ ਤੇ, ਸਮੁੰਦਰ ਦੇ ਤੱਟ ਤੇ ਜਾ ਬੈਠੇ। ਜੋ ਗੁਣੀ ਗਹੀਰੰ, ਗੁਣਾ ਬਹੁਤ ਡੂੰਘੇ ਗੁਣਾ ਵਾਲੇ ਹਨ, ਵੱਡੇ ਗੁਣਾ ਵਾਲੇ। ਜਹ ਰਗਬੀਰ ਸੇਤ ਬੰਧਵਾਇਓ। ਉਹ ਉਹੀ ਤੱਟ ਸੀ ਜਿੱਥੋਂ ਰਾਮਚੰਦਰ ਜੀ ਨੇ, ਜੋ ਰਗਬੀਰ ਹੈ,
ਉਹਨਾਂ ਨੇ ਇਹ ਸੇਤ ਬ੍ਰਿਜ ਬਣਾਇਆ ਸੀ ਲੰਕਾ ਨੂੰ ਜਾਣ ਵਾਸਤੇ। ਏਕ ਲਿੰਗ ਸਿਵ ਤਹਾਂ ਸੁਹਾਇਓ। ਉੱਥੇ ਉਹ ਕੀ ਦੇਖਦੇ ਹਨ ਭਾਈ ਬਾਲਾ ਤੇ ਭਾਈ ਮਰਦਾਨਾ ਜੀ? ਉੱਥੇ ਇੱਕ ਸ਼ਿਵਲਿੰਗ ਬਣਿਆ ਹੋਇਆ ਹੈ। ਤੇ ਬਿਲੋਕ ਬੋਲਿਓ ਮਰਦਾਨਾ। ਉਹ ਸ਼ਿਵਲਿੰਗ ਵੱਲ ਦੇਖ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ, ਕਿਸ ਪ੍ਰਕਾਰ ਸ਼ਿਵਲਿੰਗ ਸਥਾਨਾ। ਮਹਾਰਾਜ ਇਹ ਜਿਹੜਾ ਸ਼ਿਵਲਿੰਗ ਇੱਥੇ ਕਿਉਂ ਪਿਆ ਹੈ? ਇਹ ਸ਼ਿਵਲਿੰਗ ਜਿਹੜਾ ਹੈ ਇਹ ਅਸਥਾਨ ਸ਼ਿਵਲਿੰਗ ਵਾਸਤੇ ਕਿਹਨੇ ਬਣਾਇਆ? ਕਿਵੇਂ ਬਣਿਆ ਇੱਥੇ? ਕਿਹਨੇ ਨੇ ਇਹ ਸਥਾਪਨ ਕੀਨੋ। ਕਿਹਨੇ ਇਹ ਬਣਾਇਆ ਇੱਥੇ? ਕਿਹਨੇ ਸਥਾਪਨਾ ਕੀਤੀ ਸ਼ਿਵਲਿੰਗ ਦੀ ਇੱਥੇ? ਮਹਾ ਮਹਾਤਮ ਪੂਜਨ ਦੀਨੋ। ਕਹਿਣਗੇ ਮਹਾ ਮਹਾਤਮ ਪੂਜਨ ਦੀਨੋ। ਕਹਿਣਗੇ ਕਿਹਦੀ ਪੂਜਾ ਵਾਸਤੇ? ਕਿਹਨੇ ਇੱਥੇ ਪੂਜਾ ਕੀਤੀ ਹੈ ਜੀ? ਕਿਹਨੇ ਇੱਥੇ ਕੋਈ ਵਰ ਮੰਗਿਆ ਹੋਵੇਗਾ ਜਿਹਦੇ ਕਰਕੇ ਸ਼ਿਵਲਿੰਗ ਦੀ ਸਥਾਪਨਾ ਹੋਈ ਹੈ? ਸਰਬ ਸੁਨਾਵੋ ਮੁਝੇ ਪ੍ਰਸੰਗਾ। ਭਾਈ ਮਰਦਾਨੇ ਨੇ ਪੁੱਛਿਆ ਸਤਿਗੁਰਾਂ ਨੂੰ, ਮਹਾਰਾਜ ਇਹ ਸਾਰਾ ਪ੍ਰਸੰਗ ਮੈਨੂੰ ਸੁਣਾਉਣਾ ਕਰੋ ਵੀ ਸ਼ਿਵਲਿੰਗ ਕਿਵੇਂ ਇੱਥੇ ਪਹੁੰਚਿਆ। ਭੂਤ ਭਵਿੱਖ ਲਖਿਓ ਸਰਬੰਗਾ। ਮਹਾਰਾਜ ਤੁਸੀਂ ਪਾਸ ਐਂਡ ਫਿਊਚਰ ਨੂੰ ਜਾਣਨ ਵਾਲੇ ਹੋ। ਸਾਰੇ ਜਿਹੜੇ ਹਨ ਡਿਟੇਲ ਤੁਹਾਨੂੰ ਜਿਹੜੇ ਹਨ ਜ਼ਾਹਰ ਹਨ, ਤੁਸੀਂ ਸਭ ਕੁਝ ਜਾਣਨ ਵਾਲੇ ਹੋ। ਦੋਹਰਾ ਸ੍ਰੀ ਨਾਨਕ ਬੋਲੇ ਬਚਨ ਸੁਨ ਮਰਦਾਨੇ ਗਾਥ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਕਹਿੰਦੇ ਮਰਦਾਨਿਆ ਉਹ ਕਥਾ ਹੁਣ ਸੁਣ ਤੂੰ। ਰਾਮਚੰਦਰ ਆਏ ਇਹਾਂ ਬਾਂਦਰ ਦਲ ਲੈ ਸਾਥ। ਕਹਿਣਗੇ ਉਹ ਸਮਾਂ ਸੀ ਤ੍ਰੇਤੇ ਯੁੱਗ ਦੇ ਵਿੱਚ ਜਦੋਂ ਰਾਮਚੰਦਰ ਜੀ ਆਪਣੀ ਬਾਂਦਰ ਦੀ ਸੈਨਾ ਲੈ ਕੇ ਇੱਥੇ ਪਹੁੰਚੇ ਸਨ ਲੰਕਾ ਤੇ ਧਾਵਾ ਕਰਨ ਵਾਸਤੇ। ਚੌਪੇ ਉਦਤ ਬਿਲੋਕਤ ਹਿਰਦੈ ਵਿਚਾਰਾ। ਕਹਿਣਗੇ ਉਦਤ ਜਦੋਂ ਉਹਨਾਂ ਨੇ ਸਮੁੰਦਰ ਵੱਲ ਦੇਖਿਆ ਧਰਤੀ ਮੁੱਕ ਗਈ ਤੇ ਉਦਤ ਸਮੁੰਦਰ ਨੂੰ ਦੇਖਿਆ ਕਿ ਸਮੁੰਦਰ ਬਹੁਤ ਵੱਡਾ ਹੈ ਤੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਰਾਮਚੰਦਰ ਜੀ ਨੇ। ਇਸਕੇ ਜਾਵਹਿ ਕਹਿ ਬਿਦ ਪਾਰਾ। ਤੇ ਉਸ ਵੇਲੇ ਇਹ ਵਿਚਾਰ ਕਰਨ ਲੱਗੇ ਕਿ ਇਸ ਨੂੰ ਆਪਾਂ ਕਿਵੇਂ ਪਾਰ ਕਰੀਏ, ਫੌਜ ਨੂੰ ਇਸ ਕੰਢੇ ਤੋਂ ਲੈ ਕੇ ਲੰਕਾ ਤੱਕ ਕਿਵੇਂ ਪਹੁੰਚਾਈਏ, ਸਮੁੰਦਰ ਤੋਂ ਕਿਵੇਂ ਪਾਰ ਕੀਤਾ ਜਾਵੇ। ਸਭ ਮਿਲ ਕਹਿਓ ਬੰਧਾਵੋ ਸੇਤਾ। ਸਾਰਿਆਂ ਨੇ ਇੱਕੋ ਸਲਾਹ ਦਿੱਤੀ ਰਾਮਚੰਦਰ ਜੀ ਨੂੰ ਕਿ ਇੱਥੇ ਆਪਾਂ ਇੱਕ ਬ੍ਰਿਜ ਬਣਾ ਦਈਏ, ਇੱਕ ਜਿਹੜਾ ਪੁੱਲ ਬਣਾ ਦਈਏ। ਮਾਨ ਲੀਨ ਅਸ ਰਗ ਕੁਲ ਕੇਤਾ। ਜੋ ਰਘੂ ਕੁਲ ਦੇ ਜਿਹੜੇ ਹਨ ਕੇਤਾ ਰਾਜੇ ਹਨ, ਰਾਮਚੰਦਰ ਜੀ ਨੇ ਗੱਲ ਮੰਨ ਲਈ। ਪ੍ਰਥਮੇ ਸਿਵ ਕੀ ਪੂਜਾ ਕੀਨੀ। ਸਭ ਤੋਂ ਪਹਿਲਾਂ ਰਾਮਚੰਦਰ ਨੇ ਉੱਥੇ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣਾ ਇਸ਼ਟ ਜੋ ਸ਼ਿਵ ਜੀ ਹੈ ਉਹਦੀ ਜਿਹੜੀ ਉੱਥੇ ਪੂਜਾ ਕੀਤੀ। ਪੁਲ ਬਾਂਧਨ ਪੁਨ ਆਇਸ ਦੀਨੀ। ਦੇਖੋ ਉੱਥੇ ਸ਼ਿਵਲਿੰਗ ਦੀ ਸਥਾਪਨਾ ਜਿਹੜੀ ਹੈ ਉਹ ਰਾਮਚੰਦਰ ਨੇ ਆਪ ਕੀਤੀ। ਆਪ ਉੱਥੇ ਸ਼ਿਵਲਿੰਗ ਰੱਖ ਕੇ ਤੇ ਉਹਦੀ ਪੂਜਾ ਪਹਿਲਾਂ ਕੀਤੀ, ਫੇਰ ਹੀ ਕਾਰਜ ਸ਼ੁਰੂ ਕੀਤਾ। ਪੁੰਨ ਬੰਧਨ ਪੁੰਨ ਆਇਸ ਦੀਨ, ਕਹਿੰਦੇ ਫੇਰ ਉਹਨਾਂ ਨੇ ਉਹ ਪੁੱਲ ਬੰਨਣ ਦੀ ਜਿਹੜੀ ਹੈ ਆਗਿਆ ਕੀਤੀ। ਜਿਹੜਾ ਹਨ ਇਹੀ ਮਰਿਆਦਾ ਜਿਹੜੇ ਹਨ ਪ੍ਰਥਮ ਕਾਲ ਤੋਂ ਚੱਲੀ ਆਉਂਦੀ ਹੈ। ਜਿਵੇਂ ਕੋਈ ਸਿੱਖ ਹੈ ਜਦੋਂ ਉਹਨੇ ਕੋਈ ਕਾਰਜ ਕਰਨਾ ਉਹ ਗੁਰੂ ਅੱਗੇ ਅਰਦਾਸ ਕਰਦਾ ਹੈ, ਅਰਦਾਸ ਕਰਕੇ ਹੀ ਕਾਰਜ ਸ਼ੁਰੂ ਕੀਤਾ ਜਾਂਦਾ ਹੈ। ਮਰਿਆਦਾ ਤਾਂ ਇਹ ਹੈ ਕਿ ਅਰਦਾਸ ਕਰਨੀ ਤੇ ਸਤਿਗੁਰਾਂ ਦਾ ਜਿਹੜਾ ਕੜਾ ਪ੍ਰਸ਼ਾਦ ਦੇਗ ਦੀ ਭੇਟਾ ਦੇਣੀ, ਫੇਰ ਜਾ ਕੇ ਕਾਰਜ ਸ਼ੁਰੂ ਕੀਤਾ ਜਾਂਦਾ ਹੈ। ਸੋ ਇਹ ਮਰਿਆਦਾ ਬੜੀ ਪੁਰਾਤਨ ਹੈ। ਕਾਜ ਕਰਨ ਤੇ ਜੌਨ ਅਗਾਰੇ। ਕਹਿਣ ਲੱਗੇ ਜੋ ਕਾਰਜ ਕਰਨ ਤੋਂ ਅੱਗੇ ਜੋ ਵੀ ਕੋਈ ਗੁਰ ਪੂਜ ਹੈ ਹੋਇ ਪੁਰਖ ਸੁਖਾਰੇ। ਜੋ ਆਪਣੇ ਇਸ਼ਟ ਦੀ ਪੂਜਾ ਕਰਦਾ ਹੈ, ਮਤਲਬ ਕੋਈ ਵੀ ਜੇ ਕਾਰਜ ਸ਼ੁਰੂ ਕਰਨਾ ਹੈ ਤੇ ਕਹਿੰਦੇ ਆਪਣੇ ਇਸ਼ਟ ਦੇਵ ਦੀ ਪੂਜਾ ਕਰਨੀ ਬਹੁਤ ਜ਼ਰੂਰੀ ਹੈ। ਆਪਣੇ ਇਸ਼ਟ ਦੇਵ ਅੱਗੇ ਬੇਨਤੀ ਕਰਕੇ ਹੀ ਕਾਰਜ ਸ਼ੁਰੂ ਕਰਨਾ ਚਾਹੀਦਾ ਹੈ। ਤੇ ਉਸ ਵੇਲੇ ਰਾਮਚੰਦਰ ਦਾ ਇਸ਼ਟ ਕੌਣ ਸੀ? ਸ਼ਿਵ ਜੀ ਸੀਗਾ। ਇਸ ਕਰਕੇ ਉਹਨਾਂ ਨੇ ਉਹਨਾਂ ਦੀ ਪੂਜਾ ਕੀਤੀ। ਤਬ ਕੋ ਇਹ ਸ਼ਿਵਲਿੰਗ ਸੁਹਾਵਾ। ਕਹਿੰਦੇ ਉਦੋਂ ਤੋਂ ਲੈ ਕੇ ਹੁਣ ਤੱਕ ਤ੍ਰੇਤੇ ਯੁੱਗ ਦਾ ਇਹ ਸਥਾਪਨਾ ਕੀਤਾ ਹੋਇਆ ਸ਼ਿਵਲਿੰਗ ਇੱਥੇ ਹੀ ਹੈ। ਰਗਬਰ ਕੀਨ ਸਥਾਪਨ ਭਾਵਾ। ਤੇ ਆਪ ਰਗਬਰ ਜਿਹੜਾ ਰਾਮਚੰਦਰ ਜੀ ਨੇ ਆਪ ਇੱਥੇ ਸਥਾਪਨਾ ਕੀਤੀ ਆਪਣੇ ਹੱਥੀਂ। ਪਾਹਨ ਪਰ ਲਿਖ ਕਰ ਨਿਜ ਨਾਮੂ। ਦੇਖੋ ਪਾਹਨ ਪਰ, ਫੇਰ ਨਲ ਤੇ ਨੀਲ ਜਿਹੜਾ ਹਨ ਉਹਨਾਂ ਨੂੰ ਜਿਹੜਾ ਹੈ ਇਹ ਵਰ ਮਿਲਿਆ ਹੋਇਆ ਸੀਗਾ ਕਿ ਉਹਨਾਂ ਦੇ ਹੱਥ ਵਿੱਚੋਂ ਛੁੱਟੀ ਹੋਈ ਚੀਜ਼ ਜਾਂ ਸੱਟੀ ਹੋਈ ਚੀਜ਼ ਸਮੁੰਦਰ ਪਾਣੀ ਵਿੱਚ ਕਿਤੇ ਡੁੱਬੇਗੀ ਨਹੀਂ। ਉਹਨਾਂ ਦੇ ਹੱਥੀਂ ਜਿਹੜਾ ਹੈ ਉਹ ਸਾਗਰ ਤੇ ਪੱਥਰ ਉਹਨਾਂ ਨੂੰ ਜਿਹੜਾ ਹਨ ਟਿਕਾਉਣੇ ਕੀਤੇ, ਪਰ ਉਹ ਪੱਥਰ ਜਿਹੜੇ ਹਨ ਖਿਲਰੀ ਜਾਂਦੇ ਸਨ। ਫਿਰ ਰਾਮਚੰਦਰ ਜੀ ਨੇ ਉਹ ਇਹ ਕਿਹਾ ਕਿ ਇੱਕ ਪੱਥਰ ਤੇ ਰਾਰਾ ਲਿਖ ਦਿਓ, ਇੱਕ ਤੇ ਮੰਮਾ ਲਿਖ ਦਿਓ, ਸੋ ਰਾਮ। ਸੋ ਉਸ ਕਰਕੇ ਜਿਹੜਾ ਹੈ ਤੇ ਰਾਰਾ ਤੇ ਮੰਮਾ ਵਾਲੇ ਜਿਹੜੇ ਪੱਥਰ ਸਨ ਉਹ ਜੁੜ ਜਾਂਦੇ ਸਨ, ਇੱਕ ਦੂਜੇ ਨਾਲ ਜੁੜ ਕੇ ਉਹ ਪੱਥਰਾਂ ਦਾ ਫਿਰ ਬ੍ਰਿਜ ਬਣਿਆ ਐਸਾ। ਸੇਤ ਬਾਂਧ ਲੀਨੋ ਅਬਿਰਾਮੂ। ਸੋ ਇਸ ਪ੍ਰਕਾਰ ਕਰਕੇ ਰਾਮਚੰਦਰ ਨੇ ਉਹ ਪੱਥਰਾਂ ਦਾ ਬ੍ਰਿਜ ਬਣਾ ਲਿਆ, ਲੂਸ ਪੱਥਰਾਂ ਦਾ ਇੱਕ ਬ੍ਰਿਜ ਚੰਗਾ ਬਣਾ ਲਿਆ। ਮਰਦਾਨਾ ਕਹੈ ਭਾ ਸੰਦੇਹੂ। ਤੇ ਭਾਈ ਮਰਦਾਨੇ ਨੂੰ ਹੁਣ ਥੋੜਾ ਜਿਹਾ ਸ਼ੰਕਾ ਹੋਇਆ।
ਸ਼ੰਕਾ ਕੀ ਹੋਇਆ, ਉਹਨਾਂ ਦੇ ਮਨ ਵਿੱਚ ਕੁਝ ਕੁ ਸਵਾਲ ਉੱਠਿਆ ਭਾਈ ਮਰਦਾਨੇ ਦੇ। ਕਿਉ ਰਘਬੀਰ ਕੀਨ ਕ੍ਰਿਤ ਇਹੋ, ਕਹਿਣ ਲੱਗੇ ਰਘਬੀਰ ਨੇ ਐਸਾ ਕਿਉਂ ਕੀਤਾ, ਕਿਉਂ ਰਾਮਚੰਦਰ ਨੇ ਐਸਾ ਕੀਤਾ? ਸਰਬ ਭਾਂਤ ਸਮਰੱਥ ਗੁਸਾਈ, ਕਿਉਂਕਿ ਉਹ ਆਪ ਵਿਸ਼ਨੂੰ ਦਾ ਅਵਤਾਰ ਸੀਗਾ ਤੇ 14 ਕਲਾ ਉਹ ਸੰਪੂਰਨ ਸੀਗਾ ਰਾਮਚੰਦਰ ਜੀ, ਸਾਰੀਆਂ ਸ਼ਕਤੀਆਂ ਤਾਂ ਉਹਦੇ ਕੋਲ ਵੀ ਸੀਗੀਆਂ। ਉਹਨੂੰ ਸ਼ਿਵ ਜੀ ਦੀ ਪੂਜਾ ਕਰਨ ਦੀ ਕੀ ਲੋੜ ਸੀਗੀ? ਉਹਨੇ ਕਿਉਂ ਸ਼ਿਵ ਜੀ ਦੀ ਪੂਜਾ ਕੀਤੀ? ਆਪ ਹੋਤੇ ਠਾਂਡੇ ਜਿਹੇ ਥਾਈ, ਦੇਖੋ ਜਿਹੜਾ ਆਪ ਰਾਮਚੰਦਰ ਜੀ ਖੜੇ ਸਨ ਜਿਹੜੇ ਕਾਰਜ ਨੂੰ ਕਰਾਉਣ ਵਾਸਤੇ, ਉਹਨਾਂ ਨੂੰ ਕੌਣ ਹਟਾ ਸਕਦਾ ਸੀਗਾ? ਉਹ ਤਾਂ ਆਪ ਅਵਤਾਰ ਸਨ ਤ੍ਰੇਤੇ ਯੁੱਗ ਦੇ। ਕਿਉ ਤਹ ਸਿਵ ਅਭਿਖੇਕਨ ਕੀਨਾ, ਹਾਂ, ਉਹਨਾਂ ਨੇ ਸ਼ਿਵ ਜੀ ਦੀ ਪੂਜਾ ਕਿਉਂ ਕੀਤੀ? ਸ਼ਿਵ ਜੀ ਤੋਂ ਜਿਹੜੇ ਹਨ ਆਗਿਆ ਕਾਰਜ ਸ਼ੁਰੂ ਕਰਨ ਦੀ ਕਿਉਂ ਮੰਗੀ, ਕਿਉਂ ਪੂਜਾ ਉਹਦੀ ਕੀਤੀ? ਜਿਵੇਂ ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਨੇ, ਉਵੇਂ ਸ਼ਿਵ ਜੀ ਵੀ ਇੱਕ ਅਵਤਾਰ ਜਿਹੜਾ ਹਨ ਇੱਕ ਦੇਵਤਾ ਹੀ ਹੈ। ਕਹਿੰਦੇ ਇਹਦੇ ਵਿੱਚ ਕੀ ਫਰਕ ਹੈ? ਇੱਕ ਸੰਸੈ ਮੁਝ ਇਹੋ ਪ੍ਰਬੀਨਾ, ਹੁਣ ਭਾਈ ਮਰਦਾਨਾ ਕਹਿੰਦਾ ਪਹਿਲਾ ਤਾਂ ਮੇਰਾ ਸੰਸਾ ਇਹ ਹੈ, ਨੰਬਰ 1 ਸੰਸਾ ਇਹ ਹੈ ਮੇਰਾ, ਆਪਣੋ ਲਿਖ ਕਰ ਨਾਮ ਬਹੋਰੀ। ਫਿਰ ਦੂਜਾ ਮੇਰਾ ਇਹ ਸ਼ੰਕਾ ਹੈ ਕਿ ਰਾਮਚੰਦਰ ਨੇ ਆਪਣਾ ਨਾਮ ਕਿਉਂ ਲਿਖਾਇਆ ਉਹ ਪੱਥਰਾਂ ਤੇ? ਤਾਰੇ ਪਾਹਨ ਰਾਖੇ ਜੋਰੀ, ਹਾਂ, ਕਹਿਣਗੇ ਫਿਰ ਉਹ ਪੱਥਰਾਂ ਨੂੰ ਤਾਰਨ ਵਾਸਤੇ ਤੇ ਜੋੜਨ ਵਾਸਤੇ ਆਪਣਾ ਨਾਮ ਕਿਉਂ ਲਿਖਾਇਆ? ਬਿਨਾਂ ਲਿਖਾਏ ਤੋਂ ਵੀ ਤਾਂ ਜੋੜ ਹੀ ਸਕਦੇ ਸਨ, ਸ਼ਕਤੀਆਂ ਦੇ ਮਾਲਕ ਸਨ ਉਹ। ਇਸ ਪ੍ਰਕਾਰ ਕਿਉਂ ਕੀਨ ਪ੍ਰਯਾਸਾ, ਸੋ ਉਹਨਾਂ ਨੇ ਇਸ ਤਰ੍ਹਾਂ ਦਾ ਯਤਨ ਕਿਉਂ ਕੀਤਾ ਰਾਮਚੰਦਰ ਨੇ? ਔਰ ਸੰਸੇ ਦਵੈ ਦੇਹੋ ਬਿਨਾਸਾ, ਇਹ ਦੋ ਮੇਰੇ ਡਾਊਟਸ ਹਨ, ਮੇਰੇ ਸੰਸ਼ੇ ਹਨ ਪਾਤਸ਼ਾਹ ਜੀ, ਇਹਨਾਂ ਨੂੰ ਨਿਵਰਤ ਕਰੋ। ਵੈ ਬਲਹੀਨੇ ਇਉ ਬਨ ਆਈ, ਕਹਿੰਦੇ ਦੇਖੋ ਹਵੈ ਬਲਹੀਨੇ ਇਉਂ ਬਨ ਆਈ, ਕਹਿਣ ਲੱਗੇ ਇਉਂ ਇਹਨਾਂ ਨੇ ਲੋਕਾਂ ਨੂੰ ਤਾਂ ਇਹ ਦਿਖਾਇਆ ਰਾਮਚੰਦਰ ਵੀ ਉਹਦੇ ਕੋਲ ਕੋਈ ਬਲ ਨਹੀਂ ਗਾ, ਹਰ ਇੱਕ ਚੀਜ਼ ਕਰਨ ਵਾਸਤੇ ਉਹਨਾਂ ਨੇ ਕੋਈ ਰੀਜ਼ਨ ਲੱਭੀ। ਹੁਣ ਜੇ ਪੁੱਲ ਬਣਾਉਣਾ ਤਾਂ ਸ਼ਿਵ ਜੀ ਨੂੰ ਵਡਿਆਈ ਦੇ ਦਿੱਤੀ, ਜੇ ਪੁੱਲ ਬਣਾਉਣਾ ਤਾਂ ਰਾਮ ਦਾ ਨਾਮ ਲਿਖ ਦਿੱਤਾ। ਕਹਿੰਦੇ ਐਸਾ ਉਹਨਾਂ ਨੇ ਕਿਉਂ ਕੀਤਾ? ਐਸਾ ਨਾ ਵੀ ਕਰ ਦਿੱਤਾ ਤਾਰ ਹੀ ਸਕਦੇ ਸਨ ਪੱਥਰਾਂ ਨੂੰ। ਅਪਰ ਅਲੰਬ ਪਾਏ ਕਰ ਜਾਏ, ਹਾਂ, ਕਹਿਣ ਲੱਗੇ ਕਿਉਂ ਉਹਨਾਂ ਨੂੰ ਜਿਹੜਾ ਹਨ ਐਕਸਟਰਨਲ ਸਪੋਰਟ ਦੀ ਲੋੜ ਪਈ ਰਾਮਚੰਦਰ ਨੂੰ? ਕਿਉਂਕਿ ਉਹ ਆਪ ਜਿਹੜਾ ਸ਼ਕਤੀਆਂ ਸੰਪੰਨ ਸਨ, ਉਹ ਆਪਣੇ ਵਿੱਚ ਉਹਨਾਂ 'ਚ ਸ਼ਕਤੀਆਂ ਸੀਗੀਆਂ, ਉਹਨਾਂ ਨੇ ਐਕਸਟਰਨਲ ਸਪੋਰਟ ਕਿਉਂ ਲਈ? ਕਿਉਂ ਸ਼ਿਵ ਜੀ ਦੀ ਪੂਜਾ ਕੀਤੀ? ਕਿਉਂ ਨਲ ਨੀਲ ਨੂੰ ਲੈ ਕੇ ਆਏ? ਕਿਉਂ ਇਹ ਸਾਰਾ ਜਿਹੜਾ ਅਡੰਬਰ ਕਿਉਂ ਕੀਤਾ? ਸੁਣ ਕਰ ਕਿਰਪਾ ਨਿਧਾਨ ਬਖਾਨਾ, ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਿਹਾ, ਉੱਤਰ ਸੁਨੋ ਕਾਨ ਮਰਦਾਨਾ, ਤੇ ਕਹਿੰਦੇ ਮਰਦਾਨਿਆ ਕੰਨ ਦੇ ਕੇ ਇਹ ਜਿਹੜਾ ਹਨ ਉੱਤਰ ਆਨਸਰ ਸੁਣੋ ਤੁਹਾਡੇ ਸੰਕਿਆਂ ਦਾ। ਭਗਤ ਨਾਮ ਕੀ ਵੱਡ ਵਡਿਆਈ, ਦੇਖੋ ਭਗਤ ਜਿਹੜੇ ਭਗਤ ਹਨ, ਭਗਤਾਂ ਦੀ ਵਡਿਆਈ ਵੱਡੀ ਹੈ, ਪਰ ਕਹਿੰਦੇ ਭਗਤਾਂ ਦੀ ਵਡਿਆਈ ਕਹਿੰਦੇ ਨਾਮ ਕੀ ਵੱਡ ਵਡਿਆਈ, ਭਗਤਾਂ ਦੀ ਤੇ ਨਾਮ ਦੀ ਵਡਿਆਈ। ਹੁਣ ਕਿਹਨੂੰ ਤੁਸੀਂ ਵੱਡਾ ਕਹੋਗੇ? ਕਿਹਦੀ ਵਡਿਆਈ ਵੱਡੀ ਹੈ, ਭਗਤ ਦੀ ਹੈ ਜਾਂ ਨਾਮ ਦੀ ਹੈ? ਸੁਰ ਨਰ ਸਭ ਮਹਿ ਆਪ ਰਖਾਈ, ਦੇਖੋ ਜਿਹੜਾ ਪਰਮੇਸ਼ਰ ਹੈ ਉਹਨੇ ਆਪਣੀ ਸ਼ਕਤੀ ਜਿਹੜੀ ਹੈ ਦੇਵਤਿਆਂ ਦੇ ਵਿੱਚ, ਮਨੁੱਖਾਂ ਦੇ ਵਿੱਚ, ਸਭ ਦੇ ਵਿੱਚ ਪਰਮਾਤਮਾ ਨੇ ਆਪਣੀ ਸ਼ਕਤੀ ਰੱਖੀ ਹੋਈ ਹੈ। ਅਲਟੀਮੇਟਲੀ ਤਾਂ ਸ਼ਕਤੀ ਸਾਰੀ ਪਰਮਾਤਮਾ ਦੀ ਹੀ ਹੈ। ਸਭ ਭਗਤਨ ਮਹਿ ਸੰਭ ਮਹਾਨਾ, ਕਹਿਣ ਲੱਗੇ ਸਾਰਿਆਂ ਭਗਤਾਂ ਦੇ ਵਿੱਚੋਂ ਸ਼ਿਵ ਜੀ ਨੂੰ ਮਹਾਨ ਮੰਨਿਆ ਜਾਂਦਾ ਸੀ ਉਸ ਵੇਲੇ। ਆਠੋਂ ਜਾਮਤ ਰਹਿ ਔਰ ਧਿਆਨਾ, ਹੁਣ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤਾਂ ਇੱਕ ਗੱਲ ਕਲੀਅਰ ਕੀਤੀ, ਕਹਿੰਦੇ ਜਿਹੜਾ ਨਾਮ ਤੇ ਭਗਤ ਹੁੰਦਾ ਹੈ, ਭਗਤ ਜਿਹੜਾ ਨਾਮ ਜਪਦਾ ਹੈ, ਨਾਮ ਜਿਹੜਾ ਪਰਮੇਸ਼ਰ ਦਾ ਹੈ, ਕਹਿੰਦੇ ਨਾਮ ਵਿੱਚ ਐਸੀ ਸ਼ਕਤੀ ਹੈ ਕਿ ਭਗਤ ਨੂੰ ਆਪਣਾ ਸਰੂਪ ਬਣਾ ਲੈਂਦਾ ਹੈ। ਕਹਿੰਦੇ ਹੁਣ ਆਪਾਂ ਜੋ ਡਿਸਟਿੰਗੁਇਸ਼ ਕਰੀਏ ਨਾ ਕਿ ਨਾਮ ਵੱਡਾ ਕਿ ਭਗਤ ਵੱਡਾ, ਇਹ ਨਹੀਂ ਹੋ ਸਕਦਾ, ਕਿਉਂਕਿ ਭਗਤ ਨੇ ਨਾਮ ਜਪ ਕੇ ਨਾਮ ਦਾ ਰੂਪ ਹੀ ਬਣ ਗਿਆ। ਪਰ ਕਹਿੰਦੇ ਇੱਕ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਖੋ ਇਸੇ ਤਰ੍ਹਾਂ ਸ਼ਿਵ ਜੀ ਹੈ, ਉਹ ਵੀ ਭਗਤਾਂ ਤੋਂ ਮਹਾਨ ਮੰਨਿਆ ਗਿਆ ਹੈ। ਇਸੇ ਕਰਕੇ ਕਿਉਂ ਮੰਨਿਆ ਗਿਆ? ਕਿਉਂਕਿ 8 ਜਾਮ 8 ਪਹਿਰ ਸ਼ਿਵ ਜੀ ਉਹਦਾ ਧਿਆਨ ਪਰਮੇਸ਼ਰ ਵਿੱਚ ਉਹ ਜੋੜ ਕੇ ਰੱਖਦਾ ਹੈ। ਕਿਸਨ ਸਤੋ ਗੁਣ ਉਜਲ ਰੰਗਾ, ਹੁਣ ਦੇਖੋ 3 ਦੇਵਤੇ ਨੇ, ਪਹਿਲਾਂ ਤਾਂ ਬਰਮਾ ਜਿਹੜਾ ਹਨ, ਫਿਰ ਵਿਸ਼ਨੂੰ, ਫਿਰ ਸ਼ਿਵ ਜੀ ਆਉਂਦਾ ਹੈ। ਹੁਣ ਜਿਹੜਾ ਬਰਮਾ ਹੈ ਇਹ ਰਜੋਗੁਣੀ ਹੈ, ਵਿਸ਼ਨੂੰ ਸਤੋਗੁਣੀ ਹੈ, ਤੇ ਜਿਹੜਾ ਸ਼ਿਵ ਜੀ ਹੈ ਇਹ ਤਮੋਗੁਣੀ ਹੈ। ਸੋ ਇਹ ਤਿੰਨੇ ਹੀ ਮਾਇਆ ਦੇ ਗੁਣ ਹਨ। ਤੇ ਜਿਹੜਾ ਕਿ ਰਜੋਗੁਣੀ ਬਰਮਾ ਹੈ, ਹੁਣ ਦੇਖੋ ਵਿਸ਼ਨੂੰ ਜਿਹੜਾ ਹੈ ਇਹ ਸਤੋਗੁਣੀ ਹੈ। ਜਿਹੜਾ ਸਤੋਗੁਣੀ ਹੁੰਦਾ ਹੈ ਇਹਦਾ ਰੰਗ ਚਿੱਟਾ ਹੁੰਦਾ ਹੈ, ਤਮੋਗੁਣੀ ਦਾ ਰੰਗ ਕਾਲਾ ਹੁੰਦਾ ਹੈ। ਸੋ ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਦੇ ਹਨ, ਕਹਿੰਦੇ ਵਿਸ਼ਨ ਸਤੋ, ਕਹਿੰਦੇ ਵਿਸ਼ਨੂੰ ਜਿਹੜਾ ਹੈ ਉਹ ਜਿਹੜਾ ਹੈ ਸਤੋ ਗੁਣੀ ਦੇਵਤਾ ਹੈ, ਤੇ ਕਹਿੰਦੇ ਉਜਲ ਰੰਗਾ, ਇਸ ਕਰਕੇ ਉਹਦਾ ਰੰਗ ਚਿੱਟਾ ਹੈ ਵਿਸ਼ਨੂੰ ਦਾ। ਕਰਤ ਧਿਆਨ ਸਿਤ ਭਾ ਸਰਬੰਗਾ, ਕਹਿੰਦੇ ਕਰਤ ਧਿਆਨ, ਹੁਣ ਵਿਸ਼ਨੂੰ ਜਿਹੜਾ ਹੈ ਧਿਆਨ ਕਰਦਾ ਹੈ ਸ਼ਿਵ ਜੀ ਦਾ, ਸ਼ਿਵ ਜੀ ਕਰਦਾ ਹੈ ਧਿਆਨ ਵਿਸ਼ਨੂੰ ਦਾ। ਇਸ ਕਰਕੇ ਕੀ ਹੋਇਆ? ਕਰਤ ਧਿਆਨ,
ਕਹਿੰਦੇ ਧਿਆਨ ਕਰਦਿਆਂ ਕਰਦਿਆਂ ਜਿਹੜਾ ਕੀ ਹੋਇਆ, ਸਿਤ ਭਾ ਸਰਬੰਗਾ, ਸ਼ਿਵ ਜੀ ਜਿਹੜਾ ਹੈ ਉਹਦਾ ਰੰਗ ਚਿੱਟਾ ਹੋ ਗਿਆ, ਜਿਹੜਾ ਕਿ ਉਹਦਾ ਰੰਗ ਕਾਲਾ ਸੀ ਉਹ ਚਿੱਟਾ ਹੋ ਗਿਆ, ਕਿਉਂਕਿ ਵਿਸ਼ਨੂੰ ਦਾ ਧਿਆਨ ਉਹ ਧਾਰਦਾ ਸੀਗਾ। ਵਿਸ਼ਨੂੰ ਦਾ ਧਿਆਨ ਧਰਨ ਕਰਕੇ ਵਿਸ਼ਨੂੰ ਦਾ ਰੰਗ ਸ਼ਿਵ ਜੀ ਨੂੰ ਮਿਲ ਗਿਆ, ਸ਼ਿਵ ਜੀ ਗੋਰਾ ਹੋ ਗਿਆ, ਚਿੱਟਾ ਹੋ ਗਿਆ। ਤਮ ਗੁਣ ਸਿਆਮ ਜੋ ਸਿਵ ਬਖਿਆਤੀ। ਦੇਖੋ ਹੁਣ ਜਿਹੜਾ ਸ਼ਿਵ ਜੀ ਸੀ ਉਹ ਕਾਲੇ ਰੰਗ ਦਾ ਸੀਗਾ, ਕਿਉਂਕਿ ਉਹ ਤਮੋ ਗੁਣੀ ਹੈ। ਹੁਣ ਇਹ ਤਮੋ ਗੁਣੀ ਸ਼ਿਵ ਜੀ ਦਾ ਧਿਆਨ ਧਾਰ ਕੇ ਵਿਸ਼ਨੂੰ ਕਾਲੇ ਰੰਗ ਦਾ ਹੋ ਗਿਆ। ਜਿਹੜਾ ਸ਼ਿਵ ਜੀ ਦਾ ਰੰਗ ਜਿਹੜਾ ਉਹ ਵਿਸ਼ਨੂੰ ਨੂੰ ਮਿਲ ਗਿਆ, ਇਸ ਕਰਕੇ ਉਹ ਸਿਆਮ ਰੰਗ ਹੋ ਗਿਆ। ਕਿਸਨ ਧਿਆਨ ਕਰ ਹੀ ਦਿਨ ਰਾਤੀ। ਦੇਖੋ ਇਸ ਪ੍ਰਕਾਰ ਕਰਕੇ ਵਿਸ਼ਨੂੰ ਧਿਆਨ ਹਮੇਸ਼ਾ ਸ਼ਿਵ ਜੀ ਦਾ ਹੀ ਰੱਖਦਾ ਹੈ। ਸਿਆਮ ਰੂਪ ਭਾ ਕਾਰਨ ਇਹੀ। ਸੋ ਇਸ ਕਰਕੇ ਸ਼ਿਵ ਜੀ ਜਿਹੜਾ ਹੈ, ਸ਼ਿਵ ਜੀ ਦਾ ਰੰਗ ਵਿਸ਼ਨੂੰ ਨੂੰ ਲੱਗਣ ਕਰਕੇ ਉਹਨੂੰ ਸਿਆਮ ਕਹਿੰਦੇ ਹਨ। ਉਹਦਾ ਕਾਲਾ ਰੰਗ ਹੋ ਗਿਆ ਵਿਸ਼ਨੂੰ ਦਾ। ਭੇ ਵਿਪਰੀਤ ਰੰਗ ਦਊ ਦੇਹੀ। ਦੇਖੋ ਇਹ ਰੰਗ ਉਲਟੇ ਹੋ ਗਏ, ਕਿਉਂਕਿ ਉਹਨਾਂ ਨੇ ਇੱਕ ਦੂਜੇ ਦਾ ਧਿਆਨ ਧਾਰਿਆ ਹੈ, ਵਿਸ਼ਨੂੰ ਨੇ ਤੇ ਸ਼ਿਵ ਜੀ ਨੇ। ਇਨ ਮਹਿ ਭੇਦ ਨਾ ਰੰਚਕ ਜਾਨੋ। ਇਸ ਕਰਕੇ ਇਹਦੇ ਵਿੱਚ ਥੋੜਾ ਮਾਤਰ ਵੀ ਤੁਸੀਂ ਭੇਦ ਨਾ ਜਾਣਨਾ ਕਰੋ। ਨਾਮੀ ਤੇ ਉਸਦਾ ਭਗਤ ਇੱਕ ਰੰਗ ਹੋ ਜਾਂਦੇ ਨੇ, ਉਹਨਾਂ ਦੇ ਰੰਗ ਵੀ ਬਦਲ ਜਾਂਦੇ ਨੇ। ਇਸ ਕਰਕੇ ਜਦੋਂ ਆਪਾਂ ਪਰਮੇਸ਼ਰ ਦਾ ਧਿਆਨ ਧਾਰਦੇ ਹਾਂ, ਪਰਮੇਸ਼ਰ ਦੇ ਗੁਣ ਆਪਣੇ ਵਿੱਚ ਉਜਾਗਰ ਹੁੰਦੇ ਨੇ। ਆਪਾਂ ਜਿਹੜਾ ਨਾਮ ਜਪ ਕੇ ਆਪਾਂ ਪਰਮੇਸ਼ਰ ਵਰਗੇ ਹੀ ਬਣ ਜਾਂਦੇ ਹਾਂ ਤੇ ਪਰਮੇਸ਼ਰ ਵਿੱਚ ਹੀ ਲੀਨ ਹੋ ਜਾਂਦੇ ਹਾਂ। ਤੋ ਐਸ ਰੂਪ ਇੱਕ ਜੋਤ ਪਛਾਨੋ। ਪਰ ਇੱਕ ਗੱਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੋ ਰੂਪ ਨੇ। ਕਹਿੰਦੇ ਹੁਣ ਸ਼ਿਵ ਜੀ ਤੇ ਵਿਸ਼ਨੂੰ ਨੂੰ ਭਾਵੇਂ ਦੋ ਰੂਪਾਂ ਕਰਕੇ ਦੇਖਿਆ, ਪਰ ਉਹਨਾਂ ਦਾ ਧਿਆਨ ਇੱਕ ਹੈ, ਕਿਉਂਕਿ ਧਿਆਨ ਇੱਕ ਦੂਜੇ 'ਚ ਲਾਉਣ ਕਰਕੇ ਉਹਨਾਂ ਦੀ ਇੱਕ ਜੋਤ ਹੋ ਗਈ। ਉਹਦੇ ਵਿੱਚੋਂ ਦੋਨਾਂ ਦੇ ਸਰਬੰਧ ਵਿੱਚੋਂ ਪਰਮੇਸ਼ਰ ਹੀ ਪ੍ਰਗਟ ਹੋਇਆ ਹੈ। ਆਪ ਸੁਨ ਨਾਮ ਲਿਖਿਓ ਜਿਉ ਕਹੋ। ਹੁਣ ਕਹਿੰਦੇ ਸੁਣ ਇਹ ਮਰਦਾਨਿਆਂ, ਦੂਜਾ ਤੇਰਾ ਜਿਹੜਾ ਸੰਸਾ ਸੀ ਉਹਦੀ ਵੀ ਗੱਲ ਤੋਂ ਸੁਣ ਲਾ, ਕਿ ਜਿਹੜਾ ਕਿ ਇਹ ਪੁੱਲ ਜਿਹੜਾ ਬੰਨਿਆ ਹੈ ਤੇਰੇ ਉਰ ਕਾ ਸੰਸਾ ਦਹੋ। ਹਾਂ, ਕਹਿਣਗੇ ਉਹ ਪੱਥਰਾਂ ਦੇ ਉੱਤੇ ਰਾਮ, ਰਾਰਾ ਤੇ ਮਮਾ ਲਿਖਣ ਦੀ ਕੀ ਲੋੜ ਸੀਗੀ, ਉਹ ਵੀ ਤੇਰਾ ਸੰਸਾ ਸੀ ਦੂਰ ਕਰਦੇ ਹਾਂ। ਹੁਣ ਰੂਪ ਦੇਖ ਉਧਰੇ ਹੈ ਥੋਰੇ। ਦੇਖੋ ਕਹਿੰਦੇ ਜਦੋਂ ਅਵਤਾਰ ਦੁਨੀਆ ਤੇ ਆਉਂਦੇ ਨੇ ਜਾਂ ਪਰਮੇਸ਼ਰ ਆਪ ਸੰਸਾਰ ਤੇ ਆਉਂਦੇ ਹਨ ਗੁਰੂ ਨਾਨਕ ਰੂਪ ਹੋ ਕੇ, ਕਹਿੰਦੇ ਰੂਪ ਨੂੰ ਦੇਖ ਕੇ ਤਾਂ ਕਹਿੰਦੇ ਬਹੁਤ ਥੋੜੇ ਲੋਕ ਉਧਰਦੇ ਹਨ। ਉਹਨਾਂ ਦੀ ਕਲਿਆਣ ਲਿਬਰੇਸ਼ਨ ਬਹੁਤ ਥੋੜੇ ਲੋਕਾਂ ਦੀ ਹੁੰਦੀ ਹੈ, ਕਿਉਂਕਿ ਦੇਖੋ ਰਾਮਚੰਦਰ ਨੂੰ ਉਹਨਾਂ ਨੇ ਦੇਖਿਆ ਜਿਹੜੇ ਕਿ ਉਹਦੇ ਆਲੇ ਦੁਆਲੇ ਬੰਦੇ ਸਨ। ਤਾਂ ਜਿਹੜੇ ਲੋਕ ਰਾਮਚੰਦਰ ਨੂੰ ਮਿਲੇ ਉਹਨਾਂ ਦਾ ਉਦਾਰ ਹੋਇਆ ਹੋਊਗਾ। ਇਸ ਕਰਕੇ ਉਹਨਾਂ ਦਾ ਰੂਪ ਦੇਖ ਕੇ ਤਰਨ ਵਾਲੇ ਬਹੁਤ ਥੋੜੇ ਹੁੰਦੇ ਨੇ, ਉਹਨਾਂ ਦੀ ਗਿਣਤੀ ਬਹੁਤ ਥੋੜੇ। ਤੇ ਉਹੀ ਸਮੇਂ ਦੇ ਵਿੱਚ, ਜਿਹੜੇ ਸਮੇਂ ਵਿੱਚ ਰਾਮਚੰਦਰ ਜਾਂ ਕੋਈ ਅਵਤਾਰ ਪ੍ਰੋਫਟ ਹੁੰਦਾ ਹੈ, ਉਹ ਸਮੇਂ ਵਿੱਚ ਜਿਹੜੇ ਬੰਦੇ ਹੁੰਦੇ ਨੇ ਉਹੀ ਉਹਨਾਂ ਦੇ ਦਰਸ਼ਨ ਕਰ ਸਕਦੇ ਨੇ, ਬਾਕੀ ਤਾਂ ਨਹੀਂ ਕਰ ਸਕਦੇ। ਸੋ ਇਸ ਕਰਕੇ ਬਹੁਤ ਥੋੜੇ ਲੋਕ ਤਰਦੇ ਹਨ। ਜਪਤ ਨਾਮ ਕੋ ਤਰੇ ਕਰੋਰੇ। ਪਰ ਨਾਮ ਜਪਣ ਕਰਕੇ ਤਾਂ ਕਰੋੜਾਂ ਲੋਕ ਤਰ ਜਾਂਦੇ ਨੇ, ਤੇ ਕਰੋੜਾਂ ਲੋਕ ਜਿਹੜਾ ਹਨ ਵੱਡੇ ਸਮੇਂ ਤੱਕ ਜਾਂ ਅੰਤ ਕਾਲ ਤੱਕ, ਜਿਹੜਾ ਹਨ ਸਦੀਵ ਕਾਲ ਵਾਸਤੇ ਨਾਮ ਜਪਣ ਵਾਲੇ ਤਾਂ ਤਰੀ ਜਾਂਦੇ ਨੇ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਆਪਣੇ ਨਾਲ ਹਨ। ਆਪਾਂ ਉਹਨਾਂ ਦੇ ਦਰਸ਼ਨ ਵੀ ਕਰਦੇ ਹਾਂ ਤੇ ਉਹਨਾਂ ਦਾ ਉਪਦੇਸ਼ ਲੈ ਕੇ ਨਾਮ ਵੀ ਜਪਦੇ ਹਾਂ। ਤੋ ਕਲਿਆਣ ਜਿਹੜੀ ਹੈ ਇਸ ਪ੍ਰਕਾਰ ਹੁੰਦੀ ਹੈ। ਪਰ ਇੱਥੇ ਐਗਜ਼ਾਮਪਲ ਉਹ ਸਮੇਂ ਦਾ ਹੈ। ਕਹਿੰਦੇ ਦੇਖੋ ਰਾਮਚੰਦਰ ਨੂੰ ਮਿਲ ਕੇ ਤਾਂ ਬਹੁਤ ਥੋੜੇ ਲੋਕ ਤਰਨਗੇ, ਪਰ ਜਿਹੜੇ ਨਾਮ ਪਰਮੇਸ਼ਰ ਦਾ ਜਪਦੇ ਨੇ ਉਹ ਤਾਂ ਕਰੋੜਾਂ ਦੇ ਵਿੱਚ ਉਹ ਜਿਹੜੇ ਹਨ ਤਰ ਜਾਂਦੇ ਨੇ। ਉਹਨਾਂ ਦੀ ਗਿਣਤੀ ਬਹੁਤ ਹੈ, ਟੈਂਸ ਆਫ ਮਿਲੀਅਨ ਬੰਦੇ, ਕਿੰਨੇ ਬੰਦੇ ਤਰ ਜਾਂਦੇ ਹਨ। ਨਾਮ ਤੇ ਹੈ ਨਾਮ ਵਡਿਆਈ। ਦੇਖੋ ਨਾਮੀ ਤੋਂ ਨਾਮ ਵੱਡਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਮੀ ਉਹ ਹੈ ਜਿਹਦਾ ਨਾਮ ਹੈ, ਪਰ ਨਾਮ ਨਾਮੀ ਤੋਂ ਵੀ ਵੱਡਾ ਹੈ, ਕਿਉਂਕਿ ਨਾਮ ਜਪਣ ਕਰਕੇ ਉਹ ਪ੍ਰਗਟ ਹੈ। ਨਾਮ ਉਸਦਾ ਇੱਕ ਬੰਦਾ ਜਪੇ, 1 ਮਿਲੀਅਨ ਜਪੇ, 10 ਮਿਲੀਅਨ ਜਪੇ, 1 ਬਿਲੀਅਨ ਜਪੇ, 1 ਟ੍ਰਿਲੀਅਨ ਜਪੇ, ਸਾਰਿਆਂ ਦੇ ਮਨ ਵਿੱਚ ਹੀ ਉਸਦਾ ਪ੍ਰਕਾਸ਼ ਹੈ। ਇਸ ਕਰਕੇ ਨਾਮ ਨਾਮੀ ਨਾਲੋਂ ਵੀ ਵੱਡਾ ਹੈ। ਮਹਿਮਾ ਆਪਹਿ ਰਾਮ ਲਖਾਈ। ਇਸ ਕਰਕੇ ਇਹ ਜਿਹੜਾ ਨਾਮ ਲਿਖਾਇਆ ਉੱਥੇ ਰਾਮ ਲਿਖਾਇਆ ਸੀ, ਰਮਿਆ ਹੋਇਆ ਪਰਮਾਤਮਾ, ਜੋ ਸਾਰਿਆਂ ਦੇ ਵਿੱਚ ਵਸਣ ਵਾਲਾ ਪਰਮਾਤਮਾ। ਕਹਿੰਦੇ ਇਸ ਕਰਕੇ ਰਾਮਚੰਦਰ ਨੇ ਉਹ ਜਿਹੜਾ ਪਰਮੇਸ਼ਰ ਦਾ ਨਾਮ ਹੀ ਉਹ ਪੱਥਰਾਂ ਤੇ ਲਿਖਾਇਆ ਸੀ, ਕਿਉਂਕਿ ਉਹ ਨਾਮ ਦੀ ਵਡਿਆਈ ਨੂੰ ਵੱਡਾ ਕਰਾਉਣ ਵਾਸਤੇ, ਇਹ ਦੱਸਣ ਵਾਸਤੇ ਵੀ ਜਿਹੜੇ ਪੱਥਰ ਹਨ, ਜੇ ਪਰਮੇਸ਼ਰ ਦਾ ਨਾਮ ਲਿਖਿਆ ਜਾਵੇ ਪੱਥਰ ਵੀ ਨਹੀਂ ਡੁੱਬਦੇ। ਕਹਿਣਗੇ ਇਸ ਕਰਕੇ ਜਿਹੜਾ ਪਰਮੇਸ਼ਰ ਦਾ ਨਾਮ ਜਪੇਗਾ
ਉਹ ਜਿਹੜੀ ਹਨ ਇਹ ਜਿਹੜਾ ਹਨ ਪਦਾਰਥਾਂ ਰੂਪੀ ਸਮੁੰਦਰ ਜਿਹੜੀ ਇਹ ਦੁਨੀਆ ਹੈ ਉਹਦੇ 'ਚ ਕਿਤੇ ਡੁੱਬੇਗਾ ਨਹੀਂ। ਜਿਹੜਾ ਪਰਮੇਸ਼ਰ ਦਾ ਨਾਮ ਜਪੇ, ਇਹ ਨਾਮ ਦੀ ਵਡਿਆਈ ਕਰਾਉਣ ਵਾਸਤੇ ਹੀ ਰਾਮਚੰਦਰ ਨੇ ਨਾਮ ਲਿਖਾਏ। ਬਾਂਧ ਸੇਤ ਪੁਨ ਕੀਨ ਪਿਆਨਾ। ਇਸ ਕਰਕੇ ਉਹ ਜਿਹੜਾ ਪੁੱਲ ਬਣਾ ਕੇ ਉਹ ਪੁੱਲ ਦੇ ਰਾਹੀਂ ਲੰਕਾ ਨੂੰ ਫਿਰ ਜਾਣਾ ਕੀਤਾ। ਅਨੇ ਦੈਂਤ ਜਨ ਮਨ ਅਭਿਮਾਨਾ। ਕਹਿਣ ਲੱਗੇ ਉਹ ਦੈਂਤਾਂ ਦਾ ਨਾਸ ਕੀਤਾ ਲੰਕਾ ਵਿੱਚ ਜਾ ਕੇ, ਜਿਨ੍ਹਾਂ ਦੇ ਮਨ 'ਚ ਬਹੁਤ ਸਾਰਾ ਹੰਕਾਰ ਸੀ। ਸੁਨ ਮਰਦਾਨਾ ਬੂਝਣ ਲਾਗਾ। ਫੇਰ ਭਾਈ ਮਰਦਾਨਾ ਆਪਣਾ ਸੰਕਾ ਉਹਦਾ ਨਿਵਰਤ ਹੋ ਗਿਆ। ਤੇ ਇਹ ਸਾਰਾ ਜਿਹੜਾ ਜਸਟੀਫਿਕੇਸ਼ਨ ਜਾਂ ਐਕਸਪਲੇਨੇਸ਼ਨ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸੁਣਾਇਆ, ਇਹ ਸੁਣ ਕਰਕੇ ਮਰਦਾਨਾ ਬੋਲਿਆ, ਅਕਬਰ ਕਥਾ ਸੁਣਨ ਅਨੁਰਾਗਾ। ਮਹਾਰਾਜ ਮੈਨੂੰ ਇੱਛਾ ਹੈ ਕਿ ਮੈਂ ਰਾਮਚੰਦਰ ਦੀ ਕਥਾ ਇਹ ਸਰਵਣ ਕਰਾਂ, ਜਿਵੇਂ ਰਮਾਇਣ ਵਿੱਚ ਲਿਖੀ ਹੈ। ਹਾਂਜੀ, ਸੋ ਇੱਕ ਤੁਲਸੀ ਰਮਾਇਣ, ਇੱਕ ਬਾਲਮੀਕੀ ਰਮਾਇਣ ਹੈ। ਕਹਿੰਦੇ ਇਹ ਜਿਹੜੀ ਕਥਾ ਰਾਮਚੰਦਰ ਦੀ ਹੈ, ਪਾਤਸ਼ਾਹ ਜੀ ਮੈਨੂੰ ਸੁਣਾਉਣਾ ਕਰੋ, ਮੈਨੂੰ ਬੜਾ ਮੇਰੇ ਮਨ 'ਚ ਇੱਛਾ ਹੈ ਸੁਣਨ ਦੀ। ਬਾਂਧ ਉਦਤ ਕਿਉਂ ਪਾਰ ਪਧਾਰੇ। ਕਹਿਣ ਲੱਗੇ ਇੱਥੋਂ ਰਾਮਚੰਦਰ ਨੇ ਪੁੱਲ ਬਣ ਕੇ ਕਿਉਂ ਲੰਕਾ ਨੂੰ ਗਏ ਸਨ? ਲੰਕ ਵਿਖਿਆ ਕਿਉਂ ਦੈਤ ਸੰਘਾਰੇ। ਕਿਉਂ ਲੰਕਾ ਵਿੱਚ ਜਾ ਕੇ ਦੈਂਤਾਂ ਨੂੰ ਮਾਰਨਾ ਕੀਤਾ? ਸਰਬ ਪ੍ਰਸੰਗ ਸੁਨਾਵਹੁ ਮੋਹੀ। ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਸਾਰੀ ਸਟੋਰੀ, ਸਾਰਾ ਪ੍ਰਸੰਗ, ਇਹ ਵਿਥਿਆ ਮੈਨੂੰ ਸੁਣਾਉਣੀ ਕਰੋ। ਰਾਵਰ ਤੇ ਕੁਛ ਗੁਪਤ ਨਾ ਹੋਈ। ਮਹਾਰਾਜ ਆਪ ਤੋਂ ਕੀ ਗੁਪਤ ਹੈ, ਆਪ ਤਾਂ ਸਭ ਕੁਝ ਜਾਣੀ ਜਾਣ ਹੋ, ਆਪ ਤਾਂ ਸਭ ਕੁਝ ਜਾਣਦੇ ਹੀ ਹੋ। ਸੁਣ ਕੇ ਬੋਲੇ ਪਰਮ ਪ੍ਰਬੀਨਾ। ਮਹਾਰਾਜ ਭਾਈ ਮਰਦਾਨੇ ਦੀ ਇਹ ਗੱਲ ਸੁਣ ਕਰਕੇ ਪਰਮ ਪ੍ਰਬੀਨੇ ਬੜੇ ਸਿਆਣੇ ਹਨ ਗੁਰੂ ਨਾਨਕ ਸਾਹਿਬ ਜੀ। ਮਹਾਰਾਜ ਨੇ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਕਿਹਾ, ਇੱਕ ਦਸ਼ਰਥ ਨ੍ਰਿਪ ਹੁਤੋ ਕੁਲੀਨਾ। ਦੇਖ ਕਹਿੰਦੇ ਇੱਕ ਸੂਰਜ ਵੰਸ਼ੀ ਰਾਜਾ ਸੀਗਾ, ਜੋ ਕਿ ਜਿਹੜਾ ਹੈ ਸੂਰਜ ਵੰਸ਼ ਦੇ ਵਿੱਚੋਂ ਆਇਆ ਹੋਇਆ, ਉਹਦਾ ਨਾਂ ਸੀ ਦਸ਼ਰਥ। ਸੋ ਇੱਕ ਦਸ਼ਰਥ ਰਾਜਾ ਹੋਇਆ ਜੋ ਅਯੁੱਧਿਆ ਦਾ ਰਾਜਾ ਸੀ, ਜੋ ਵੱਡੀ ਚੰਗਾ ਰਾਜਾ ਸੀ, ਜੋ ਧਰਮ ਦਾ ਰਾਜਾ ਸੀ। ਤ੍ਰੈ ਰਾਣੀ ਤਹਲੀਨ ਵਿਵਾਹੀ। ਉਹਨਾਂ ਨੇ 3 ਵਿਆਹ ਕੀਤੇ ਸਨ ਆਪਣੇ ਸਮੇਂ ਵਿੱਚ, ਉਹਦੀਆਂ 3 ਰਾਣੀਆਂ ਸੀ। ਕੌਸਲਿਆ ਕਹਿ ਕੇਈ ਆਹੀ। ਪਹਿਲੀ ਜਿਹੜੀ ਉਸਦੀ ਘਰਵਾਲੀ ਸੀ ਵੱਡੀ, ਉਹਦਾ ਨਾਂ ਸੀ ਕੌਸ਼ਲਿਆ, ਦੂਜੀ ਕੈਕਈ ਤੇ ਤੀਜੀ ਬਹੁਰ ਸੁਮਿਤਰਾ ਜਨ ਹੋ ਨਾਰੀ। ਫਿਰ ਤੀਜੀ ਸੀ ਸੁਮਿਤਰਾ। ਸੋ ਇਹ 3 ਉਹਨਾਂ ਦੀਆਂ ਘਰ ਵਾਲੀਆਂ ਸੀਗੀਆਂ ਤੇ ਇਹ 3 ਹੀ ਉਹਨਾਂ ਦੀਆਂ ਰਾਣੀਆਂ ਸੀਗੀਆਂ ਦਸ਼ਰਥ ਦੀਆਂ। 3 ਤੇ ਜਨਮਤ ਭੇ ਸੁਤ ਚਾਰੀ। ਦੇਖੋ ਇਹ 3 ਰਾਣੀਆਂ ਤੋਂ 4 ਪੁੱਤਰਾਂ ਦਾ ਜਨਮ ਹੋਇਆ ਦਸ਼ਰਥ ਦੇ ਘਰ ਦੇ ਵਿੱਚ। ਜੇਸਤ ਕੌਸਲਿਆ ਤੇ ਰਾਮੂ। ਸਭ ਤੋਂ ਵੱਡੀ ਜਿਹੜੀ ਰਾਣੀ ਸੀ ਉਹਦਾ ਨਾਂ ਸੀ ਕੌਸ਼ਲਿਆ ਤੇ ਉਹਨਾਂ ਤੋਂ ਸ੍ਰੀ ਰਾਮਚੰਦਰ ਨੇ ਆਪਣਾ ਜਿਹੜਾ ਹਨ ਜਨਮ ਲਿਆ। ਰਾਮਚੰਦਰ ਦੀ ਜਿਹੜੀ ਮਾਂ ਸੀ ਉਹ ਕੌਸ਼ਲਿਆ ਸੀ। ਕਈ ਕੇਰ ਭਰਤ ਭਾ ਨਾਮੂ। ਤੇ ਦੂਜੀ ਜਿਹੜੀ ਰਾਣੀ ਸੀ ਕੈਕਈ, ਉਹਨਾਂ ਨੇ ਜਨਮ ਦਿੱਤਾ ਭਰਤ ਨੂੰ, ਉਹਨਾਂ ਦੀ ਕੁੱਖ ਤੋਂ ਭਰਤ ਨੇ ਜਨਮ ਲਿਆ। ਲక్ష్మణ ਬਹੁਰ ਸ਼ਤਰੁਘਨ ਜੋ। ਤੇ ਫਿਰ ਉਹਨਾਂ ਤੋਂ ਬਾਅਦ ਲక్ష్మణ ਤੇ ਸ਼ਤਰੁਘਨ, ਸੋ ਇਹ 2 ਹੋਰ ਪੁੱਤਰ ਨੇ ਜਨਮ ਲਿਆ। ਜਨੇ ਸੁਮਿਤਰਾ ਨੰਦਨ ਦੋ। ਇਹਨਾਂ ਦੋਨਾਂ ਦੀ ਮਾਤਾ ਜੀ ਸਨ ਸੁਮਿਤਰਾ ਜੀ। ਸੋ ਜਿਹੜਾ ਹਨ ਸੋ ਸੁਮਿਤਰਾ ਨੇ 2 ਪੁੱਤਰਾਂ ਨੂੰ ਜਨਮ ਦਿੱਤਾ, ਲక్ష్మణ ਤੇ ਸ਼ਤਰੁਘਨ ਨੂੰ। ਕਾਮ ਸਮਾਨ ਰੂਪ ਜਿਨ ਕੇਰੇ। ਦੇਖੋ ਇਹ ਚਾਰੇ ਪੁੱਤਰ ਜਿਹੜੇ ਸਨ ਬੜੇ ਸੁੰਦਰ ਸਨ, ਬੜੇ ਸੋਹਣੇ ਸਨ, ਸੁਨੱਖੇ ਸਨ। ਕਹਿੰਦੇ ਜਿਵੇਂ ਕਾਮ ਦੇਵਤਾ ਸੁੰਦਰ ਹੈ, ਇਸ ਪ੍ਰਕਾਰ ਦੀ ਸੁੰਦਰਤਾ ਇਹਨਾਂ ਦੇ ਕੋਲ ਸੀ। ਖੇਲਤ ਹੋਤ ਸਰੀਰ ਵਡੇਰੇ। ਖੇਲਦਿਆਂ ਹੋਇਆਂ ਇਸ ਪੁੱਤਰ ਜਿਹੜੇ ਹਨ ਦਸ਼ਰਥ ਦੇ 4 ਇਹ ਵੱਡੇ ਹੋਏ। ਵਿਸ਼ਵਾਮਿੱਤਰ ਹੁਤੋ ਮਨ ਰਾਏ। ਤੇ ਉਸ ਵੇਲੇ ਜਿਹੜਾ ਹਨ ਦਸ਼ਰਥ ਦਾ ਜਿਹੜਾ ਰਾਜ ਰਿਸ਼ੀ ਸੀਗਾ ਉਹ ਵਿਸ਼ਵਾਮਿੱਤਰ ਸੀਗਾ। ਵਿਸ਼ਵਾਮਿੱਤਰ ਜਿਹੜਾ ਸੀਗਾ ਉਹ ਜਿਹੜਾ ਵੱਡਾ ਰਿਸ਼ੀ ਸੀਗਾ ਉਸ ਵੇਲੇ ਦਾ। ਜਗ ਕਰਨ ਤਿਨ ਸੌਜ ਬਣਾਏ। ਉਹਨੇ ਇੱਕ ਵਾਰ ਯੱਗ ਕਰਨ ਵਾਸਤੇ ਬੜੀ ਸੌਜ ਮਟੀਰੀਅਲ ਇਕੱਠੇ ਕੀਤੇ ਯੱਗ ਕਰਨ ਵਾਸਤੇ। ਵਿਗਨ ਕੀਨ ਤਬ ਦੈਂਤਨ ਆਏ। ਦੈਂਤਾਂ ਨੇ ਆ ਕੇ ਉਹਦੇ ਵਿੱਚ ਵਿਘਨ ਪਾ ਦਿੱਤਾ, ਮਤਲਬ ਉਹਦਾ ਯੱਗ ਪੂਰਾ ਨਾ ਹੋਣ ਦਿੱਤਾ। ਉਹਦੇ ਵਿੱਚ ਹੋਰ ਕੁਝ ਸੜਤਾ, ਕਿਉਂਕਿ ਹਵਨ ਹੁੰਦਾ ਹੈ, ਅੱਗ ਦੇ ਵਿੱਚ ਸਮੱਗਰੀ ਪਾਈ ਜਾਂਦੀ ਹੈ ਜਿਹੜੀ ਪਵਿੱਤਰ। ਉਹਨਾਂ ਨੇ ਲਿਆ ਕੇ ਵਿੱਚ ਹੱਡੀਆਂ ਸੁੱਟ ਦਿੱਤੀਆਂ ਜਾਂ ਕੋਈ ਲਹੂ ਸੁੱਟ ਦਿੱਤਾ, ਉਹ ਸਾਰਾ ਯੱਗ ਭੰਗ ਕਰ ਦਿੱਤਾ। ਮਖ ਕਰਨੇ ਤੇ ਦੀਨ ਹਟਾਏ। ਜੋ ਯੱਗ ਕਰਨ ਤੋਂ ਦੈਂਤ ਹਟਾਉਂਦੇ ਸਨ ਵੀ ਕੋਈ ਯੱਗ ਨਾ ਕਰੋ, ਜੇ ਪੂਜਾ ਕਰਨੀ ਤਾਂ ਸਾਡੀ ਕਰੋ। ਸੋ ਡੀਮਨਸ ਜਿਹੜੇ ਸਨ ਜਾਂ ਉਹ ਦੈਂਤ ਐਸਾ ਹੀ ਕਰਿਆ ਕਰਦੇ ਸਨ। ਬੈਠ ਮੁਨੀਸੁਰ ਕੀਨੋ ਧਿਆਨਾ। ਤੇ ਫਿਰ ਜਦੋਂ ਜਿਹੜਾ ਹਨ ਉਹ ਸਮੇਂ ਵਿੱਚ ਸਾਰੇ ਮੁਨੀ ਜਿਹੜੇ ਰਿਸ਼ੀ ਲੋਕ ਸਨ, ਉਹਨਾਂ ਨੇ ਫਿਰ ਆਪਸ ਵਿੱਚ ਇੱਕ ਵਿਚਾਰ ਕੀਤੀ। ਕਹਿੰਦੇ ਦੇਖੋ ਭਾਈ ਇਹ ਕੀ ਹੋ ਰਿਹਾ ਹੈ ਦੁਨੀਆ ਨੂੰ, ਜੇ ਯੱਗ ਨਹੀਂ ਹੋਣਗੇ ਤਾਂ ਇਹ ਦੁਨੀਆ ਦਾ ਭਲਾ ਕਿਵੇਂ ਹੋਵੇਗਾ, ਕਿਵੇਂ ਪਰਮਾਤਮਾ ਦੀ ਪੂਜਾ ਹੋਵੇਗੀ। ਤੋਂ ਉਹਨਾਂ ਨੇ ਬੈਠ ਕਰਕੇ ਧਿਆਨ ਲਾ ਕੇ ਪਰਮਾਤਮਾ ਦੇ ਵਿੱਚ ਉਹਨਾਂ ਨੇ ਧਿਆਨ ਲਾਇਆ
ਤੇ ਇਹੀ ਪ੍ਰਾਰਥਨਾ ਕੀਤੀ ਕਿ ਪ੍ਰਮਾਤਮਾ ਸਾਡੀ ਰੱਖਿਆ ਕਰੋ। ਜਗਤ ਸਰਬ ਬਿਰਤੰਤ ਪਛਾਨਾ। ਉਹਨਾਂ ਨੇ ਆਪਣੇ ਧਿਆਨ ਦੇ ਵਿੱਚ ਸਾਰਾ ਹੀ ਜਗਤ ਦਾ ਬਿਰਤਾਂਤ ਜੋ ਹੋ ਰਿਹਾ ਹੈ, ਜੋ ਹੋ ਚੁੱਕਿਆ ਹੈ, ਜੋ ਅੱਗੇ ਹੋਣਾ, ਉਹਨਾਂ ਨੇ ਦੇਖ ਲਿਆ। ਰਾਵਣ ਤੇ ਦੇਵਨ ਦੁਖ ਪਾਏ। ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਾਰਨ ਸਮੇਂ ਦੇ ਵਿੱਚ ਜਾਂ ਉਹ ਪ੍ਰੈਜ਼ੈਂਟ ਸਮੇਂ ਦੇ ਵਿੱਚ, ਜੋ ਵਰਤਮਾਨ ਸਮੇਂ ਦੇ ਵਿੱਚ ਰਾਵਣ ਸੀ ਜਿਹੜਾ ਸਭ ਤੋਂ ਵੱਡਾ ਦੈਂਤ ਸੀਗਾ, ਤੇ ਉਹਨਾਂ ਦੇ ਰੱਖੇ ਹੋਏ ਜਿਹੜੇ ਦੈਂਤ ਹਨ ਉਹੀ ਆ ਕੇ ਜਿਹੜੇ ਹਨ ਦੁੱਖ ਦਿੰਦੇ ਹਨ ਰਿਸ਼ੀਆਂ ਨੂੰ। ਤੇ ਰਾਵਣ ਨੇ ਤਾਂ ਸਵਰਗਾਂ ਨੂੰ ਵੀ ਜਿੱਤਿਆ ਹੋਇਆ ਸੀਗਾ, ਇੰਦਰ ਵਰਗੇ ਦੇਵਤੇ ਵੀ ਉਹਨੇ ਜਿੱਤੇ ਹੋਏ ਸਨ। ਗਏ ਅਕਾਲ ਪੁਰਖ ਸਰਨਾਈ। ਕਹਿਣ ਲੱਗੇ ਫੇਰ ਇਹ ਰਿਸ਼ੀ ਮੁਨੀਆਂ ਨੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ, ਤੇ ਦੇਵਤਿਆਂ ਨੇ ਵੀ ਇਕੱਠੇ ਹੋ ਕੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਹੇ ਪਰਮਾਤਮਾ ਸਾਡੀ ਰੱਖਿਆ ਕਰੋ, ਕਿਉਂਕਿ ਰਾਵਣ ਬਹੁਤਾ ਸਟਰੋਂਗ ਹੋ ਰਿਹਾ ਹੈ, ਬਹੁਤ ਪ੍ਰਭਾਵਸ਼ਾਲੀ ਹੋ ਰਿਹਾ ਹੈ, ਇਹ ਦੁਨੀਆ ਨੂੰ ਖਤਮ ਕਰ ਦੇਗਾ। ਇਸ ਕਰਕੇ ਦੇਵਤਿਆਂ ਨੇ ਵੀ ਪ੍ਰਾਰਥਨਾ ਕੀਤੀ ਪਰਮਾਤਮਾ ਅੱਗੇ। ਭਾਖ ਪ੍ਰਸ਼ੰਸਾ ਬੇਨਤੀ ਕੀਨੀ। ਉਹਨਾਂ ਨੇ ਪਰਮਾਤਮਾ ਦੀ ਉਸਤਤ ਕਰਕੇ, ਪ੍ਰਸ਼ੰਸਾ ਕਰਕੇ ਬੇਨਤੀ ਕੀਤੀ ਦੇਵਤਿਆਂ ਨੇ। ਸ੍ਰੀ ਕਰਤਾਰ ਸਰਬ ਜਬ ਚੀਨੀ। ਸ੍ਰੀ ਕਰਤਾਰ ਜੋ ਮਾਇਆ ਦਾ ਪਤੀ ਹੈ, ਪਰਮੇਸ਼ਰ ਸਾਰੇ ਸੰਸਾਰ ਨੂੰ ਬਣਾਉਣ ਵਾਲਾ, ਉਹਨਾਂ ਨੂੰ ਜਿਹੜਾ ਹੈ ਸਰਬ ਜਬ ਚੀਨੀ, ਉਹਨਾਂ ਨੇ ਸਭ ਕੁਝ ਜਦੋਂ ਜਾਣਿਆ, ਤਬ ਸ੍ਰੀ ਬਿਸ਼ਨ ਧਰਿਓ ਅਵਤਾਰਾ। ਉਸ ਵੇਲੇ ਉਹਨਾਂ ਨੇ ਵਿਸ਼ਨੂੰ ਨੂੰ ਹੁਕਮ ਕੀਤਾ ਕਿ ਤੁਸੀਂ ਜਾ ਕੇ ਅਵਤਾਰ ਧਾਰਨਾ ਕਰੋ ਸੰਸਾਰ ਦੇ ਵਿੱਚ। ਦੈਂਤ ਸਰਬ ਕੋ ਕਰਹਿ ਸੰਘਾਰਾ। ਉਹਨਾਂ ਨੂੰ ਇਹੀ ਹੁਕਮ ਸੀਗਾ ਰਾਮਚੰਦਰ ਨੂੰ, ਉਹਨਾਂ ਦਾ ਮਿਸ਼ਨ ਹੀ ਇਹੀ ਸੀ ਕਿ ਜਾ ਕੇ ਦੈਂਤਾਂ ਦਾ ਨਾਸ ਕਰੋ। ਕਰਕੇ ਧਿਆਨ ਲਖਿਓ ਅਸ ਜਬ ਹੀ। ਸੋ ਜਦੋਂ ਧਿਆਨ ਧਾਰ ਕੇ ਇਹ ਰਿਸ਼ੀ ਮੁਨੀਆਂ ਨੇ ਇਹ ਸਭ ਜਿਹੜੀ ਹਨ ਗੱਲ ਨੂੰ ਜਾਣ ਲਿਆ ਵੀ ਇੱਥੇ ਜਿਹੜਾ ਹਨ ਵੀ ਵਿਸ਼ਨੂੰ ਆਪ ਅਵਤਾਰ ਧਾਰ ਕੇ ਦੁਨੀਆ ਵਿੱਚ ਆਏਗਾ ਤੇ ਉਹ ਤ੍ਰੇਤੇ ਯੁੱਗ ਦਾ ਅਵਤਾਰ ਕਹਿਲਾਏਗਾ। ਆਇਓ ਅਯੁੱਧਿਆ ਮੁਨਿਵਰ ਤਬ ਹੀ। ਤੇ ਉਹ ਸਾਰੇ ਮੁਨੀਵਰ ਲੋਕ, ਰਿਸ਼ੀ ਲੋਕ ਚੱਲ ਕਰਕੇ ਆਗੇ ਅਯੁੱਧਿਆ ਵਿੱਚ। ਨਿਰਪਨੈ ਸਨਮਾਨਿਓ ਕਰ ਬੰਦਨ। ਤੇ ਦਸ਼ਰਥ ਰਾਜੇ ਨੇ ਉਹਨਾਂ ਨੂੰ ਰਿਸ਼ੀ ਮੁਨੀ ਜਾਣ ਕੇ ਬੜਾ ਸਤਿਕਾਰ ਕੀਤਾ ਤੇ ਉਹਨਾਂ ਨੂੰ ਮੱਥੇ ਵੀ ਟੇਕੇ। ਕੀਨੋ ਜਾਚਨ ਜੇਸਟ ਨੰਦਨ। ਉਹਨਾਂ ਨੇ ਆ ਕਰਕੇ ਰਾਮਚੰਦਰ ਨੂੰ ਮੰਗਿਆ। ਦਸ਼ਰਥ ਨੂੰ ਕਹਿੰਦੇ ਇਹ ਰਾਮਚੰਦਰ ਜਿਹੜਾ ਹੈ ਸਾਨੂੰ ਦੇ ਦਿਓ। ਹਜੇ ਰਾਮਚੰਦਰ ਛੋਟਾ ਹੀ ਸੀ ਉਮਰ ਦਾ, ਕਹਿੰਦੇ ਉਹ ਬੱਚਾ ਹੀ ਸੀ ਹਜੇ, ਕਹਿੰਦੇ ਇਹ ਰਾਮਚੰਦਰ ਨੂੰ ਸਾਨੂੰ ਸੌਂਪ ਦੇ। ਲੈਨ ਰਿਪਤੇ ਰਗਵਰ ਬਰੇ ਆਏ। ਤੇ ਉਹਨਾਂ ਨੇ ਕੀ ਕੀਤਾ, ਦਸ਼ਰਥ ਤੋਂ ਜੋਰੋ ਜਰਬੀ ਰਾਮਚੰਦਰ ਨੂੰ ਖਿੱਚ ਕੇ ਲੈ ਗਏ। ਆਸ਼ਰਮ ਗਮਨਿਓ ਹਰਖ ਵਡਾਈ। ਆਸ਼ਰਮ ਨੂੰ ਲੈ ਗਏ ਜਿੱਥੇ ਉਹਨਾਂ ਦਾ ਆਸ਼ਰਮ ਬਣਿਆ ਹੋਇਆ ਸੀ, ਜਿੱਥੇ ਪੜ੍ਹਾਈ ਕਰਾਈ ਜਾਂਦੀ ਸੀ, ਜਿੱਥੇ ਵੇਦ ਸ਼ਾਸਤਰ ਪੁਰਾਣ ਪੜ੍ਹਾਏ ਜਾਂਦੇ ਸਨ, ਸਿਮਰਤੀਆਂ ਪੜ੍ਹਾਈਆਂ ਜਾਂਦੀਆਂ ਸਨ, ਉੱਥੇ ਲੈ ਗਏ। ਇਹੋ ਕਹਿ ਲੋ ਕਿ ਪਾਠਸ਼ਾਲਾ ਲੈ ਗਏ, ਸਕੂਲ ਨੂੰ ਲੈ ਗਏ। ਮਾਰਗ ਵਿਖੇ ਤਾਰਕਾ ਮਾਰੀ। ਤੇ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਰਾਮਚੰਦਰ ਨੇ ਤਾਰਕਾ ਜੋ ਇੱਕ ਦੈਂਤਨੀ ਸੀ ਉਹਨੂੰ ਮਾਰਨਾ ਕੀਤਾ। ਹੋਏ ਦੈਂਤ ਆਏ ਬਲ ਭਾਰੀ। ਫਿਰ ਤਾਰਕਾ ਮਰੀ ਤੋਂ ਬਾਅਦ ਦੋ ਦੈਂਤ ਹੋਰ ਆਏ ਰਾਮਚੰਦਰ ਨੂੰ ਮਾਰਨ ਵਾਸਤੇ। ਤਿੰਨ ਫਰ ਸਰ ਮਰੀਚ ਕੈ ਮਾਰਾ। ਤੇ ਰਾਮਚੰਦਰ ਨੇ ਉਹ ਤੀਰ ਬਿਨਾ ਨੋਕ ਵਾਲਾ, ਮਤਲਬ ਕਿ ਬਿਨਾ ਹੀ ਨੋਕ ਤੋਂ ਜਿਹੜਾ ਤੀਰ ਹੈ, ਜਿਹਦੇ ਉੱਤੇ ਜਿਹੜਾ ਹਾਂ ਕੋਈ ਤਿੱਖਾ ਜਿਹੜਾ ਹੈ ਸ਼ਾਸਤਰ ਨਾ ਲੱਗਿਆ ਹੋਵੇ, ਸੋ ਉਹ ਜਿਹੜਾ ਹਨ ਨੋਕ ਤੋਂ ਬਗੈਰ ਹੀ ਜਿਹੜਾ ਤੀਰ ਹੈ ਉਹ ਮਾਰ ਕੇ ਉਹਨੇ ਮਰੀਚ ਨੂੰ ਮਾਰਿਆ। ਮਰੀਚ ਨੂੰ ਮਾਰ ਦਿੱਤਾ ਜੀ। ਜਾਏ ਪਰਿਓ ਲੰਕਾ ਕੇ ਦੁਆਰਾ। ਤੇ ਇਹ ਮਰੀਚ ਅੱਧ ਮਰਿਆ ਹੋਇਆ ਲੰਕਾ ਵਿੱਚ ਚਲਿਆ ਗਿਆ। ਹਨਿਓ ਸੋ ਬਾਹੋ ਰਾਮ ਪੁਨ ਤੂਰਨ। ਤੇ ਰਾਮਚੰਦਰ ਨੇ ਬਾਹੂ ਜਿਹੜਾ ਸੀ ਇੱਕ ਹੋਰ ਦੈਂਤ, ਉਹਨੂੰ ਵੀ ਮਾਰਨਾ ਕੀਤਾ ਉਸੇ ਵੇਲੇ। ਰਿਖਵਰ ਕੀਨੋ ਮਖ ਸੰਪੂਰਨ। ਤੇ ਉਹ ਰਿਸ਼ੀਆਂ ਨੇ ਆਪਣਾ ਜਿਹੜਾ ਹੈ ਉਹਨਾਂ ਦਾ ਯੱਗ ਸੀ ਉਹਨਾਂ ਨੇ ਪੂਰਾ ਕਰ ਲਿਆ, ਕਿਉਂਕਿ ਰਾਮਚੰਦਰ ਨੇ ਇਹ ਦੋ ਦੈਂਤ ਮਰੀਚ ਤੇ ਜਿਹੜਾ ਦੂਜਾ ਸੀਗਾ ਉਹਨੂੰ ਜਿਹੜਾ ਹੈ ਬਾਹੂ ਨੂੰ ਮਾਰ ਕੇ ਉਹ ਸਾਰਾ ਹੀ ਯੱਗ ਪੂਰਾ ਕਰ ਦਿੱਤਾ। ਤੇ ਛਿਨ ਜਨਕ ਦੂਤ ਚਲ ਆਵਾ। ਕਹਿੰਦੇ ਤੇ ਛਿਨ ਜਨਕ ਦੂਤ ਚਲ ਆਵਾ। ਉਸੇ ਸਮੇਂ ਦੀ ਗੱਲ ਹੈ ਕਿ ਜਨਕਪੁਰੀ ਤੋਂ, ਜਿੱਥੇ ਜਨਕ ਰਾਜਾ ਸੀਗਾ, ਉਹ ਜਨਕਪੁਰੀ ਤੋਂ ਇੱਕ ਦੂਤ, ਇੱਕ ਜਿਹੜਾ ਮੈਸੇਂਜਰ ਆਇਆ। ਸੁਤਾ ਸੁਯੰਬਰ ਜਾਹੇ ਰਚਾਵਾ। ਉਹ ਜਿਹੜਾ ਮੈਸੇਂਜਰ ਨੇ ਇਹ ਮੈਸੇਜ ਲੈ ਕੇ ਆਇਆ ਕਿ ਜਨਕ ਰਾਜਾ ਆਪਣੀ ਪੁੱਤਰੀ ਸੀਤਾ ਦਾ ਸੁਅੰਬਰ ਕਰ ਰਿਹਾ ਹੈ। ਸੁਅੰਬਰ ਹੁੰਦਾ ਹੈ ਸਵੈ ਇੱਛਾ ਅਨੁਸਾਰ ਆਪਣੇ ਪਤੀ ਨੂੰ ਚੁਣਨਾ। ਸੋ ਇਸ ਪ੍ਰਕਾਰ ਕਰਕੇ ਸੀਤਾ ਨੇ ਆਪਣਾ ਪਤੀ ਚੁਣਨਾ ਸੀਗਾ, ਸੋ ਉਹਦੇ ਵਾਸਤੇ ਸ਼ਰਤਾਂ ਰੱਖੀਆਂ ਹੁੰਦੀਆਂ ਸਨ। ਸੋ ਉਹ ਸੁਅੰਬਰ ਦਾ ਜਿਹੜਾ ਮੈਸੇਜ ਲੈ ਕੇ ਆਇਆ ਕਿ ਸਾਰੇ ਰਾਜੇ ਦੇ ਪੁੱਤਰਾਂ ਨੂੰ ਸੱਦਿਆ ਜਾਂਦਾ ਸੀਗਾ ਵੀ ਕੌਣ ਉਹ ਜਿਹੜੀ ਹੈ ਚੈਲੰਜ ਨੂੰ ਪੂਰਾ ਕਰੇਗਾ ਤੇ ਸੀਤਾ ਉਹਦੇ ਨਾਲ ਵਿਆਹ ਕਰੇਗੀ। ਸੋ ਇਸ ਪ੍ਰਕਾਰ ਕਰਕੇ ਜੋ ਦੂਤ ਪਹੁੰਚਿਆ, ਲੀਨ ਮੁਨੀ ਸੰਗ ਦੋਨੋਂ ਭਾਈ। ਉਸ ਵੇਲੇ ਇਹ ਰਿਸ਼ੀ ਮੁਨੀਆਂ ਨੇ ਕੀ ਕੀਤਾ, ਰਾਮਚੰਦਰ ਨੂੰ
ਤੇ ਜਿਹੜਾ ਹਨ ਕਹਿੰਦੇ ਨਾਲ ਲਛਮਣ ਵੀ ਸੀਗਾ, ਉਹਨਾਂ ਦੋਨਾਂ ਨੂੰ ਨਾਲ ਭੇਜ ਦਿੱਤਾ, ਕਹਿੰਦੇ ਜਾਓ ਭਾਈ ਸੁਅੰਬਰ ਨੂੰ। ਗਇਓ ਬਿਦੇਹ ਨਗਰ ਜਿਹੇ ਥਾਈ, ਕਹਿੰਦੇ ਚਲੇ ਗਏ ਵਿਦੇਹ, ਕਹਿਣ ਲੱਗੇ ਉਹ ਜਨਕਪੁਰੀ ਤੇ ਜਾ ਪਹੁੰਚੇ ਜੀ ਦੋਵੇਂ। ਤਹਿ ਬਹੁ ਭੂਪਨ ਭਇਓ ਸਮਾਜਾ। ਦੇਖੋ ਸੁਅੰਬਰ ਦੇ ਵਿੱਚ ਹਾਜ਼ਰੀਆਂ ਲਾਉਣ ਵਾਸਤੇ ਬੜੇ ਰਾਜੇ ਆਏ ਜੀ ਵੀ ਅਸੀਂ ਸੀਤਾ ਨੂੰ ਵਿਆਹਣਾ ਹੈ। ਸੋ ਬਹੁਤ ਸਾਰੇ ਰਾਜੇ ਉਹ ਚੈਲੰਜ ਨੂੰ ਲੈਣ ਵਾਸਤੇ ਆਏ ਜੀ, ਇਕੱਠ ਬੜਾ ਵੱਡਾ ਸੀ। ਧਨ ਤੋਰਨ ਕੋ ਸਰਿਓ ਨਾ ਕਾਜਾ। ਕਣਗੇ ਧਨ ਜਿਹੜਾ ਸੀਗਾ ਇੱਕ ਸ਼ਿਵ ਜੀ ਦਾ ਬੋ ਸੀਗਾ, ਧਨੁਸ਼ ਸੀਗਾ ਜੋ ਸ਼ਿਵ ਜੀ ਦਾ ਸੀਗਾ। ਉਹ ਸ਼ਰਤ ਇਹ ਸੀਗੀ ਵੀ ਕਿਹੜਾ ਇਹ ਧਨੁਸ਼ ਨੂੰ ਜਿਹੜਾ ਹੈ ਚਿਲਾ ਚੜਾਏਗਾ, ਚਿਲਾ ਚੜਾਉਣ ਦੀ ਉਹ ਚੈਲੰਜ ਸੀਗੀ। ਪਰ ਜਦੋਂ ਇਹ ਚਿਲਾ ਚੜੇਗਾ ਤਾਂ ਧਨੁਖ ਨੇ ਟੁੱਟ ਜਾਣਾ ਹੈ। ਸੋ ਉਹ ਧਨੁਖ ਜਿਹੜਾ ਹੈ ਚਿਲਾ ਉਹਨੂੰ ਚੜਾਉਣ ਵਾਸਤੇ ਉਹੀ ਇੱਕ ਚੈਲੰਜ ਸੀਗੀ ਵੀ ਕੌਣ ਇਸ ਬੋ ਨੂੰ ਆਪਣੇ ਹੱਥੀਂ ਚਿਲਾ ਚੜਾ ਸਕਦਾ ਹੈ। ਮਨ ਰਜਾਏ ਤੇ ਉੱਠੇ ਰਘੁਏਸਾ। ਦੇਖੋ ਉਸ ਵੇਲੇ ਜਦੋਂ ਸਾਰੇ ਰਾਜਿਆਂ ਨੇ ਟਰਾਈ ਕਰ ਲਿਆ, ਕੋਸ਼ਿਸ਼ ਕਰ ਲਈ, ਹਿੰਮਤ ਕਰ ਲਈ, ਕਿਸੇ ਤੋਂ ਉਹ ਚਿਲਾ ਨਾ ਚੜਿਆ ਉਹ ਬੋ ਦੇ ਉੱਤੇ। ਜਦੋਂ ਉਸ ਵੇਲੇ ਰਾਮਚੰਦਰ ਜੀ ਨੂੰ ਉਸ ਵੇਲੇ ਮੁਨੀ ਜਿਹੜੇ ਸਨ ਉੱਥੇ ਵਿਸ਼ਵਾਮਿੱਤਰ ਵਰਗੇ ਜਿਹੜਾ ਹੈ ਆਪਣੇ ਜਿਹੜਾ ਹੈ ਤੇ ਹੋਰ ਵਿਸ਼ਿਸ਼ਟ ਵਰਗੇ ਮੁਨੀ ਰਿਸ਼ੀ ਲੋਕ, ਉਹਨਾਂ ਨੇ ਕਿਹਾ ਕਿ ਰਘੂ ਨੂੰ ਰਘੁਵੇਸ਼, ਉਹਨੂੰ ਰਘੁਵੇਸ਼ ਇਸ ਕਰਕੇ ਹੈ ਰਗ। ਸੋ ਇਸ ਕਰਕੇ ਉਹ ਰਘੂ ਜਿਹੜਾ ਹੈ ਰਾਮਚੰਦਰ ਜੀ ਉਹਨੂੰ ਕਿਹਾ, ਕਹਿੰਦੇ ਤੁਸੀਂ ਜਾਓ ਜੀ, ਹੁਣ ਤੁਸੀਂ ਇਹ ਚੈਲੰਜ ਲਓ। ਭੰਜਿਓ ਚੱਪ ਹੈ ਪਿਖਤ ਨਰੇਸਾ। ਉਸ ਵੇਲੇ ਕੀ ਹੋਇਆ, ਰਾਜਿਆਂ ਦੇ ਦੇਖਦਿਆਂ ਹੀ ਦੇਖਦਿਆਂ ਰਾਮਚੰਦਰ ਨੇ ਉਹ ਚਿਲਾ ਜਿਹੜਾ ਹੈ ਉਹ ਚੜਾਉਣਾ ਕੀਤਾ। ਜਦੋਂ ਚੜਿਆ ਚਿਲਾ ਉਹ ਜਿਹੜੀ ਹੈ ਬੋ ਕਰੈਕ ਹੋ ਗਈ, ਟੁੱਟ ਗਈ, ਦੋ ਹਿੱਸੇ ਹੋ ਗਏ ਉਸਦੇ। ਜਨਕ ਸੁਤਾ ਸੀਤਾ ਜਿਹੇ ਨਾਮੂ। ਤੇ ਜਨਕ ਦੀ ਜੋ ਪੁੱਤਰੀ ਸੀ ਸੀਤਾ, ਜਿਹਦਾ ਨਾਮ ਸੀ ਫੂਲ ਮਲ ਡਾਰੀ ਗਰ ਰਾਮੂ। ਉਹਨੇ ਜਿਹੜਾ ਹੈ ਆ ਕੇ ਫੂਲ ਮਾਲਾ ਜਿਹੜੀ ਹੁੰਦੀ ਹੈ ਆ ਕੇ ਰਾਮਚੰਦਰ ਦੇ ਗਲ ਵਿੱਚ ਪਾਤੀ। ਜਿਹੜੇ ਫੂਲ ਮਾਲਾ ਦਾ ਮਤਲਬ ਇਹੀ ਹੁੰਦਾ ਹੈ ਕਿ ਤੂੰ ਮੇਰਾ ਅੱਜ ਤੋਂ ਪਤੀ ਹੈ। ਸੋ ਇਹ ਜਿਹੜਾ ਹੈ ਉਹਨੇ ਆਪਣਾ ਪਤੀ ਚੁਣ ਲਿਆ, ਰਾਮਚੰਦਰ ਨਾਲ ਵਿਆਹ ਕਰ ਲਿਆ। ਉਹਰੋ ਦਸ਼ਰਥ ਲੀਨ ਬੁਲਾਈ। ਫੇਰ ਜਿਹੜਾ ਹੈ ਦਸ਼ਰਥ ਰਾਜੇ ਨੂੰ ਵੀ ਬੁਲਾ ਲਿਆ ਜਨਕ ਦੇ ਵਿੱਚ, ਜਨਕਪੁਰੀ ਵਿੱਚ। ਸਜ ਬਰਾਤ ਆਏ ਤੇ ਥਾਈ। ਤੇ ਦਸ਼ਰਥ ਰਾਜਾ ਬਰਾਤ ਲੈ ਕੇ ਫਿਰ ਪਹੁੰਚਿਆ ਉੱਥੇ ਆਫੀਸ਼ੀਅਲ ਵਿਆਹ ਕਰਾਉਣ ਵਾਸਤੇ ਆਪਣੇ ਪੁੱਤਰਾਂ ਦਾ। ਚਾਰ ਪੁੱਤਰ ਕੋ ਕੀਨ ਵਿਵਾਹਾ। ਚਾਰ ਪੁੱਤਰਾਂ ਦਾ ਵਿਆਹ ਕਰਾ ਕੇ ਦਸ਼ਰਥ ਜੀ ਪਾਤੇ ਛਿਨ ਅਤ ਸਹਿ ਉਤਸਾਹ। ਬੜੇ ਉਸ ਛਿਨ ਵਿੱਚ ਬੜੇ ਉਤਸ਼ਾਹ ਦੇ ਨਾਲ, ਬੜੀ ਖੁਸ਼ੀ ਨਾਲ ਇਹ ਵਿਆਹ ਹੋਏ ਚਾਰੇ ਪੁੱਤਰਾਂ ਦੇ। ਨਗਰ ਅਯੁੱਧਿਆ ਪੁਨ ਚਲ ਆਏ। ਫਿਰ ਵਿਆਹ ਕਰਾ ਕੇ ਆਪਣੇ ਪੁੱਤਰਾਂ ਦਾ ਉਹ ਲੈ ਕੇ ਆ ਗਏ ਜੀ ਵਾਪਸ ਅਯੁੱਧਿਆ ਵਿੱਚ। ਕਿਤਕ ਦਿਵਸ ਬਸ ਜਬੈ ਬਿਤਾਏ। ਜਦੋਂ ਕੁਝ ਕੁ ਸਮਾਂ ਬੀਤਿਆ ਅਯੁੱਧਿਆ ਦੇ ਵਿੱਚ ਰਹਿੰਦਿਆਂ ਹੋਇਆਂ, ਰਾਜ ਕਰਦਿਆਂ ਹੋਇਆਂ ਦਸ਼ਰਥ ਨੂੰ, ਭਰਤ ਵਿਦੇਸ਼ ਕੀਨ ਤਬ ਗਵਨੰ। ਉਸ ਵੇਲੇ ਭਰਤ ਕੋਈ ਕੰਮ ਕਰਕੇ, ਜੋ ਦੂਜਾ ਪੁੱਤਰ ਸੀ ਨਾ ਦਸ਼ਰਥ ਦਾ ਭਰਤ, ਉਹ ਕਿਸੇ ਕੰਮ ਕਰਕੇ ਨਿਕਲ ਗਿਆ, ਉਹ ਕਿਤੇ ਵਿਦੇਸ਼ ਚਲਿਆ ਗਿਆ। ਰਗਬਰ ਰੁਚਿਰ ਬਿਰਾਜ ਹੈ ਭਵਨੰ। ਸੋ ਰਘੁਬਰ ਰਾਮਚੰਦਰ ਜੀ ਨੂੰ ਜਿਹੜਾ ਹੈ ਹੁਣ ਘਰ ਦੇ ਵਿੱਚ ਉਹ ਬੜੇ ਹੀ ਸੁੰਦਰ ਤਰੀਕੇ ਨਾਲ ਘਰੇ ਰਹਿੰਦਾ ਹੁੰਦਾ ਸੀ, ਆਪਣੇ ਪਿਤਾ ਦੀ ਮਦਦ ਕਰਦਾ ਹੁੰਦਾ ਸੀ ਰਾਜ ਕਾਜ ਸਵਾਰਨ ਵਾਸਤੇ। ਦਸ਼ਰਥ ਆਪਨ ਅਵਸਥਾ ਦੇਖੀ। ਜਦੋਂ ਇਹ ਰਾਜਾ ਦਸ਼ਰਥ ਨੇ ਦੇਖਿਆ ਕਿ ਮੇਰੀ ਉਮਰ ਹੁਣ ਵੱਡੀ ਹੋ ਗਈ, ਤਿਉ ਰਾਜ ਸੁਤ ਚਾਹੇ ਵਿਸੇਖੀ। ਉਹਨੇ ਇੱਛਾ ਕੀਤੀ ਕਿ ਮੈਂ ਆਪਣਾ ਰਾਜ ਆਪਣੇ ਜੇਸ਼ਟ ਪੁੱਤਰ ਰਾਮਚੰਦਰ ਨੂੰ ਦੇ ਕਰਕੇ। ਅਬ ਖੇਕਨ ਕੋ ਸਮਾ ਵਿਚਾਰੀ। ਤੇ ਉਹਨੇ ਸਮਾਂ ਦਾ ਵਿਚਾਰ ਕੀਤਾ ਕਿ ਕਿਦੋਂ ਇਹ ਕੋਰੋਨੇਸ਼ਨ ਕੀਤਾ ਜਾਵੇ, ਅਭਿਸ਼ੇਕ ਕੀਤਾ ਜਾਵੇ ਰਾਜ ਦਾ, ਕਿ ਮੈਂ ਆਪਣੀ ਰਾਜ ਗੱਦੀ ਦੇ ਉੱਤੇ ਰਾਮਚੰਦਰ ਨੂੰ ਬਿਠਾ ਦਵਾਂ। ਸਰਬ ਸੌਜ ਕੀਨੀ ਜਬ ਤਿਆਰੀ। ਉਹਨੇ ਸਾਰੀਆਂ ਹੀ ਜਿਹੜੀਆਂ ਹਨ ਵਸਤੂਆਂ ਉਹਨਾਂ ਨੇ ਤਿਆਰੀ ਕਰ ਲਈ। ਰਾਜ ਦਰਬਾਰ ਵਿੱਚ ਜਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ਅਭਿਸ਼ੇਕ ਵਾਸਤੇ, ਨਵਾਂ ਰਾਜਾ ਨੂੰ ਤਿਲਕ ਦੇਣ ਵਾਸਤੇ, ਉਹ ਸਾਰੀਆਂ ਤਿਆਰੀਆਂ ਹੋ ਗਈਆਂ। ਸੁਨਤ ਕਹਿ ਕਈ ਕੋ ਮਨ ਛੋਬਾ। ਉਸ ਵੇਲੇ ਜਦੋਂ ਇਸ ਦੀ ਦੂਜੀ ਘਰਵਾਲੀ ਦਸ਼ਰਥ ਦੀ ਕਕਈ ਜਿਹੜੀ ਸੀ, ਜਦੋਂ ਉਹਨੂੰ ਇਹ ਗੱਲ ਦਾ ਪਤਾ ਲੱਗਿਆ, ਉਹ ਮਨ ਵਿੱਚ ਬੜੀ ਦੁਖੀ ਹੋਈ। ਰਾਜ ਲੈਨ ਸੁਤ ਕੋ ਭਾ ਲੋਭਾ। ਤੇ ਉਹਨੂੰ ਇੱਕ ਲੋਭ ਜਾਗਿਆ ਮਨ ਦੇ ਵਿੱਚ ਕਿ ਰਾਜ ਗੱਦੀ ਮੇਰੇ ਪੁੱਤਰ ਭਰਤ ਨੂੰ ਮਿਲਣੀ ਚਾਹੀਦੀ ਆ, ਨਾ ਕਿ ਰਾਮਚੰਦਰ ਨੂੰ। ਭਾਵੇਂ ਰਾਮਚੰਦਰ ਚਾਰੇ ਪੁੱਤਰਾਂ ਤੋਂ ਵੱਡੇ ਜੇਸ਼ਟ ਪੁੱਤਰ ਸਨ, ਪਰ ਉਹਦੇ ਮਨ 'ਚ ਇਹ ਇੱਛਾ ਆਈ ਕਿ ਰਾਮਚੰਦਰ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਕੌਸ਼ਲਿਆ ਦਾ ਪੁੱਤਰ ਮੇਰਾ ਪੁੱਤਰ ਨਹੀਂ ਹੈ। ਤੇ ਉਹ ਕਹਿੰਦੀ ਮੇਰੇ ਪੁੱਤਰ ਭਰਤ ਨੂੰ ਹੀ ਰਾਜਗੱਦੀ ਤੇ ਬਿਠਾਉਣਾ ਚਾਹੀਦਾ ਹੈ। ਜਬ ਭੂਪਤ ਤਹਿ ਭਵਨ ਪਧਾਰਾ। ਇੱਕ ਦਿਨ ਦੀ ਗੱਲ ਹੈ, ਜਦੋਂ ਇਹ ਤਿਆਰੀਆਂ ਹੋ ਰਹੀਆਂ ਸਨ, ਦਸ਼ਰਥ ਕਕਈ ਦੇ ਮਹਿਲਾਂ ਵਿੱਚ ਗਿਆ, ਪਹੁੰਚਿਆ। ਰਹੇ ਰੂਠ ਨਹਿ ਬਚਨ ਉਚਾਰਾ। ਕਿ ਕਈ ਬੜੀ ਰੁੱਠੀ ਹੋਈ ਬੈਠੀ ਹੈ, ਗੁੱਸੇ ਨਾਲ ਬੈਠੀ ਹੈ, ਦਸ਼ਰਥ ਨੂੰ ਬੁਲਾ ਨਹੀਂ ਰਹੀ, ਨਾ ਉਹਦਾ ਸਤਿਕਾਰ ਕੀਤਾ, ਨਾ ਉਹਨੂੰ ਬੁਲਾਇਆ ਦਸ਼ਰਥ ਰਾਜੇ ਨੂੰ ਆਇਆਂ ਨੂੰ। ਇਸ ਮਾਨਿਓ ਨਿਰਪਲਖ ਭੈ ਨਾਰੀ। ਹੁਣ ਇਹ ਦਸ਼ਰਥ ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ ਕਕਈ ਤਾਂ ਬੜੇ ਪ੍ਰੇਮ ਨਾਲ
ਮਿਲਿਆ ਕਰਦੀ ਹੈ, ਤੇ ਅੱਜ ਤਾਂ ਇਹ ਜਿਹੜਾ ਹੈ ਕੋਈ ਮਿਲਣ ਨੂੰ ਨਹੀਂ ਆਈ, ਮੂੰਹ ਵੱਟ ਕੇ ਪਾਸੇ ਹੋ ਕੇ ਬੈਠੀ ਹੈ। ਚੰਦ ਬਦਨ ਹੈ ਪ੍ਰਾਨ ਪਿਆਰੀ। ਤੇ ਆਪਣੇ ਘਰ ਵਾਲੀ ਦਾ ਜਿਹੜਾ ਗੁੱਸਾ ਦੇਖ ਕਰਕੇ ਦਰਸ਼ਨ ਥੋੜਾ ਜਿਹਾ ਭੈ ਆਇਆ, ਡਰ ਜਾ ਆਇਆ, ਤੇ ਕਹਿਣ ਲੱਗਾ ਚੰਦ ਬਦਨ ਚੰਦਨਮਾ ਵਰਗੇ ਬਦਨ ਵਾਲੀਏ ਸੁੰਦਰ ਇਸਤਰੀ, ਕਹਿਣ ਲਗੇ ਤੂੰ ਮੇਰੇ ਪ੍ਰਾਣਾ ਤੋਂ ਪਿਆਰੀ ਹੈ ਮੈਨੂੰ। ਦਸ਼ਰਥ ਨੇ ਇਹ ਗੱਲ ਕਹੀ ਕਕਈ ਨੂੰ। ਚਾਹੋ ਜੋ ਲੇਹੋ ਕਰਹੋ ਕਿਉਂ ਰੋਸੂ। ਕਹਿਣ ਲਗੇ ਤੂੰ ਗੁੱਸੇ ਹੋ ਕੇ ਕਿਉਂ ਬੈਠੀ ਹੈ, ਜੋ ਤੂੰ ਲੈਣਾ ਤੂੰ ਮੰਗ ਲਾ ਤੈਨੂੰ ਦੇ ਦਿਆਂਗੇ। ਕਹਿਣਾ ਕੀਨ ਆਜ ਤਬ ਦੋਸੂ। ਕਹਿਣ ਲੱਗੇ ਕਹਿਣਾ ਕੀਨ, ਤੈਨੂੰ ਕਿਹਨੇ ਕੁਝ ਕਹਿ ਦਿੱਤਾ ਜਿਹਦੇ ਕਰਕੇ ਤੂੰ ਗੁੱਸੇ ਹੋਈ ਬੈਠੀ ਹੈ? ਕਿਸੇ ਨੇ ਕੁਝ ਕਹਿ ਨਾ ਦਿੱਤਾ ਤੈਨੂੰ, ਜਾਂ ਤੈਨੂੰ ਜਿਹੜਾ ਹੈ ਤੇਰੇ ਅਗੇਂਸਟ ਤਾਂ ਨਹੀਂ ਕੁਝ ਹੋ ਗਿਆ? ਦੱਸ ਤੇਰਾ ਕੀ ਪ੍ਰੋਬਲਮ ਹੈ, ਕਿਉਂ ਨਹੀਂ ਗੁੱਸੇ ਵਿੱਚ ਬੈਠੀ ਹੈ? ਸੁਣ ਕੇ ਬੋਲੀ ਲਾਲਸ ਮਨ ਕੀ। ਉਸ ਵੇਲੇ ਕਕਈ ਨੇ ਜਿਹੜਾ ਹਨ ਮੌਕਾ ਤਾੜ ਕੇ ਕਹਿੰਦੇ ਵੀ ਇਹੀ ਚੰਗਾ ਮੌਕਾ ਹੈ। ਉਹਨੇ ਕੀ ਕੀਤਾ, ਆਪਣੀ ਲਾਲਸਾ ਨੂੰ, ਆਪਣੀ ਇੱਛਾ ਨੂੰ, ਆਪਣੇ ਲਾਲਚ ਨੂੰ ਅੱਗੇ ਰੱਖ ਕੇ ਬੋਲੀ ਪ੍ਰਤਪਾਲਾ ਕਰ ਆਪਨ ਬਚਨ ਕੀ। ਕਹਿਣ ਲਗੇ ਹੇ ਦਸ਼ਰਥ ਤੈਨੂੰ ਯਾਦ ਹੋਵੇਗਾ ਤੂੰ ਮੈਨੂੰ 2 ਵਾਰ ਦਿੱਤੇ ਸਨ, 2 ਵਾਰ ਤੂੰ ਮੈਨੂੰ ਮੰਗਣ ਵਾਸਤੇ ਕਹੇ ਸਨ ਜਿੱਦਣ ਮੈਂ ਯੁੱਧ ਦੇ ਵਿੱਚ ਤੇਰੀ ਜਾਨ ਬਚਾਈ ਸੀਗੀ। ਸੋ ਉਸ ਵੇਲੇ ਕਕਈ ਨੇ ਉਹ ਬਚਨ ਯਾਦ ਕਰਾਏ, ਤੇ ਉਸ ਵੇਲੇ ਜੰਗ ਦੇ ਵਿੱਚ ਜਦੋਂ ਕਕਈ ਨੇ ਦਸ਼ਰਥ ਦੀ ਰੱਖਿਆ ਕੀਤੀ, ਇੱਕ ਜਿਹੜਾ ਹਨ ਮਰਦ ਦਾ ਰੂਪ ਬਣਾ ਕੇ ਉਹਨੇ ਰੱਥ ਚਲਾਇਆ ਸੀ, ਤੇ ਰੱਥ ਚਲਾਉਂਦੀ ਨੇ ਦਸ਼ਰਥ ਨੂੰ ਇੱਕ ਜੰਗ ਤੋਂ ਬਚਾਇਆ ਸੀ ਮਰਦੇ ਹੋਏ ਨੂੰ। ਤਾਂ ਉਸ ਵੇਲੇ ਦਸ਼ਰਥ ਨੇ ਉਹਨੂੰ ਕਿਹਾ ਸੀਗਾ ਕਕਈ ਨੂੰ ਕਿ ਦੱਸ ਤੇਰੀ ਕੀ ਇੱਛਾ ਹੈ। ਕਕਈ ਕਹਿੰਦੀ ਵੀ ਮੈਂ ਤੇ ਤੋਂ 2 ਜਿਹੜੀਆਂ ਹਨ ਵਰ ਲੈਣੇ ਨੇ, ਪਰ ਸਮੇਂ ਸਿਰ ਮੈਂ ਤੈਨੂੰ ਦੱਸਾਂਗੀ, ਮੈਂ ਹੁਣ ਨਹੀਂ ਦੱਸਾਂਗੀ। ਤੇ ਉਹਦੇ ਨਾਲ ਫਿਰ ਵਿਆਹ ਕਰਾ ਲਿਆ ਸੀਗਾ। ਹੁਣ ਉਹ ਗੱਲ ਬੜੀ ਪੁਰਾਣੀ ਹੋ ਗਈ, ਤੇ ਅੱਜ ਕਕਈ ਜਿਹੜੀ ਹੈ ਰਾਣੀ ਨੇ ਉਹੀ ਗੱਲ ਦੁਹਰਾਈ, ਯਾਦ ਕਰਾਇਆ। ਕਹਿੰਦੀ ਹੇ ਰਾਜਨ, ਜਿਹੜੇ ਤੂੰ ਮੈਨੂੰ 2 ਬਚਨ ਕੀਤੇ ਸਨ, ਕਹਿੰਦੀ ਉਹ ਹੁਣ ਉਹਨਾਂ ਦੀ ਪ੍ਰਤਪਾਲਨਾ ਕਰ। ਮੈਂ ਅੱਜ ਤੁਹਾਡੇ ਤੋਂ ਮੰਗਣੇ ਹਨ ਉਹ ਵਰ। ਦੁਐ ਬਰ ਦੇਨ ਕਹੇ ਜੋ ਮੋਹ। ਹਾਂ, ਜੋ ਤੂੰ ਕਹੇ ਸਨ ਨਾ 2 ਵਰ ਮੰਗ, ਉਹ 2 ਵਰ ਮੈਂ ਅੱਜ ਤੁਹਾਡੇ ਤੋਂ ਮੰਗਦੀ ਹਾਂ, ਤੇ ਮੈਨੂੰ ਵਾਅਦਾ ਕਰੋ ਤੁਸੀਂ ਮੈਨੂੰ ਨਾ ਨਹੀਂ ਕਰੂੰਗੀ, ਮੈਨੂੰ ਉਹ ਦੇ ਦਿਓ ਅੱਜ। ਸੋਨ ਹੈ ਦਿਓ ਭਇਓ ਮੁਝ ਰੋਹੂ। ਹਾਂ, ਕਹਿਣ ਲਗੇ ਜੇ ਤੂੰ ਉਹ ਨਹੀਂ ਦਿਓਗੇ ਤਾਂ ਮੈਂ ਫਿਰ ਤੁਹਾਡੇ ਨਾਲ ਗੁੱਸੇ ਹੋਵਾਂਗੀ, ਮੈਂ ਨਹੀਂ ਤੁਹਾਡਾ ਨਾਲ ਬੋਲਾਂਗੀ। ਦੇਹੋ ਅਬੈ ਤੋ ਜੀਵਨ ਮੇਰਾ। ਤੇ ਇੱਥੇ ਤੱਕ ਵੀ ਗੱਲ ਨਹੀਂ ਹੈ, ਜੇ ਤੁਸੀਂ ਅੱਜ ਮੇਰੇ ਇਹ 2 ਜਿਹੜੇ ਵਰ ਮੈਨੂੰ ਨਾ ਦਿੱਤੇ ਤਾਂ ਮੈਂ ਅੱਜ ਤੋਂ ਬਾਅਦ ਮੈਂ ਮਰ ਜਾਵਾਂਗੀ, ਮੈਂ ਅੱਜ ਹੀ ਮਰ ਜਾਣਾ, ਮੈਂ ਆਪਣੀ ਜਾਨ ਲੈ ਲਵਾਂਗੀ, ਤੁਸੀਂ ਮੈਨੂੰ ਜਿਉਂਦਿਆਂ ਨਹੀਂ ਦੇਖੋਗੇ। ਨਾ ਤੁਰ ਮਰਨ ਲਖੋ ਇਸ ਹਾਂ, ਬੇੜਾ। ਨਹੀਂ ਤਾਂ ਮੈਂ ਇਸੇ ਵੇਲੇ ਮਰਨ ਨੂੰ ਤਿਆਰ ਹਾਂ, ਮੇਰਾ ਜੀਵਨ ਨਹੀਂ ਹੋਵੇਗਾ, ਮੈਂ ਇਸੇ ਵੇਲੇ ਮਰ ਜਾਣਾ ਹੈ। ਨਰਿਪਨੈ ਕਹਿਓ ਚਾਹੇ ਜੋ ਲੀਜੈ। ਸੋ ਦਸ਼ਰਥ ਰਾਜੇ ਨੂੰ ਕੀ ਪਤਾ ਸੀ ਵੀ ਉਹਨੇ ਕੀ ਮੰਗਣਾ ਹੈ। ਉਸੇ ਵੇਲੇ ਰਾਜਾ ਦਸ਼ਰਥ ਨੇ ਕਿਹਾ ਕਿ ਮੈਨੂੰ ਯਾਦ ਹੈ ਉਹ 2 ਵਾਰ, ਕਹਿੰਦੇ ਮੰਗ ਲਾ ਅੱਜ, ਕੀ ਚਾਹੀਦਾ ਹੈ ਚੱਲ ਤੂੰ ਮੰਗ। ਬੋਲੀ ਰਾਜ ਤਾਤ ਮੋਹਿ ਦੀਜੈ। ਪਹਿਲਾਂ ਉਹਨੇ ਵਰ ਮੰਗਿਆ, ਕਹਿੰਦੇ ਮੇਰੇ ਪੁੱਤਰ ਨੂੰ ਰਾਜ ਦਿਓ, ਭਰਤ ਨੂੰ ਰਾਜ ਮਿਲਣਾ ਚਾਹੀਦਾ ਹੈ। ਭੂਪਤ ਆਪਣੋ ਬਚਨ ਨਾ ਹਾਰਿਓ। ਕਹਿਣ ਲੱਗੇ ਹੇ ਰਾਜਨ, ਤੂੰ ਆਪਣੇ ਬਚਨ ਤੋਂ ਹੁਣ ਫਿਰੀ ਨਾ, ਤੂੰ ਮੈਨੂੰ ਕਿਹਾ ਸੀ ਵਰ ਮੰਗਣ ਵਾਸਤੇ, ਮੈਂ ਹੁਣ ਵਰ ਮੰਗ ਲਿਆ ਕਿ ਮੇਰੇ ਪੁੱਤਰ ਭਰਤ ਨੂੰ ਰਾਜ ਦੇ, ਰਾਮਚੰਦਰ ਨੂੰ ਰਾਜ ਨਹੀਂ ਦੇਣਾ। ਸੋ ਇਸ ਕਰਕੇ ਤੂੰ ਆਪਣਾ ਹੁਣ ਵਾਅਦਾ ਪੂਰਾ ਕਰ। ਦਿਓ ਰਾਜ ਤੇ ਬਹੁਤ ਧਿਕਾਰਿਓ। ਹਾਂ, ਕਹਿਣ ਲੱਗੇ ਦਿਓ ਰਾਜ, ਕਹਿਣ ਲੱਗੇ ਉਹਨੂੰ ਰਾਜ ਦਿਓ, ਤੇ ਦੂਜਾ ਰਾਮਚੰਦਰ ਨੂੰ ਤਿਰਕਾਰ ਕਰ ਦਿਓ, ਕੱਢ ਦਿਓ ਮਹਿਲਾਂ ਵਿੱਚੋਂ। ਦੂਸਰ ਬਰ ਰਗਬਰ ਬਨ ਬਾਸਾ। ਤੇ ਦੂਸਰਾ ਮੇਰਾ ਵਰ ਇਹ ਹੈ ਕਿ ਜਿਹੜਾ ਹੈ ਰਾਮਚੰਦਰ ਨੂੰ ਤੂੰ ਬਨਵਾਸ ਦੇ ਦੇ, 14 ਸਾਲ 14 ਇਅਰਸ ਦਾ ਜਿਹੜਾ ਹੈ ਬਨਵਾਸ ਰਾਮਚੰਦਰ ਨੂੰ ਦੇ ਦੇ, ਕਿ ਉਹ ਅਯੁੱਧਿਆ ਨੂੰ ਛੱਡ ਕੇ ਚਲਿਆ ਜਾਵੇ, ਜੰਗਲਾਂ ਦੇ ਵਿੱਚ ਵਾਸ ਰੱਖੇ ਆਪਣਾ। ਇਹ ਦੂਜਾ ਵਰ ਮੈਨੂੰ ਦੇ ਦਿਓ। ਸੁਣ ਨਰਿਪਤ ਜੀ ਜੀਵਨ ਕੀ ਆਸਾ। ਇਹ ਸੁਣ ਕਰਕੇ ਦਸ਼ਰਥ ਦੇ ਲੱਤਾਂ ਦੇ ਥੱਲੋਂ ਧਰਤੀ ਪਾਟ ਗਈ। ਵਿਚਾਰਾ ਬੜਾ ਦੁਖੀ ਹੋਇਆ, ਇੰਨਾ ਦੁਖੀ ਹੋਇਆ, ਕਹਿੰਦਾ ਮੇਰਾ ਤਾਂ ਜਿਉਣਾ ਹੀ ਮੁੱਕ ਗਿਆ। ਇਉਂ ਲੱਗਦਾ ਸੀ ਉਹਨੂੰ ਜਿਵੇਂ ਉਹਦੀ ਜਾਨ ਹੀ ਕੱਢ ਲਈ ਹੁੰਦੀ ਹੈ। ਦਸ਼ਰਥ ਵਿਚਾਰਾ ਬੜਾ ਹੀ ਦੁਖੀ ਹੋਇਆ, ਕਹਿੰਦਾ ਉਹ ਆਪਣੇ ਮਨ ਵਿੱਚ ਇਹ ਸੋਚਦਾ ਹੈ ਜੇ ਮੈਂ ਆਪਣਾ ਪੁੱਤਰ ਰਾਮਚੰਦਰ ਨੂੰ ਰਾਜ ਨਾ ਦਿੱਤਾ ਤੇ ਉਲਟਾ ਉਹਨੂੰ ਬਨਵਾਸ ਮੈਂ ਦਵਾਂ, ਕਹਿੰਦਾ ਮੇਰੇ ਤਾਂ ਫਿਰ ਜਿਉਣ ਦਾ ਜਿਹੜਾ ਹੈ ਕੀ ਮਤਲਬ ਹੈ, ਮੈਂ ਕਿਸ ਤਰ੍ਹਾਂ ਜਿਊਂਗਾ ਇੰਨਾ ਭਾਰ ਪਾਪ ਉਠਾ ਕੇ। ਰਾਮਚੰਦ ਤਬ ਵਿਪਨ ਪਧਾਰੇ। ਪਰ ਰਾਮਚੰਦਰ ਜੀ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ, ਉਹਨਾਂ ਨੇ ਆਪਣੇ ਪਿਤਾ ਦਸ਼ਰਥ ਨੂੰ ਮਨਾ ਲਿਆ। ਕਹਿੰਦੇ ਉਹ ਕਕਈ ਵੀ ਸਾਡੀ ਮਾਤਾ ਹੈ, ਕਹਿੰਦੇ ਮਾਤਾ ਦਾ ਹੁਕਮ ਮੰਨਣਾ ਇੱਕ ਪੁੱਤਰ ਦਾ ਕੰਮ ਹੁੰਦਾ ਹੈ। ਸੋ ਇਸ ਕਰਕੇ ਜੇ ਸਾਡੀ ਮਾਤਾ ਨੇ ਕਿਹਾ ਹੈ ਵੀ ਭਰਤ ਨੂੰ ਰਾਜ ਦਿਓ, ਕਹਿੰਦੇ ਦੇ ਦਿਓ ਰਾਜ, ਸਾਨੂੰ ਕੋਈ ਗੁੱਸਾ ਨਹੀਂ ਇਹ ਗੱਲ ਦਾ। ਤੇ ਕਹਿੰਦੇ ਜੇ ਉਹਨਾਂ ਦੀ ਇਹੀ ਇੱਛਾ ਹੈ ਸਾਨੂੰ ਬਨਵਾਸ ਦੇਣ ਦੀ, ਉਹ ਵੀ ਤੁਸੀਂ ਦੇ ਦਿਓ,
ਕੋਈ ਗੱਲ ਨਹੀਂ। ਬੜੀ ਖੁਸ਼ੀ ਰਾਮਚੰਦਰ ਜੀ ਬਨਵਾਸ ਜਾਣ ਲੱਗੇ ਤਾਂ ਉਸ ਵੇਲੇ ਸੀਤਾ ਵੀ ਨਾਲ ਤਿਆਰ ਹੋ ਗਈ ਤੇ ਲక్ష్మణ ਵੀ ਨਾਲ ਤਿਆਰ ਹੋ ਗਏ। ਸੀਤਾ ਲక్ష్మణ ਲੀਨ ਸੰਘਾਰੇ। ਫਿਰ ਰਾਮਚੰਦਰ ਜੀ ਨੇ ਜਿਹੜਾ ਹੈ ਆਪਣੇ ਨਾਲ ਸਾਰੇ ਰਾਜ ਦੇ ਕੱਪੜੇ ਜਿਹੜੇ ਸਨ, ਜਿੰਨਾ ਸੋਨਾ ਚਾਂਦੀ ਪਹਿਨਿਆ ਹੋਇਆ ਸਾਰਾ ਹੀ ਲਾ ਦਿੱਤਾ। ਸਿਰਫ ਇੱਕ ਚੋਲੇ ਦੇ ਵਿੱਚ ਆਪਣੇ ਸਰੀਰ ਤੋਂ ਪਾ ਕਰਕੇ ਨਾਲ ਸੀਤਾ ਤੇ ਲక్ష్మణ ਨੂੰ ਲੈ ਕੇ ਜਿਹੜਾ ਅਯੁੱਧਿਆ ਵਿੱਚੋਂ ਨਿਕਲ ਗਏ ਸਨ। ਆਤੁਰ ਅਤ ਉਰ ਨਰ ਨਾਰੀ। ਜਦੋਂ ਲੋਕਾਂ ਨੂੰ ਜਿਹੜਾ ਹਨ ਅਯੁੱਧਿਆ ਦੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਸਾਡਾ ਰਾਜਾ ਰਾਮਚੰਦਰ ਦੀ ਜਿਹੜਾ ਹੈ ਉਹਨਾਂ ਨਾਲ ਇਹ ਗੱਲ ਹੋਈ ਹੈ, ਸਾਰਾ ਹੀ ਅਯੁੱਧਿਆ ਬੜਾ ਦੁਖੀ ਹੋਇਆ। ਕਹਿੰਦੇ ਧਰਮਾਤਮਾ ਰਾਜਾ ਦਸ਼ਰਥ ਇਹ ਕਿਵੇਂ ਕਰ ਸਕਦਾ ਹੈ? ਕਹਿੰਦੇ ਐਡਾ ਵੱਡਾ ਕਹਿਰ ਵਰਤਾ ਦਿੱਤਾ। ਤੇ ਉਹ ਬਹੁਤ ਦੁਖੀ ਹੋ ਕੇ ਨਰ ਨਾਰੀ ਰਸਤਿਆਂ ਵਿੱਚ ਖੜੇ ਸਨ ਰਾਮਚੰਦਰ ਨੂੰ ਰੋਕਣ ਵਾਸਤੇ। ਰਾਮ ਬਿਰਹਿ ਵਿਆਪੋ ਦੁਖ ਭਾਰੀ। ਸੋ ਇਹ ਵਿਛੋੜਾ ਜਿਹੜਾ ਹੈ ਰਾਮਚੰਦਰ ਦਾ ਦਸ਼ਰਥ ਤੋਂ ਸਹਿ ਨਾ ਗਿਆ। ਬੜਾ ਦੁਖੀ ਹੋਇਆ ਦਸ਼ਰਥ ਰਾਜਾ, ਕਿਉਂਕਿ ਰਾਮਚੰਦਰ ਨਾਲ ਬੜਾ ਪ੍ਰੇਮ ਕਰਦਾ ਸੀ ਦਸ਼ਰਥ। ਸੁਤ ਕੇ ਬਿਰਹਿ ਦਸ਼ਰਥ ਤਨ ਛੋਰਾ। ਦੇਖੋ ਕੀ ਹੋਇਆ, ਆਪਣੇ ਪੁੱਤਰ ਦੇ ਵਿਜੋਗ ਵਿੱਚ ਖੜਿਆ ਜਿਹੜਾ ਹੈ ਬੈਲਕਨੀ ਤੇ ਖੜਾ ਸੀ ਆਪਣੇ ਮਹਿਲਾਂ ਦੇ, ਉੱਥੋਂ ਹੀ ਚੱਕਰ ਖਾ ਕੇ ਜਿਹੜਾ ਹੈ ਡਿੱਗ ਪਿਆ ਦਸ਼ਰਥ। ਸੋ ਆਪਣੇ ਮਹਿਲਾਂ ਤੋਂ ਡਿੱਗ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਇੰਨਾ ਦੁਖੀ ਹੋਇਆ ਦਸ਼ਰਥ ਰਾਜਾ ਕਿ ਉਹਦੇ ਕੋਲ ਦੇਖਿਆ ਵੀ ਨਾ ਗਿਆ, ਸਹਾਰਿਆ ਨਾ ਗਿਆ ਇਹ ਗਮ ਜਿਹੜਾ ਸੀ। ਪ੍ਰੀਤਮ ਪ੍ਰਣ ਨੇ ਬਾਹਿਓ ਓਰਾ। ਦੇਖੋ ਪਰ ਪ੍ਰੀਤਮ ਰਾਮਚੰਦਰ ਜੀ ਜਿਹੜੇ ਹਨ ਉਹਨਾਂ ਨੇ ਫਿਰ ਵੀ ਜਿਹੜਾ ਹੈ ਉਹ ਪ੍ਰਣ ਜਿਹੜਾ ਆਪਣੇ ਪਿਤਾ ਨੂੰ ਦਿੱਤਾ ਸੀ ਉਹਨਾਂ ਨੇ ਨਿਭਾਇਆ। ਉਹਨੇ ਮੁੜ ਕੇ ਆਏ ਅਯੁੱਧਿਆ ਵਿੱਚ। 14 ਸਾਲ ਦਾ ਉਹਨਾਂ ਨੇ ਬਨਵਾਸ ਜਿਹੜਾ ਸੀਗਾ ਜਿਹੜਾ ਹੈ ਨਿਭਾਉਣਾ ਕੀਤਾ। ਰਿਖ ਵਸਿਸ਼ਟ ਦੇਖਿਓ ਅਸ ਹਾਲਾ। ਜਦੋਂ ਵਸ਼ਿਸ਼ਟ ਜੀ ਨੇ ਐਸਾ ਹਾਲ ਦੇਖਿਆ ਅਯੁੱਧਿਆ ਦਾ, ਦਸ਼ਰਥ ਰਾਜੇ ਦੇ ਘਰ ਦਾ ਐਸਾ ਹਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ, ਭਰਤ ਬੁਲਾਏ ਪਠੇ ਤਤਕਾਲਾ। ਵਸ਼ਿਸ਼ਟ ਜੀ ਨੇ ਭਰਤ ਜਿਹੜਾ ਵਿਦੇਸ਼ ਗਿਆ ਹੋਇਆ ਸੀ ਵਿਚਾਰਾ, ਉਹਨੂੰ ਤਾਂ ਕੁਝ ਪਤਾ ਵੀ ਨਹੀਂ ਸੀ ਵੀ ਪਿੱਛੇ ਕੀ ਹੋ ਰਿਹਾ ਹੈ। ਜਦੋਂ ਉਹਨਾਂ ਨੂੰ ਜਿਹੜਾ ਹਨ ਵਸ਼ਿਸ਼ਟ ਜੀ ਨੇ ਜਾ ਕੇ ਬੁਲਾਇਆ, ਭਰਤ ਨੂੰ ਜਾ ਕੇ ਕੋਈ ਜਿਹੜਾ ਹੈ ਦੂਤ ਭੇਜਿਆ, ਕਹਿੰਦੇ ਸਦਕੇ ਲਿਆਓ ਭਰਤ ਨੂੰ ਹੁਣ ਛਤੀ। ਆਨ ਦੇਖ ਜਬ ਸਰਬ ਕੁਚਾਲੀ। ਜਦੋਂ ਆ ਕੇ ਭਰਤ ਨੇ ਦੇਖਿਆ ਕਿ ਪਿਤਾ ਵਿਚਾਰਾ ਮਾਰਿਆ ਗਿਆ ਤੇ ਘਰ ਦੇ ਵਿੱਚ ਹਾਲਾਤ ਬੁਰੇ ਹੋ ਗਏ, ਸਾਰੇ ਰੋ ਰਹੇ ਹਨ ਤੇ ਰਾਮਚੰਦਰ ਨੂੰ ਬਨਵਾਸ ਦੇ ਦਿੱਤਾ। ਸੀਤਾ ਵੀ ਨਾਲ ਚਲੀ ਗਈ, ਲక్ష్మణ ਵੀ ਚਲਿਆ ਗਿਆ। ਉਹ ਬੜਾ ਦੁਖੀ ਹੋਇਆ। ਵਿਆਪੇ ਔਰ ਮਹਿ ਪੀਰ ਬਿਸਾਲੇ। ਉਹਦੇ ਅੰਦਰ ਇੰਨੀ ਪੀੜ ਹੋਈ ਕਿ ਮੈਨੂੰ ਰਾਜ ਦੇਣ ਵਾਸਤੇ ਦੇਖੋ ਕਿਹੜਾ ਕਹਿਰ ਵਰਤ ਗਿਆ ਇਹ ਮਹਿਲਾਂ ਦੇ ਉੱਤੇ। ਅਯੁੱਧਿਆ ਵਿੱਚ ਐਸਾ ਅੱਗੇ ਕਿਤੇ ਨਾ ਹੋਇਆ। ਇਹ ਕਿਉਂ ਹੋਇਆ ਐਸਾ? ਬੜਾ ਵਿਚਾਰਾ ਦੁਖੀ ਹੋਇਆ। ਸੁਨ ਨਿਜ ਜਨਨੀ ਅਧਿਕ ਤਿਕਾਰੀ। ਜਦੋਂ ਉਹਨੂੰ ਜਿਹੜਾ ਹੈ ਭਰਤ ਨੇ ਜਾ ਕੇ ਆਪਣੀ ਮਾਤਾ ਕਕਈ ਨੂੰ ਬੜੀਆਂ ਤਿਰਕਾਰਾਂ ਪਾਈਆਂ, ਕਹਿਣ ਲੱਗੇ ਰਾਮਚੰਦਰ ਮੇਰਾ ਵੱਡਾ ਭਰਾ ਨਹੀਂ, ਮੈਂ ਤਾਂ ਉਹਨੂੰ ਪਰਮਾਤਮਾ ਵਾਂਗੂ ਹੀ ਪੂਜਦਾ ਹਾਂ, ਮੇਰਾ ਉਹ ਵੱਡਾ ਹੈ। ਕਹਿੰਦੇ ਉਹਨੂੰ ਜਿਹੜਾ ਹੈ ਬਨਵਾਸ ਦੇ ਕੇ ਮੈਂ ਆਪ ਇਹ ਰਾਜਗੱਦੀ ਤੇ ਕਿਵੇਂ ਬਹਿ ਸਕਦਾ ਹਾਂ? ਕਹਿੰਦੇ ਕਿ ਮੈਂ ਉਹਨੂੰ ਉਦੋਂ ਨਾਲ ਸਤਿਕਾਰ ਕਰਦਾ ਹਾਂ। ਸੋ ਭਰਤ ਨੇ ਜਿਹੜਾ ਹੈ ਆਪਣਾ ਪਿਆਰ ਜਿਹੜਾ ਸੀ ਨਿਭਾਇਆ। ਸੋ ਭਰਤ ਜਿਹੜਾ ਸੀ ਆਪਣੀ ਮਾਂ ਨੂੰ ਤਿਰਕਾਰਾਂ ਪਾਉਣ ਲੱਗਿਆ ਕਕਈ ਨੂੰ ਵੀ ਤੂੰ ਚੰਗਾ ਨਾ ਕੀਤਾ, ਇਹ ਕਿਉਂ ਤੂੰ ਐਸਾ ਕੀਤਾ? ਪਿਤ ਪਿਤ ਕੀ ਕਾਇਆ ਜਾਰੀ। ਪਹਿਲਾਂ ਤਾਂ ਭਰਤ ਨੇ ਜਿਹੜਾ ਹੈ ਆਪਣੇ ਪਿਤਾ ਦੀ ਜਿਹੜੀ ਸੀਗੀ ਸਰੀਰ ਜਿਹੜਾ ਸੀਗਾ ਉਹਦਾ ਸੰਸਕਾਰ ਕੀਤਾ। ਰੁਦਨ ਕਰਤ ਪੁਰ ਛੋਰ ਸਿਧਾਰਾ। ਤੇ ਭਰਤ ਵਿਚਾਰਾ ਰੋਂਦਿਆਂ ਹੋਇਆਂ ਉਹ ਅਯੁੱਧਿਆ ਵਿੱਚੋਂ ਨਿਕਲ ਗਿਆ ਵਿਚਾਰਾ, ਤੇ ਉਹ ਉੱਥੇ ਨਾ ਰਿਹਾ। ਕਹਿੰਦਾ ਆਪਣੀ ਮਾਂ ਨੂੰ ਜੇ ਮੇਰਾ ਭਰਾ ਇੱਥੇ ਨਹੀਂ, ਜੇ ਮੇਰਾ ਭਰਾ ਰਾਮਚੰਦਰ ਇੱਥੇ ਰਾਜਾ ਨਹੀਂ ਬਣੇਗਾ, ਮੈਂ ਵੀ ਨਹੀਂ ਇੱਥੇ ਰਹਿਣਾ, ਮੈਂ ਵੀ ਇਹ ਰਾਜਗੱਦੀ ਨਹੀਂ ਲੈਣੀ। ਤੇ ਉਹ ਵਿਚਾਰਾ ਰੋਂਦਾ ਹੋਇਆ ਉਹ ਜੰਗਲਾਂ ਵੱਲ ਤੁਰ ਪਿਆ। ਕਹਿੰਦਾ ਜਿੱਥੇ ਰਾਮਚੰਦਰ ਜੀ 14 ਸਾਲ ਰਹਿਣਗੇ ਮੈਂ ਵੀ ਉਹਨਾਂ ਦੇ ਨਾਲ ਰਹਾਂਗਾ, ਜਿਵੇਂ ਲక్ష్మణ ਉਹਨਾਂ ਨਾਲ ਰਹਿਣਗੇ ਮੈਂ ਵੀ ਉਹਨਾਂ ਨਾਲ ਹੀ ਰਹਿਣਾ ਹੈ। ਜਹ ਗਮਨੇ ਰਘੁਰਾਏ ਉਧਾਰਾ। ਕਹਿਣਗੇ ਚਲਿਆ ਗਿਆ ਵਿਚਾਰਾ ਤੁਰ ਕੇ, ਉਹਨਾਂ ਦਾ ਪਿੱਛਾ ਕਰਦਾ ਹੋਇਆ ਰਾਮਚੰਦਰ ਦਾ ਜੰਗਲਾਂ ਵਿੱਚ। ਮਿਲਿਓ ਬਿਪਨ ਮਹਿ ਹੋਏ ਬਿਹਾਲਾ। ਮਿਲਿਓ ਬਿਪਨ ਕਹਿਣ ਲੱਗੇ ਇਸ ਕਰਕੇ ਜਿਹੜਾ ਹੈ ਮਿਲਿਓ ਬਿਪਨ ਜਾ ਕਰਕੇ ਰਾਮਚੰਦਰ ਨੂੰ ਜੰਗਲਾਂ ਵਿੱਚ ਮਿਲਿਆ ਭਰਤ ਵਿਚਾਰਾ। ਰੋਂਦਿਆਂ ਹੋਇਆਂ ਵਿਚਾਰਾ ਮਿਲਿਆ, ਉਹਨਾਂ ਦੇ ਜਾ ਕੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਰਾਮਚੰਦਰ ਦੇ। ਕਹਿੰਦਾ ਮੈਨੂੰ ਮੁਆਫ ਕਰ ਦਿਓ, ਕਹਿੰਦਾ ਮੇਤੋਂ ਇਹ ਮੇਰੇ ਕਰਕੇ ਸਭ ਕੁਝ ਹੋਇਆ ਹੈ। ਬੰਦਾ ਹੈ ਪਦ ਕੋ ਪ੍ਰੇਮ ਵਿਸਾਲਾ। ਜੇ ਮੁੜ ਕੇ ਜਿਹੜਾ ਹੈ ਰਾਮਚੰਦਰ ਦੇ ਚਰਨਾਂ ਤੇ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਦਾ ਹੈ, ਮੁਆਫੀਆਂ ਮੰਗਦਾ ਹੈ ਭਰਤ। ਬੜੇ ਪ੍ਰੇਮ ਵਿੱਚ ਹੈ, ਇੰਨਾ ਉਹਨਾਂ ਨੂੰ ਪ੍ਰੇਮ ਹੈ ਆਪਣੇ ਭਰਾ ਦਾ। ਸਿਮਹੋ ਨਾਥ ਅਪਰਾਧ ਹਮਾਰੇ। ਦੇਖੋ ਕਹਿੰਦੇ ਹੇ ਪ੍ਰਨਾਥ, ਹੇ ਮੇਰੇ ਸੁਆਮੀ, ਤੁਸੀਂ ਮੇਰੇ ਵਾਸਤੇ ਪਰਮਾਤਮਾ ਹੋ। ਰਾਮਚੰਦਰ ਨੂੰ ਕਹਿੰਦਾ ਭਰਤ, ਕਹਿੰਦਾ ਮੈਨੂੰ ਮੁਆਫ ਕਰ ਦੇ, ਬਹੁਤ ਵੱਡਾ ਅਪਰਾਧ ਹੋ ਗਿਆ, ਬਹੁਤ ਵੱਡੀ ਗਲਤੀ ਹੋ ਗਈ। ਕਹਿ ਘਰ ਚਲ ਹੋ ਕੇ ਲੇਹੋ ਸੰਘਾਰੇ। ਕਹਿੰਦੇ ਹੁਣ ਤੁਹਾਡੇ ਕੋਲ ਦੋ ਚੋਇਸ ਹੈ ਰਾਮਚੰਦਰ ਨੂੰ। ਕਹਿੰਦੇ ਜਾਂ ਤਾਂ ਮੇਰੇ ਨਾਲ ਤੁਸੀਂ ਚੱਲੋ, ਮੈਨੂੰ ਨਾਲ ਲੈ ਕੇ ਹੁਣ ਆਪਾਂ ਘਰ ਨੂੰ ਚੱਲੀਏ, ਤੇ ਕਹਿੰਦੇ ਕਿ ਲੇਹੋ ਸੰਘਾਰੇ, ਜਾਂ ਮੈਨੂੰ ਇੱਥੇ ਮਾਰ ਦਿਓ, ਹੁਣ ਮੈਂ ਜਿਉਣਾ ਨਹੀਂ ਚਾਹੁੰਦਾ।
ਜਾਂ ਤਾਂ ਤੁਸੀਂ ਮੇਰੇ ਨਾਲ ਚਲੋ ਅਯੁੱਧਿਆ ਨੂੰ, ਜਾਂ ਮੈਨੂੰ ਇੱਥੇ ਹੀ ਮਾਰ ਦਿਓ। ਮੈਂ ਨਹੀਂ ਹੁਣ ਇੱਥੇ, ਮੈਂ ਦੁਨੀਆ 'ਚ ਰਹਿ ਕੇ ਮੈਂ ਵੀ ਖੁਸ਼ ਨਹੀਂ ਹਾਂ। ਮੈਂ ਇਹ ਜਿਹੜਾ ਅਪਰਾਧ ਲੈ ਕੇ ਮੈਂ ਵੀ ਜਿਉਂਦਿਆਂ ਨਹੀਂ ਰਹਿ ਸਕਦਾ। ਸਤ ਸੰਦ ਸ੍ਰੀ ਰਾਮ ਵਿਚਾਰਾ, ਕਿਉਂਕਿ ਸੱਤ ਦੇ ਸਮੁੰਦਰ ਹਨ, ਸੱਤ ਨੂੰ ਅੱਗੇ ਰੱਖਣ ਵਾਲੇ ਮਰਿਆਦਾ ਪੁਰਸ਼ੋਤਮ ਰਾਮਚੰਦਰ ਜੀ ਉਸ ਵੇਲੇ ਉਹਨਾਂ ਨੇ ਵਿਚਾਰ ਕੀਤੀ। ਧੀਰਜ ਦੀਨ ਭਰਤ ਕੋ ਭਾਰਾ, ਉਹਨਾਂ ਨੇ ਧੀਰਜ ਦਿੱਤੀ ਭਰਤ ਨੂੰ, ਕਹਿੰਦੇ ਭਰਤ ਐਸਾ ਨਾ ਕਰ, ਅੱਜ ਇਹ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਹੈ। ਅਯੁੱਧਿਆ ਨੂੰ ਤੇਰੇ ਵਰਗਾ ਰਾਜਾ ਚਾਹੀਦਾ ਹੈ, ਤੂੰ ਰਾਜ ਕਰ, ਕਿਉਂਕਿ ਪਿਤਾ ਦਾ ਇਹੀ ਹੁਕਮ ਹੈ, ਤੂੰ ਰਾਜਾ ਬਣੇਗਾ ਤੇ ਅਸੀਂ ਬਨਵਾਸ ਕਰਾਂਗੇ। ਅਸੀਂ ਆਪਣਾ ਕੰਮ ਕਰਨਾ, ਤੂੰ ਆਪਣਾ ਕੰਮ ਕਰ, ਇਹ ਰਾਜ ਗੱਦੀ ਨੂੰ ਤੂੰ ਜਾ ਕੇ ਸੰਭਾਲ, ਕਿਉਂਕਿ ਇਹ ਤੇਰਾ ਧਰਮ ਹੈ। ਹੁਣ ਦੇਖ ਰਾਮ ਸਦਨ ਕੋ ਮੋਰਾ, ਦੇਖੋ ਉਸ ਵੇਲੇ ਭਰਤ ਵਿਚਾਰਾ ਇੱਕ ਪਾਸੇ ਹੁਣ ਹੁਕਮ ਹੋ ਗਿਆ ਰਾਮਚੰਦਰ ਦਾ, ਜਿਹੜਾ ਵਿਚਾਰਾ ਮੋੜ ਵੀ ਨਹੀਂ ਸਕਦਾ। ਉਸ ਵੇਲੇ ਭਰਤ ਨੇ ਵਿਚਾਰੇ ਨੇ ਕੀ ਕੀਤਾ, ਹੱਥ ਜੋੜ ਕੇ ਰਾਮਚੰਦਰ ਨੂੰ ਕਹਿੰਦਾ ਮੈਨੂੰ ਆਪਣੀ ਖੜਾਮ ਦੇ ਦਿਓ। ਉਹ ਦੋਵੇਂ ਖੜਾਵਾਂ ਜਿਹੜੀਆਂ ਪੈਰਾਂ ਉੱਤੇ ਪਾਈਆਂ ਹੋਈਆਂ ਸਨ ਰਾਮਚੰਦਰ ਨੇ, ਉਹ ਦੋਵੇਂ ਖੜਾਵਾਂ ਲੈ ਕੇ ਇੱਕ ਕੱਪੜੇ ਵਿੱਚ ਬੰਨ ਕਰਕੇ ਸਤਕਾਰ ਨਾਲ ਆਪਣੇ ਸਿਰ ਤੇ ਚੁੱਕ ਲਈਆਂ ਤੇ ਕਹਿੰਦਾ ਰਾਮਚੰਦਰ ਨੂੰ ਕਹਿੰਦਾ ਜਦੋਂ ਤੁਹਾਡੇ ਆਉਂਦਿਆਂ ਤੱਕ ਤੁਹਾਡੀਆਂ ਖੜਾਵਾਂ ਰਾਜਗੱਦੀ ਤੇ ਹੋਣਗੀਆਂ, ਤੁਹਾਡੀਆਂ ਇਹ ਖੜਾਵਾਂ ਰਾਜ ਕਰਨਗੀਆਂ 14 ਸਾਲ ਅਯੁੱਧਿਆ ਦਾ, ਤੁਹਾਡੀ ਉਡੀਕ ਕਰਨਗੀਆਂ, ਤੇ ਕਹਿੰਦਾ ਮੈਂ ਉਹ ਗੱਦੀ ਦੇ ਥੱਲੇ ਬੈਠ ਕੇ ਕਾਰਜ ਕਰਾਂਗਾ ਤੇ ਗੱਦੀ ਤਾਂ ਤੁਹਾਡੀ ਹੋਵੇਗੀ, ਇਹ ਖੜਾਵਾਂ ਹੀ ਰਾਜ ਕਰਨਗੀਆਂ। ਵਿਚਾਰਾ ਖੜਾਵਾਂ ਲੈ ਕੇ ਆਪਣੇ ਸਿਰ ਉੱਤੇ ਰੱਖ ਕੇ ਵਾਪਸ ਅਯੁੱਧਿਆ ਨੂੰ ਮੁੜਿਆ। ਗਮਨੇ ਆਪ ਵਿਪਨ ਕੀ ਓਰਾ, ਤੇ ਆਪ ਰਾਮਚੰਦਰ ਜੀ ਜੰਗਲਾਂ ਵੱਲ ਚਲੇ ਗਏ ਆਪਣਾ ਬਨਵਾਸ ਪੂਰਾ ਕਰਨ ਵਾਸਤੇ। ਵਿਚਰਤ ਕੇਤਕ ਦਿਵਸ ਬਿਤਾਏ, ਕੁਝ ਕੁ ਦਿਨ ਉੱਥੇ ਬਤੀਤ ਕੀਤੇ ਜੰਗਲਾਂ ਵਿੱਚ ਰਹਿ ਕਰਕੇ। ਮੁਨ ਅਗਸਤ ਕੇ ਆਸ਼ਰਮ ਆਏ, ਕਹਿਣਗੇ ਅਗਸਤ ਮੁਨੀ ਦਾ ਉੱਥੇ ਆਸ਼ਰਮ ਸੀਗਾ। ਕੁਝ ਕੁ ਦਿਨ ਰਾਮਚੰਦਰ ਜੀ, ਸੀਤਾ ਤੇ ਲక్ష్మణ ਉੱਥੇ ਰਹੇ। ਤਹ ਬਸ ਬਹਰੋ ਗਏ ਅਗਾਰੇ, ਫੇਰ ਉੱਥੇ 2 ਕੁ ਦਿਨ ਬਸ ਕਰਕੇ ਫੇਰ ਅੱਗੇ ਹੋਰ ਤੁਰੇ। ਜਹ ਰਾਵਨ ਬਹਿਨੀ ਕੀ ਬਾਰੀ, ਦੇਖੋ ਉੱਥੇ ਪਹੁੰਚੇ ਜਿੱਥੇ ਇੱਕ ਬਗੀਚਾ ਸੀਗਾ, ਇੱਕ ਔਰਚਰਡ ਜਾਂ ਗਾਰਡਨ ਕਹਿ ਲਈਏ, ਜੋ ਕਿ ਰਾਵਣ ਦੀ ਭੈਣ ਦੀ ਸੀਗੀ। ਸੋ ਰਾਵਣ ਦੀ ਜਿਹੜੀ ਭੈਣ ਸੀਗੀ ਸਰੂਪਨਖਾ, ਉਹਦੀ ਇੱਕ ਬਾਗ ਉਹਨੇ ਲਾਇਆ ਹੋਇਆ ਸੀ ਤੇ ਉੱਥੇ ਪਹੁੰਚ ਗਏ ਉਸ ਦੇ ਨੇੜੇ। ਪਰਨ ਕੁਟੀ ਤਹ ਜਾਏ ਬਣਾਏ, ਉੱਥੇ ਪੱਤਿਆਂ ਨੂੰ ਇਕੱਠਿਆਂ ਕਰਕੇ ਸੁੱਕੇ ਪੱਤਿਆਂ ਦੀ ਇੱਕ ਹੱਟ ਬਣਾ ਲਈ ਉਹਨਾਂ ਨੇ। ਉੱਥੇ ਇੱਕ ਛੋਟੀ ਜਿਹੀ ਕੁਟਿਆ ਬਣਾ ਲਈ ਰਾਮਚੰਦਰ ਨੇ ਰਹਿਣ ਵਾਸਤੇ, ਤੇ ਉਹ ਕੁਟਿਆ ਜਿਹੜੀ ਸਿਰਫ ਪੱਤਿਆਂ ਦੀ ਸੀ ਬਸ, ਤੇ ਉਹਦੇ ਕੋਲ ਹੀ ਜਿਹੜਾ ਹੈ ਇਹ ਬਗੀਚਾ ਸੀਗਾ ਸਰੂਪਨਖਾ ਦਾ, ਰਾਵਣ ਦੀ ਭੈਣ ਦਾ। ਲక్ష్మణ ਸਹਿਤ ਰਹੇ ਰਘੁਰਾਈ, ਜਿਹੜਾ ਹੈ ਰਘੁਰਾਈ, ਰਾਮਚੰਦਰ ਜੀ ਲక్ష్మణ ਸਮੇਤ ਸੀਤਾ ਸਮੇਤ ਉੱਥੇ ਰਹਿਣ ਲੱਗੇ। ਸਰੂਪਨਖਾ ਇੱਕ ਦਿਨ ਚਲ ਆਏ, ਸਰੂਪਨਖਾ ਆਪਣੇ ਬਗੀਚੇ ਵਿੱਚ ਇੱਕ ਦਿਨ ਦੇਖਣ ਵਾਸਤੇ, ਟਹਿਲ ਕਰਨ ਵਾਸਤੇ ਉੱਥੇ ਪਹੁੰਚੀ। ਰੂਪ ਵਿਲੋਕਤ ਰਹੀ ਲੁਭਾਈ, ਦੇਖੋ ਜਦੋਂ ਸਰੂਪਨਖਾ ਨੇ ਲక్ష్మణ ਵੱਲ ਦੇਖਿਆ, ਉਹ ਤਾਂ ਮੋਹਿਤ ਹੋ ਗਈ ਲక్ష్మణ ਦੀ ਸੁੰਦਰਤਾ ਨੂੰ ਦੇਖ ਕੇ। ਕਹੈ ਕੇ ਬਰਹੋ ਮੁਝੈ ਕਰ ਪ੍ਰੀਤੇ, ਉਸ ਵੇਲੇ ਲక్ష్మణ ਕੋਲ ਆ ਕੇ ਸਰੂਪਨਖਾ ਨੇ ਕਿਹਾ ਕਿ ਹੇ ਵੀਰ, ਤੂੰ ਮੇਰੇ ਨਾਲ ਵਿਆਹ ਕਰ ਲਾ, ਤੂੰ ਹੈ ਸੂਰਮੇ, ਕਹਿੰਦੇ ਤੂੰ ਮੇਰੇ ਨਾਲ ਵਿਆਹ ਕਰ ਲਾ, ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਨਾ ਤੋ ਮਾਰੋ ਤੁਮ ਕਹੋ ਮੈਂ ਜੀਤੇ, ਤੇ ਸਰੂਪਨਖਾ ਫਿਰ ਦੂਜੀ ਵਾਰਨਿੰਗ ਵੀ ਦਿੰਦੀ ਹੈ, ਜੇ ਤੂੰ ਮੇਰੇ ਨਾਲ ਵਿਆਹ ਨਾ ਕੀਤਾ ਮੈਂ ਤੈਨੂੰ ਇੱਥੇ ਹੀ ਮਾਰ ਦੇਣਾ ਹੈ। ਸੁਨ ਲక్ష్మణ ਕਿਆ ਕ੍ਰੋਧ ਕਨੇਰਾ, ਉਸ ਵੇਲੇ ਲక్ష్మణ ਜਿਹੜਾ ਜਤੀ ਸੀਗਾ, ਹੁਣ ਲక్ష్మణ ਨੂੰ ਜਿਹੜਾ ਗੁੱਸਾ ਚੜਿਆ ਉਸ ਦੀ ਗੱਲ ਨੂੰ ਸੁਣ ਕਰਕੇ, ਕਾਟਿਓ ਨਾਕ ਕਾਨ ਤਿਸ ਬੇਰਾ, ਉਸ ਵੇਲੇ ਲక్ష్మణ ਨੇ ਕੀ ਕੀਤਾ, ਸਰੂਪਨਖਾ ਦਾ ਇੱਕ ਤਾਂ ਕੰਨ ਕੱਟ ਦਿੱਤਾ, ਵੱਢ ਦਿੱਤਾ, ਇੱਕ ਨੱਕ ਵੱਢ ਦਿੱਤਾ। ਸੋ ਇਸ ਕਰਕੇ ਜਿਹੜਾ ਸਰੂਪਨਖਾ ਦਾ ਜਿਹੜਾ ਹੈ ਨੱਕ ਤੇ ਕੰਨ ਵੱਢ ਦਿੱਤਾ ਲక్ష్మణ ਨੇ। ਸੋ ਰਾਵਣ ਢਿੱਗ ਜਾਏ ਪੁਕਾਰੀ, ਸਰੂਪਨਖਾ ਰੋਂਦੀ ਹੋਈ ਰਾਵਣ ਕੋਲ ਪਹੁੰਚਦੀ ਹੈ, ਕਹੈ ਕਿ ਤਿੰਨ ਸੰਗ ਸੁੰਦਰ ਨਾਰੀ, ਤੇ ਉਹਨੇ ਜਾ ਕੇ ਇਹ ਗੱਲ ਕਹੀ ਰਾਵਣ ਨੂੰ, ਕਿ ਰਾਵਣ ਨੂੰ ਕਹਿੰਦੀ ਆਪਣੇ ਭਰਾ ਨੂੰ ਕਿ ਉੱਥੇ 2 ਅਜਨਬੀ ਆਏ ਹੋਏ ਹਨ ਮਰਦ, ਉਹਨਾਂ ਦੇ ਨਾਲ ਇੱਕ ਸੁੰਦਰ ਇਸਤਰੀ ਹੈ, ਸੀਤਾ ਬਾਰੇ ਉਹਨੇ ਦੱਸਿਆ। ਸੋ ਲਿਆਵਨ ਗਮਨੀ ਹਿਤ ਤੇਰੇ, ਕਹਿਣ ਲੱਗੇ ਮੈਂ ਉੱਥੇ ਦੇਖੋ ਝੂਠ ਬੋਲੀ ਸਰੂਪਨਖਾ, ਕਹਿੰਦੀ ਮੈਂ ਉਹਨਾਂ ਦੇ ਆਸ਼ਰਮ ਵਿੱਚ ਜਾਂ ਉਹਨਾਂ ਦੇ ਘਰ ਗਈ ਸੀਗੀ, ਮੈਂ ਉਹ ਜਿਹੜੀ ਲੜਕੀ ਨੂੰ ਮੰਗਣ ਵਾਸਤੇ ਗਈ ਸੀ ਵੀ ਮੇਰਾ ਭਰਾ ਹੈਗਾ ਹੈ, ਇਹ ਲੜਕੀ ਸੁੰਦਰ ਹੈ, ਇਹਨੂੰ ਚੁੱਕ ਕੇ ਮੈਂ ਜਿਹੜਾ ਹੈ ਰਾਵਣ ਨਾਲ ਵਿਆਹਣੀ ਹੈ। ਮੈਂ ਕਹਿੰਦੀ ਤੇਰੇ ਵਾਸਤੇ ਉਹ ਲੜਕੀ ਨੂੰ ਮੰਗਣ ਵਾਸਤੇ ਗਈ ਸੀ, ਤੇ ਉਹਨਾਂ ਨੇ ਕੀ ਕੀਤਾ, ਨਾਸਾਂ ਕਰਨ ਕਟੇ ਤਿਨ ਮੇਰੇ, ਉਹਨੇ ਮੇਰੀਆਂ ਨਾਸਾਂ ਤੇ ਨੱਕ ਜਾਂ ਕੰਨ ਹੀ ਕੱਟ ਕੇ ਰੱਖ ਦਿੱਤਾ। ਸੁਨ ਰਾਵਣ ਮਨ ਕ੍ਰੋਧ ਕਨੇਰਾ, ਇਹ ਗੱਲ ਸੁਣ ਕੇ ਰਾਵਣ ਨੂੰ ਬੜਾ ਗੁੱਸਾ ਚੜਿਆ ਜੀ ਉੱਥੇ। ਕਿ ਮਰੀਚ ਮ੍ਰਿਗ ਕੰਚਨ ਕੇਰਾ, ਕੀ ਮਰੀਚ ਮਿਰਗ, ਕਹਿਣ ਲਗੇ ਉਹਨੇ ਕੀ ਕੀਤਾ, ਮਰੀਚ ਜਿਹੜਾ ਦੈਂਤ ਸੀਗਾ ਉਹਨੂੰ ਕਿਹਾ ਕਿ ਤੂੰ ਇੱਕ ਸੋਨੇ ਦਾ ਮਿਰਗ ਬਣ ਜਾ। ਸੋਨੇ ਰੰਗੀ ਇੱਕ ਮਿਰਗ ਬਣ ਗਿਆ, ਡੀਅਰ ਬਣ ਗਿਆ।
ਸੋ ਆਪ ਜਿਹੜਾ ਹੈ ਕਹਿੰਦੇ ਉਸ ਵੇਲੇ ਰਾਵਣ ਪਠਿਓ ਤ੍ਰਿਮੁੰਡੰਗ ਮਾਰਾ ਸੁਨਾ। ਕਹਿਣ ਲੱਗੇ ਉਸ ਵੇਲੇ ਪੱਠਿਓ ਤ੍ਰਿਮੁੰਡੰਗ ਮਾਰਾ ਸੁਣਾ। ਤਾਂ ਕਹਿੰਦੇ ਉਹਨੇ ਫਿਰ ਸੁਣਿਆ ਕਿ ਦੈਂਤ ਜਿਹੜਾ ਸੀ ਨਾ ਤ੍ਰਿਮੁੰਡੰਗ, ਉਹਨੂੰ ਪਤਾ ਲੱਗਿਆ ਵੀ ਇਹੀ ਦੋ ਬੰਦੇ ਨੇ ਜਿਹਨੇ ਨਾ ਮੇਰੇ ਦੈਂਤਾਂ ਨੂੰ ਵੀ ਅੱਗੇ ਮਾਰਿਆ ਸੀ ਤ੍ਰਿਮੁੰਡੰਗ ਨੂੰ। ਚਲਿਓ ਆਪ ਪੁਨ ਜੁਗਿਆ ਬਨਾ। ਤੇ ਆਪ ਰਾਵਣ ਇੱਕ ਯੋਗੀ ਦਾ ਰੂਪ ਧਾਰਨ ਕਰਕੇ ਚਲਿਆ ਗਿਆ। ਮਰੀਚ ਨੂੰ ਬਣਾਤਾ ਮਿਰਗ, ਸੋਨੇ ਰੰਗੀ ਮਿਰਗ ਬਣਾਤਾ, ਜਿਹੜਾ ਮਿਰਗ ਕਿਤੇ ਦੁਨੀਆ ਤੇ ਨਹੀਂ ਹੈ। ਉਹਨੇ ਸਪੈਸ਼ਲ ਮਿਰਗ ਬਣਾਤਾ ਉਸ ਨੂੰ, ਮਰੀਚ ਨੂੰ। ਆਪ ਯੋਗੀ ਦਾ ਰੂਪ ਧਾਰਨ ਕਰਕੇ ਰਾਵਣ ਚਲਿਆ ਗਿਆ ਜੀ ਉੱਥੇ ਉਸ ਕੁਟਿਆ ਦੇ ਸਾਹਮਣੇ ਜਿੱਥੇ ਰਾਮਚੰਦਰ ਜੀ ਰਹਿੰਦੇ ਸਨ। ਕੰਚਨ ਮ੍ਰਿਗ ਜਬ ਦੀਨ ਦਿਖਾਏ। ਦੇਖੋ ਉੱਥੇ ਕੰਚਨ ਮਿਰਗ ਜਿਹੜਾ ਸੀਗਾ ਸੀਤਾ ਨੇ ਕਿਤੇ ਜੰਗਲ ਵਿੱਚ ਦੇਖ ਲਿਆ। ਉਹ ਮਰੀਚ ਜਾਣ ਬੁੱਝ ਕੇ ਸਾਹਮਣੇ ਆਇਆ। ਉਹਦਾ ਰੂਪ ਬੜਾ ਸੁੰਦਰ ਸੀਗਾ ਮਿਰਗ ਦਾ, ਸੋਨੇ ਰੰਗੀ। ਸੋ ਸੀਤਾ ਨੇ ਖੜੀ ਨੇ ਦੇਖ ਲਿਆ। ਜਦੋਂ ਸੀਤਾ ਨੇ ਖੜੀ ਹੋ ਕੇ ਦੇਖਿਆ ਜੀ ਉਸ ਮਿਰਗ ਨੂੰ, ਉਹ ਮੋਹਿਤ ਹੋ ਗਈ। ਕਹਿੰਦੀ ਐਸਾ ਮਿਰਗ ਤਾਂ ਕਿਤੇ ਨਾ ਦੇਖਿਆ। ਸੀਤਾ ਪ੍ਰੇਰੇ ਗੇ ਰਘੁਰਾਏ। ਰਾਮਚੰਦਰ ਨੂੰ ਜਾ ਕੇ ਸੀਤਾ ਕਹਿਣ ਲੱਗੀ, ਹੇ ਪਤੀ ਦੇਵ, ਮੈਨੂੰ ਉਹ ਮਿਰਗ ਚਾਹੀਦਾ ਹੈ, ਉਸ ਦਾ ਸ਼ਿਕਾਰ ਕਰਕੇ ਲਿਆਓ, ਮੈਨੂੰ ਉਹ ਮਿਰਗ ਜ਼ਰੂਰ ਲਿਆ ਕੇ ਦਿਓ। ਪਾਛੇ ਲక్ష్మణ ਬਹੁਰ ਪਧਾਰਾ। ਤੇ ਜਦੋਂ ਰਾਮਚੰਦਰ ਜੀ ਧਨੁੱਖ ਫੜ ਕੇ ਚੱਲਣ ਲੱਗੇ, ਉਹਨਾਂ ਨੇ ਲక్ష్మణ ਨੂੰ ਕਿਹਾ ਕਿ ਤੂੰ ਸੀਤਾ ਦਾ ਜਿਹੜੀ ਹੈ ਤੇ ਰੱਖਿਆ ਕਰਨੀ, ਤੂੰ ਨਾ ਕਿਤੇ ਜਾਈਂ, ਤੂੰ ਇੱਥੇ ਰਹੀ ਕੁਟਿਆ ਦੇ ਵਿੱਚ, ਕਿਸ ਨੂੰ ਨੇੜੇ ਨਾ ਲੱਗਣ ਦੇਈਂ। ਸੋ ਲక్ష్మణ ਦੀ ਡਿਊਟੀ ਲਾ ਦਿੱਤੀ। ਆਪ ਜਿਹੜੇ ਹਨ ਰਾਮਚੰਦਰ ਜੀ ਚਲੇ ਗਏ ਉਹ ਮਿਰਗ ਦੇ ਪਿੱਛੇ। ਸੋ ਮਿਰਗ ਜਿਹੜਾ ਹੈ ਰਾਮਚੰਦਰ ਨੂੰ ਬਹੁਤ ਦੂਰ ਲੈ ਗਿਆ। ਤੇ ਜਦੋਂ ਦੇਖਿਆ ਜੋ ਰਾਮਚੰਦਰ ਜੀ ਵਾਪਸ ਨਾ ਆਏ, ਸੀਤਾ ਨੂੰ ਫਿਕਰ ਲੱਗਿਆ। ਉਹਨਾਂ ਨੇ ਫਿਰ ਲక్ష్మణ ਨੂੰ ਕਿਹਾ ਕਿ ਲక్ష్మణ ਤੂੰ ਜਾ ਕੇ ਦੇਖ ਤਾਂ ਸਹੀ ਵੀ ਜਿਹੜੇ ਹਨ ਰਾਮਚੰਦਰ ਜੀ ਮੁੜੇ ਨਹੀਂ ਇੰਨਾ ਚਿਰ ਦੇ, ਤੂੰ ਜਾ ਕੇ ਦੇਖ ਕਿਤੇ ਕੁਝ ਹੋ ਤਾਂ ਨਹੀਂ ਗਿਆ ਉਹਨਾਂ ਨੂੰ। ਤਾਂ ਜਿਹੜਾ ਲక్ష్మణ ਕਹਿਣ ਲੱਗਾ ਨਹੀਂ, ਕਹਿੰਦੇ ਮਾਤੇ, ਉਹਨਾਂ ਨੂੰ ਮਾਤਾ ਕਹਿੰਦਾ ਹੁੰਦਾ ਸੀ ਸੀਤਾ ਨੂੰ। ਸੋ ਕਹਿੰਦੇ ਮਾਤਾ, ਕਹਿੰਦੇ ਮੈਂ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਹੁਕਮ ਕੀਤਾ ਮੇਰੇ ਜਿਹੜਾ ਹਨ ਮੇਰੇ ਭਰਾ ਨੇ, ਕਹਿੰਦਾ ਵੀ ਤੂੰ ਤਾਂ ਇੱਥੇ ਬਹਿਣਾ ਹੈ, ਤੇ ਕਹਿੰਦੇ ਵੀ ਇਹ ਮੇਰੀ ਡਿਊਟੀ ਹੈ। ਸੋ ਉਸ ਵੇਲੇ ਜਦੋਂ ਕਾਫੀ ਚਿਰ ਹੋਰ ਹੋ ਗਿਆ, ਫਿਰ ਸੀਤਾ ਨੇ ਲక్ష్మణ ਨੂੰ ਕਿਹਾ, ਕਹਿੰਦੀ ਜੇ ਤੂੰ ਮੈਨੂੰ ਮਾਤਾ ਕਹਿੰਦਾ, ਮੇਰਾ ਹੁਕਮ ਵੀ ਮੰਨ, ਮੈਂ ਤੈਨੂੰ ਹੁਕਮ ਦਿੰਦੀ ਹਾਂ, ਤੂੰ ਜਾ ਕੇ ਦੇਖ। ਤਾਂ ਉਸ ਵੇਲੇ ਲక్ష్మణ ਨੇ ਜਾਣ ਤੋਂ ਪਹਿਲਾਂ ਇੱਕ ਲక్ష్మణ ਰੇਖਾ ਖਿੱਚੀ, ਇੱਕ ਲਾਈਨ ਖਿੱਚ ਦਿੱਤੀ। ਸੀਤਾ ਨੂੰ ਕਿਹਾ, ਕਹਿੰਦੇ ਮਾਤਾ ਇਹ ਤੋਂ ਅੱਗੇ ਨਾ ਤੂੰ ਆਏ, ਕੁਝ ਵੀ ਹੋਵੇ ਇਹ ਲਾਈਨ ਜਿਹੜੀ ਹੈ ਇਹ ਰੇਖਾ ਨੂੰ ਤੂੰ ਪਾਰ ਨਹੀਂ ਕਰਨਾ, ਤੂੰ ਲੰਘਣਾ ਨਹੀਂ ਹੈਗਾ। ਤੋ ਇਹ ਵਾਅਦਾ ਲੈ ਕੇ ਲక్ష్మణ ਗਿਆ ਜੀ ਰਾਮਚੰਦਰ ਨੂੰ ਲੱਭਣ ਵਾਸਤੇ। ਰਾਵਣ ਅਵਸਰ ਪਾਏ ਸੁਖਾਰਾ। ਉਸ ਵੇਲੇ ਰਾਵਣ ਨੂੰ ਪਤਾ ਲੱਗ ਗਿਆ ਕਿ ਰਾਮਚੰਦਰ ਵੀ ਹੁਣ ਘਰੇ ਨਹੀਂ ਤੇ ਲక్ష్మణ ਵੀ ਘਰੇ ਨਹੀਂ। ਉਹ ਜਿਹੜਾ ਹੈ ਰਾਵਣ ਨੇ ਇਹ ਮੌਕਾ ਪਾ ਕੇ ਆ ਗਿਆ ਜੀ ਉਹ ਕੁੱਟਿਆ ਦੇ ਲਾਗੇ। ਅਲਖ ਜਗਾਏ ਤੰਦੁਲ ਜਾਚੋਂ। ਹਾਂ, ਉਹਨਾਂ ਨੇ ਕੀ ਕੀਤਾ, ਕੋਲੇ ਆ ਕੇ ਅਲਖ ਨਿਰੰਜਨ ਕਰਦਾ ਆ ਗਿਆ, ਜਿਵੇਂ ਯੋਗੀ ਕਰਦੇ ਹੁੰਦੇ ਨੇ। ਅਲਖ ਜਗਾਈ, ਕਹਿਣ ਲੱਗੇ ਇਹ ਯੋਗੀ ਅਲਖ ਕਰਦਾ ਹੋਇਆ ਆ ਕੇ ਕਹਿੰਦਾ ਜੀ ਚੌਲ ਦੋ, ਮੈਨੂੰ ਚਾਵਲ ਚਾਹੀਦੇ ਹਨ। ਲਖੀ ਸੀ ਇਹ ਜੁਗਿਆ ਸਾਚੋ। ਤੇ ਉਹ ਸੀਤਾ ਨੇ ਜਾਣਿਆ ਵੀ ਸੱਚਮੁੱਚ ਕੋਈ ਵੱਡਾ ਯੋਗੀ ਹੈ। ਤੇ ਜਿਹੜਾ ਘਰ ਦੇ ਸਾਹਮਣੇ ਕੋਈ ਯੋਗੀ ਆ ਜਾਵੇ, ਕੋਈ ਮੰਗਤਾ ਆ ਜਾਵੇ, ਗ੍ਰਸਤੀ ਦਾ ਧਰਮ ਹੈ ਕਿ ਉਹਨੂੰ ਖਾਲੀ ਹੱਥ ਨਹੀਂ ਤੋਰਨਾ। ਸੋ ਇਹ ਮਰਿਆਦਾ ਨੂੰ ਪੂਰੀ ਕਰਨ ਵਾਸਤੇ ਉਸ ਵੇਲੇ ਭਿੱਖਿਆ ਪਾਵਨ ਕੋ ਜਬ ਆਏ। ਜਦੋਂ ਉਹ ਭਿੱਖਿਆ ਚੌਲ ਪਾਉਣ ਵਾਸਤੇ ਆਈ, ਉਹ ਰੇਖਾ ਦੇ ਅੰਦਰ ਖੜੀ ਸੀ ਲਾਈਨ ਦੇ। ਤੇ ਇਹ ਰਾਵਣ ਕਹਿਣ ਲੱਗਾ, ਮੈਂ ਜਿਹੜਾ ਹਾਂ, ਮੈਂ ਕਿਸੇ ਦਾ ਜਿਹੜਾ ਤੂੰ ਬਾਹਰ ਆ ਕੇ ਮੈਨੂੰ ਦੇ, ਮੈਂ ਤੇਰੇ ਘਰ ਵਿੱਚ ਅੰਦਰ ਨਹੀਂ ਆਉਣਾ, ਕਿਉਂਕਿ ਕਹਿੰਦਾ ਮੈਂ ਵੀ ਯੋਗੀ ਹਾਂ, ਮੈਂ ਕਿਸੇ ਦੇ ਘਰ ਵਿੱਚ ਅੰਦਰ ਨਹੀਂ ਵੜਦਾ। ਕਹਿੰਦੇ ਤੂੰ ਬਾਹਰ ਆ ਕੇ ਮੈਨੂੰ ਦੇ, ਇਹ ਰੇਖਾ ਪਾਰ ਕਰਕੇ ਆ ਕੇ ਮੈਨੂੰ ਬਾਹਰ ਦੇ, ਨਹੀਂ ਤਾਂ ਮੈਂ ਇਸੇ ਤਰ੍ਹਾਂ ਹੀ ਮੁੜ ਜਾਂਦਾ ਹਾਂ, ਨਹੀਂ ਦੇਣਾ ਤੂੰ ਨਾ ਦੇ, ਕੋਈ ਗੱਲ ਨਹੀਂ। ਫਿਰ ਸੀਤਾ ਨੇ ਸੋਚਿਆ ਹੁਣ ਉਹ ਇੱਕ ਧਰਮ ਕਸ਼ਟ ਦੇ ਵਿੱਚ ਫਸ ਗਈ। ਧਰਮ ਜਿਹੜਾ ਹੈ, ਇੱਕ ਤਾਂ ਉਹਨੂੰ ਧਰਮ ਰੱਖਣਾ ਹੈ ਜਿਹੜਾ ਕਿ ਵਾਅਦਾ ਲక్ష్మణ ਨੇ ਕੀਤਾ ਹੈ। ਸੋ ਜਿਹੜਾ ਬਚਨ ਲక్ష్మణ ਨੇ ਲਿਆ ਸੀ, ਜਾਂ ਹੁਣ ਕਹਿੰਦੇ ਮੈਂ ਆਪਣਾ ਗ੍ਰਸਤੀ ਧਰਮ ਪੂਰਾ ਕਰਾਂ। ਸੋ ਇਹ ਸਮੱਸਿਆ ਵਿੱਚ ਉਹ ਫਸ ਗਈ। ਤੇ ਅਖੀਰਕਾਰ ਉਹਨੇ ਸਲਾਹ ਕੀਤੀ, ਚਲੋ ਯੋਗੀ ਤਾਂ ਹੈਗਾ ਵਿਚਾਰਾ, ਉਹਨੇ ਲਾਈਨ ਪਾਰ ਕਰਕੇ ਜਾ ਕੇ ਜਦੋਂ ਚੌਲ ਪਾਉਣ ਲੱਗੀ, ਕਹਿ ਕਰ ਗਮਨਿਓ ਗੈਨ ਉਡਾਏ। ਰਾਵਣ ਨੇ ਉਸੇ ਵੇਲੇ ਮੌਕਾ ਪਾ ਕੇ ਸੀਤਾ ਦੀ ਬਾਹ ਫੜੀ ਤੇ ਉਹਨੂੰ ਚੁੱਕ ਕੇ ਲੈ ਗਿਆ। ਕਹਿੰਦੇ ਅਡਾ ਕੇ ਲੈ ਗਿਆ। ਉਹਦੀ ਜਿਹੜੀ ਚੈਰੀਅਟ ਸੀਗੀ ਨਾ, ਉਹਦੀ ਜਿਹੜੀ ਪਾਲਕੀ ਸੀ, ਉੜਦੀ ਸੀ ਅਸਮਾਨ ਵਿੱਚ, ਉਹ ਸੀਤਾ ਨੂੰ ਵਿੱਚ ਬਿਠਾ ਕੇ ਕਿਡਨੈਪ ਕਰਕੇ ਲੈ ਗਿਆ ਜੀ। ਰਾਮਚੰਦਰ ਹਟ ਕਰ ਪੁਨ ਆਏ। ਜਦੋਂ ਰਾਮਚੰਦਰ ਜੀ ਵਾਪਸ ਆਏ, ਉਸ ਮਰੀਚ ਦਾ, ਉਸ ਡੀਅਰ ਦਾ ਜੋ ਸ਼ਿਕਾਰ ਕਰਨ ਗਏ ਸਨ, ਜੋ ਵਾਪਸ ਮੁੜੇ, ਕੁਟੀ ਬਿਲੋਕਤ ਸੋਚ ਵਢਾਏ। ਉਹਨੇ ਜਦੋਂ ਦੇਖਿਆ ਵੀ ਕੁੱਟਿਆ ਤਾਂ ਖਾਲੀ ਹੋ ਗਈ, ਸੀਤਾ ਕਿੱਥੇ ਗਈ। ਬਿਚਰਤ ਬਿਪਨ ਬਿਖੈ ਬਿਰਲਾਪਤ। ਉਸ ਵੇਲੇ ਰਾਮਚੰਦਰ ਜੀ ਰੋਂਦਿਆਂ ਹੋਇਆਂ ਸਾਰੇ ਜਿਹੜਾ ਹਨ ਜੰਗਲਾਂ ਵਿੱਚ ਇੱਕ ਥਾਂ ਸਾਰਿਆਂ ਨੂੰ ਪੁੱਛਦੇ ਜਾਂਦੇ ਹਨ, ਦਰਖਤਾਂ ਨੂੰ ਪੁੱਛਦੇ ਹਨ, ਚਿੜੀਆਂ ਨੂੰ ਪੁੱਛਦੇ ਹਨ ਕਿ ਸੀਤਾ ਨੂੰ
ਦੇਖਿਆ ਕਿਤੇ, ਕਿੱਥੇ ਗਈ ਸੀਤਾ। ਸੋ ਸੀਤਾ ਬਾਰੇ ਪੁੱਛਦਿਆਂ ਜਿਹੜਾ ਜੰਗਲ ਵਿੱਚ ਕਾਫੀ ਜਿਹੜੇ ਹਨ ਉਹ ਜਿਹੜੇ ਹਨ ਕਾਫੀ ਔਖੇ ਜੇ ਹੋਏ। ਸੀਤਾ ਸੀਤਾ ਊਚ ਅਲਾਪਤ, ਕਹਿਣਗੇ ਸੀਤਾ ਸੀਤਾ ਕਰਦਾ ਹੈ ਰਾਮਚੰਦਰ ਜੀ, ਹਰ ਪਾਸੇ ਆਵਾਜ਼ਾਂ ਮਾਰਦਾ ਹੈ ਜਿਹੜਾ ਹੈ। ਐਸੇ ਜਿਹੜੀ ਹੈ ਵਾਰਤਾਲਾਪ ਹੋਈ ਰਾਮਚੰਦਰ ਨਾਲ, ਉਹਨਾਂ ਦੀ ਸੀਤਾ ਜਿਹੜੀ ਹੈ ਉਹ ਰਾਵਣ ਚੁੱਕ ਕੇ ਲੈ ਗਿਆ। ਖੋਜਤ ਪਾਏ ਨਾ ਕਾਹੂ ਠੌਰਾ, ਦੇਖੋ ਖੋਜਦਿਆਂ ਲੱਭਦਿਆਂ ਹੋਇਆਂ ਕਿਤੇ ਵੀ ਸੀਤਾ ਨਾ ਮਿਲੀ। ਸੁਧ ਭੂਲੀ ਤਨ ਰਘੁਕੁਲ ਮੋਰਾ, ਸੋ ਸੁੱਧ ਭੁੱਲੀ, ਉਹਨੂੰ ਆਪਣੀ ਜਿਹੜੀ ਹਨ ਸੁੱਧੀ ਮਤਲਬ ਕਿ ਆਪਣੀ ਹੋਸ਼ ਭੁੱਲ ਗਈ ਰਾਮਚੰਦਰ ਨੂੰ। ਇਹ ਵੱਡਾ ਦੁੱਖ ਉਹਨਾਂ ਨੂੰ ਹੋਇਆ ਕਿ ਇਹ ਸੀਤਾ ਨੂੰ ਕੌਣ ਚੁੱਕੇ ਲੈ ਗਿਆ, ਕਿੱਥੇ ਲੈ ਗਿਆ, ਕੌਣ ਲੈ ਗਿਆ। ਇਹ ਗੱਲ ਕਰਕੇ ਉਹ ਬੜੇ ਦੁਖੀ ਹੋਏ। ਬਨ ਮਹਿ ਰਹਿਤ ਕਪਿਸ ਹਨੂਮਾਨਾ, ਕਹਿੰਦੇ ਬਨ ਦੇ ਵਿੱਚ, ਜੰਗਲ ਦੇ ਵਿੱਚ ਇੱਕ ਵਾਨਰ ਦੇਸ਼ ਸੀਗਾ ਜੋ ਬਾਂਦਰਾਂ ਦਾ ਦੇਸ਼ ਸੀਗਾ। ਕੀਨ ਸਖਾਪਨ ਦਵੈ ਦੁਖਵਾਨਾ, ਦੇਖੋ ਉਹੀ ਜਿਹੜੇ ਹਨ ਉਹ ਵਾਨਰਾਂ ਦੇ ਦੇਸ਼ ਵਿੱਚ ਹਨੂਮਾਨ ਜੀ ਰਹਿੰਦੇ ਸਨ। ਤੇ ਉੱਥੇ ਕਪੀਸ ਜਿਹੜਾ ਹੈ ਉੱਥੇ ਉਹ ਵਾਨਰ ਦਾ ਰਾਜਾ ਸੁਗਰੀਵ ਸੀਗਾ, ਜਿਹਦੀ ਸੈਨਾ ਵਿੱਚ ਹਨੂਮਾਨ ਵੀ ਸੀਗਾ। ਕੀਨ ਸਖਾਪਨ, ਰਾਮਚੰਦਰ ਨੇ ਜਾ ਕੇ ਮਿੱਤਰਤਾ ਪਾਈ ਸੁਗਰੀਵ ਦੇ ਨਾਲ, ਜਿਹੜਾ ਹਨੂਮਾਨ ਜਿਹੜਾ ਹੈ ਵਿੱਚ ਵਿਚੋਲਾ ਬਣਿਆ। ਦਵੈ ਦੁਖਵਾਨਾ, ਪਰ ਇਹਨਾਂ ਦੋਨਾਂ ਦਾ, ਸੁਗਰੀਵ ਦਾ ਤੇ ਰਾਮਚੰਦਰ ਦਾ ਇੱਕ ਕਾਮਨ ਪ੍ਰੋਬਲਮ ਸੀਗਾ। ਉਹ ਕਾਮਨ ਪ੍ਰੋਬਲਮ ਕਿਹੜਾ ਸੀਗਾ? ਭਰਾਤ ਸੁਗਰੀਵ ਹੈ ਕੋ ਬਲ ਬਾਲੀ, ਦੇਖੋ ਵੱਡੇ ਬਲ ਵਾਲਾ ਬਾਲੀ ਸੁਗਰੀਵ ਦਾ ਭਰਾ ਸੀਗਾ ਜੋ ਬੜਾ ਤਕੜਾ ਸੀ ਸੁਗਰੀਵ ਨਾਲੋਂ। ਉਹਨੇ ਕੀ ਕੀਤਾ, ਸੁਗਰੀਵ ਦਾ ਰਾਜ ਵੀ ਲੈ ਲਿਆ, ਸੁਗਰੀਵ ਦੀਆਂ ਜਿਹੜੀਆਂ ਘਰ ਵਾਲੀ ਸੀ ਉਹ ਵੀ ਲੈ ਗਿਆ। ਉਹ ਜਿਹੜਾ ਹਨ ਰਾਣੀ ਤੇ ਰਾਜ ਦੋਨੋਂ ਲੈ ਕੇ ਬੈਠਾ ਸੀ, ਕਬਜ਼ਾ ਕਰੀ ਬੈਠਾ ਸੀ, ਤੇ ਸੁਗਰੀਵ ਨੂੰ ਜਿਹੜਾ ਨੇੜੇ ਨਹੀਂ ਲੱਗਣ ਦਿੰਦਾ ਸੀਗਾ। ਹੁਣ ਦੇਖੋ ਰਾਮਚੰਦਰ ਦੀ ਘਰਵਾਲੀ ਰਾਵਣ ਚੁੱਕ ਕੇ ਲੈ ਗਿਆ, ਸੁਗਰੀਵ ਦੀ ਘਰਵਾਲੀ ਜਿਹੜੀ ਸੀ ਉਹਦਾ ਭਰਾ ਬਲੀ ਜਿਹੜਾ ਸੀਗਾ ਉਹ ਚੁੱਕ ਕੇ ਲੈ ਗਿਆ। ਸੋ ਇਹੀ ਕਾਮਨ ਪ੍ਰੋਬਲਮ ਸੀ ਦੋਨਾਂ ਦਾ। ਰਾਜ ਨਾਰ ਲੈ ਕੀਨ ਕੁਚਾਲੇ, ਦੇਖੋ ਰਾਜ ਤੇ ਨਾਰ ਉਹਦੀ ਇਸਤਰੀ ਨੂੰ ਲੈ ਕੇ ਬਾਲੀ ਨੇ ਬੜਾ ਧੱਕਾ ਕੀਤਾ ਸੁਗਰੀਵ ਨਾਲ। ਇੱਕ ਸਰਸੋ ਰਗਬਰ ਤੇ ਮਾਰਾ, ਦੇਖੋ ਉਸ ਵੇਲੇ ਜਿਹੜਾ ਹੈ ਸੁਗਰੀਵ ਨੇ ਰਾਮਚੰਦਰ ਨੂੰ ਕਿਹਾ ਕਿ ਤੂੰ ਪਹਿਲਾਂ ਮੇਰਾ ਪ੍ਰੋਬਲਮ ਸੋਲਵ ਕਰ, ਮੇਰੀ ਇਹ ਸਮੱਸਿਆ ਨੂੰ ਦਾ ਤੂੰ ਹੱਲ ਕਰ। ਪਹਿਲੀ ਗੱਲ ਹੈ ਬਲੀ ਜਿਹੜਾ ਬੜਾ ਤਕੜਾ ਹੈ ਇਹ ਮਾਰਿਆ ਨਹੀਂ ਜਾਂਦਾ, ਕਿਉਂਕਿ ਬਲੀ ਨੂੰ ਇਹ ਵਰ ਸੀਗਾ ਕਿ ਸਾਹਮਣੇ ਹੋ ਕੇ ਉਹਨੂੰ ਕੋਈ ਮਾਰ ਨਹੀਂ ਸਕਦਾ ਸੀ, ਉਹਨੂੰ ਇਹ ਵਰ ਮਿਲਿਆ, ਬੂਨ ਮਿਲਿਆ ਹੋਇਆ ਸੀ। ਤੇ ਰਾਮਚੰਦਰ ਨੇ ਉਸ ਵੇਲੇ ਬਲੀ ਨੂੰ ਜਿਹੜਾ ਹਨ ਪਿੱਠ ਦੇ ਉੱਤੇ ਉਹਨੇ ਇੱਕ ਤੀਰ ਮਾਰ ਕੇ ਬਲੀ ਨੂੰ ਮਾਰ ਦਿੱਤਾ। ਜਦੋਂ ਬਲੀ ਮਰਿਆ ਤਾਂ ਬਲੀ ਨੇ ਉਸ ਵੇਲੇ ਜਿਹੜਾ ਹੈ ਮਰਨ ਤੋਂ ਪਹਿਲਾਂ ਇਹੀ ਜਿਹੜਾ ਹਨ ਰਾਮਚੰਦਰ ਨੂੰ ਕਿਹਾ ਕਿ ਤੂੰ ਮੇਰੇ ਪਿੱਠ ਪਿੱਛੇ ਤੀਰ ਮਾਰਿਆ ਹੈ ਕਿ ਮੈਂ ਵੀ ਤੈਨੂੰ ਤੇਰਾ ਇਹ ਜਿਹੜਾ ਤੇਰੇ ਕਰਮ ਦਾ ਬਦਲਾ ਮੈਂ ਜ਼ਰੂਰ ਲਵਾਂਗਾ। ਤੇ ਇਹੀ ਬਲੀ ਫਿਰ ਜਿਹੜਾ ਹਨ ਦੁਆਪਰ ਯੁੱਗ ਵਿੱਚ ਕ੍ਰਿਸ਼ਨ ਨੂੰ ਫਿਰ ਇਹਨੇ ਤੀਰ ਮਾਰਿਆ ਸੀ, ਜਿਹਦੇ ਕਰਕੇ ਕ੍ਰਿਸ਼ਨ ਜੀ ਦੀ ਮੌਤ ਹੋਈ ਸੀ। ਸੋ ਇਸ ਪ੍ਰਕਾਰ ਕਰਕੇ ਬਲੀ ਮਾਰਿਆ ਗਿਆ। ਹੁਣ ਸੁਗਰੀਵ ਜਿਹੜਾ ਵਾਪਸ ਉਹ ਰਾਜਗੱਦੀ ਤੇ ਬਹਿ ਗਿਆ ਤੇ ਉਹਦੀਆਂ ਰਾਣੀਆਂ ਵੀ ਉਹਦੇ ਕੋਲ ਆ ਗਈਆਂ। ਤੇ ਕੋ ਕਾਜ ਪ੍ਰਥਮ ਕੀ ਸਾਰਾ, ਹੁਣ ਇਹ ਸਾਰਾ ਕਾਰਜ ਸੁਗਰੀਵ ਦਾ ਪਹਿਲਾਂ ਕੀਤਾ ਰਾਮਚੰਦਰ ਨੇ। ਬਹੁਰੋ ਕਟਕ ਕਪਨ ਕੋ ਜੇਤਾ, ਬਹੁਰ ਕਟਕ, ਫੇਰ ਉਹਨਾਂ ਨੇ ਬਾਂਦਰਾਂ ਦੀ ਸੇਵਾ ਜਿਹੜੀ ਹਨ ਬਾਂਦਰਾਂ ਦੀ ਜਿਹੜੀ ਆਮੀ ਬਣਾਉਣਾ ਕੀਤੀ। ਸਾਰੀ ਆਮੀ ਜਿਹੜੀ ਸੁਗਰੀਵ ਦੀ ਸੀ ਬਾਂਦਰਾਂ ਦੀ, ਉਹਨੇ ਜਿਹੜੀ ਹੈ ਇਹ ਆਮੀ ਨੂੰ ਲੈ ਕੇ ਰਾਮਚੰਦਰ ਨੂੰ ਪਤਾ ਲੱਗਿਆ ਵੀ ਜਿਹੜੀ ਹੈ ਸੀਤਾ ਲੰਕਾ ਦੇ ਵਿੱਚ ਹੈ, ਪਰ ਉਹ ਪਤਾ ਕਰਨ ਵਾਸਤੇ ਸੀਤਾ ਖੋਜਨ ਭੇਜਿਓ ਤੇਤਾ, ਉਹਨਾਂ ਨੇ ਹਨੂਮਾਨ ਨੂੰ ਭੇਜਿਆ ਜਾ ਕੇ ਕਨਫਰਮ ਕਰਨ ਵਾਸਤੇ ਵੀ ਸੱਚਮੁੱਚ ਲੰਕਾ ਵਿੱਚ ਹੈ ਕਿ ਨਹੀਂ ਸਾਡੀ ਸੀਤਾ ਜਿਹੜੀ ਹੈ। ਹਨੂਮਾਨ ਲੰਕਾ ਕੇ ਮਾਹੀ, ਹਨੂਮਾਨ ਜਿਹੜੇ ਹਨ ਉਹ ਉੱਡ ਕੇ, ਕਿਉਂਕਿ ਉੱਥੇ ਬ੍ਰਿਜ ਕੋਈ ਨਹੀਂ ਸੀ ਜਾਣਦਾ, ਸਮੁੰਦਰ ਦੇ ਵਿਚਾਲੇ ਉਹ ਇੱਕ ਆਈਲੈਂਡ ਹੈ, ਸੋ ਇਸ ਕਰਕੇ ਹਨੂਮਾਨ ਨੇ ਛਲਾਂਗ ਮਾਰ ਕੇ ਉਹ ਲੰਕਾ ਪਹੁੰਚ ਗਿਆ। ਚਾਹੇ ਬਿਲੋਕੀ ਬੈਸੀ ਤਾਹੀ, ਉਸ ਵੇਲੇ ਉਹਨੇ ਜਾ ਕੇ ਸੀਤਾ ਨੂੰ ਜੋ ਕਿ ਉੱਥੇ ਇੱਕ ਜਿਹੜੇ ਹਨ ਬਾਟ ਇੱਕ ਜਿਹੜਾ ਔਚਰ ਵਿੱਚ ਬੈਠੀ ਸੀ ਸੀਤਾ, ਜਾ ਕੇ ਦੇਖ ਲਈ। ਲੰਕਾ ਫੂਕ ਦੈਤ ਬਹੁ ਕਾਈ, ਉਸ ਵੇਲੇ ਹਨੂਮਾਨ ਨੇ ਆਪਣੀ ਪੂੰਛ ਨੂੰ ਅੱਗ ਲਾ ਕੇ ਲੰਕਾ ਨੂੰ ਸਾੜ ਦਿੱਤਾ। ਸੁਧ ਸੀਤਾ ਕੀ ਆਨ ਸੁਣਾਈ, ਤੇ ਸੀਤਾ ਦੀ ਜਿਹੜੀ ਸੁਧ ਖਬਰ ਆ ਕੇ ਰਾਮਚੰਦਰ ਨੂੰ ਸੁਣਾਈ। ਲੈ ਕੱਪ ਕਟਕ ਚੜੇ ਰਘੁਰਾਏ, ਉਸ ਵੇਲੇ ਰਾਮਚੰਦਰ ਫਿਰ ਵਾਨਰਾਂ ਦੀ ਜਿਹੜੀ ਹਨ ਸੈਨਾ ਨੂੰ ਲੈ ਕੇ ਉਹਨਾਂ ਨੇ ਅਟੈਕ ਕੀਤਾ ਲੰਕਾ ਨੂੰ।
ਹਮਲਾ ਬੋਲਿਆ ਉਹ ਲੰਕਾ ਤੇ ਜਾ ਕੇ। ਆਏ ਸੇਤ ਬਾਂਧਿਓ ਇਹ ਥਾਈ। ਸੋ ਇਸ ਕਰਕੇ ਹੀ ਰਾਮਚੰਦਰ ਜੀ ਇੱਥੇ ਆਏ ਸਨ ਤੇ ਇਸ ਕਰਕੇ ਉਹ ਵਾਨਰ ਸੈਨਾ ਨੂੰ ਲੰਕਾ ਵਿੱਚ ਪਹੁੰਚਾਉਣ ਵਾਸਤੇ ਹੀ ਉਹ ਬ੍ਰਿਜ ਤਿਆਰ ਹੋਇਆ। ਪਾਰ ਉਤਰਗਾ ਅੰਗਦ ਮਾਨੀ। ਤੇ ਪਹਿਲਾ ਜਿਹੜਾ ਹੈ ਜਰਨੈਲ ਜਿਹੜਾ ਉੱਥੇ ਪਹੁੰਚਿਆ ਅੰਗਦ ਸੀਗਾ। ਸੋ ਜੋ ਵਾਨਰ ਸੈਨਾ ਦਾ ਜਿਹੜਾ ਹੈ ਸੈਨਾਪਤੀ ਸੀ ਅੰਗਦ, ਉਹ ਪਹੁੰਚਿਆ ਪਹਿਲਾਂ ਜਾ ਕੇ ਲੰਕਾ ਵਿੱਚ। ਸੀਤਾ ਦੇਨ ਕਹੀ ਨਹਿ ਮਾਨੀ। ਅੰਗਦ ਨੇ ਜਾ ਕੇ ਉੱਥੇ ਡਿਮਾਂਡ ਕੀਤੀ, ਰਾਵਣ ਨੂੰ ਕਿਹਾ ਕਿ ਆਪਾਂ ਇਹ ਯੁੱਧ ਨਹੀਂ ਕਰਨ ਦੀ ਲੋੜ, ਤੂੰ ਸੀਤਾ ਵਾਪਸ ਦੇ ਦੇ ਰਾਮਚੰਦਰ ਨੂੰ ਤੇ ਇਹ ਜਿਹੜੀ ਹੈ ਲੜਾਈ ਇੱਥੇ ਮੁੱਕ ਜਾਏਗੀ, ਇਹੀ ਸਿਆਣਪ ਹੈ। ਪਰ ਰਾਵਣ ਨੇ ਇਹ ਗੱਲ ਨਾ ਮੰਨੀ। ਰਚਿਓ ਬਹੁਰ ਸੰਗਰਾਮ ਮਹਾਨਾ। ਇਸ ਕਰਕੇ ਫਿਰ ਬਹੁਤ ਵੱਡੀ ਲੜਾਈ ਹੋਈ, ਜੰਗ ਹੋਇਆ ਲੰਕਾ ਵਿੱਚ। ਦੋਹੇ ਦੇ ਸਮਾਰੂ ਭਜਿਓ ਨਿਸ਼ਾਨਾ। ਦੋਵੇਂ ਪਾਸਿਆਂ ਤੋਂ ਮਾਰੂ ਨਗਾਰੇ ਵੱਜਣ ਲੱਗੇ, ਐਲਾਨ ਹੋਇਆ ਜੰਗ ਦਾ। ਕੁੰਭਕਾਨ ਕੋ ਪ੍ਰਥਮੈ ਮਾਰਾ। ਦੇਖੋ ਇਹ ਰਾਵਣ ਦਾ ਇੱਕ ਭਰਾ ਸੀਗਾ ਕੁੰਭਕਰਨ। ਸੋ ਕੁੰਭਕਰਨ ਨੂੰ ਪਹਿਲਾਂ ਮਾਰਿਆ ਉਹਨਾਂ ਨੇ। ਮੇਘਨਾਦ ਕੋ ਬਹੁਰ ਸੰਘਾਰਾ। ਫਿਰ ਰਾਵਣ ਦਾ ਪੁੱਤਰ ਸੀਗਾ ਜਿਹਦਾ ਨਾਂ ਸੀ ਮੇਘਨਾਦ। ਸੋ ਮੇਘਨਾਦ ਨੂੰ ਇੰਦਰਜੀਤ ਵੀ ਕਿਹਾ ਜਾਂਦਾ ਹੈ। ਉਹ ਰਾਵਣ ਦਾ ਪੁੱਤਰ ਬੜਾ ਤਕੜਾ ਸੀ ਜਿਹੜਾ ਇੰਦਰ ਨੂੰ ਵੀ ਜਿੱਤ ਲੈਂਦਾ ਸੀਗਾ, ਉਹ ਵੀ ਮਾਰਿਆ ਗਿਆ। ਰਾਵਣ ਮਾਰ ਲਈ ਪੁਨ ਸੀਤਾ। ਫਿਰ ਉਸ ਤੋਂ ਬਾਅਦ ਰਾਵਣ ਦੇ ਨਾਲ ਜਦੋਂ ਸਿੱਧਾ ਜੰਗ ਹੋਇਆ, ਰਾਵਣ ਜਿਹੜਾ ਹੈ ਬਿਲਕੁਲ ਨਹੀਂ ਮਾਰਿਆ ਜਾਂਦਾ ਸੀ। ਫਿਰ ਭੀਸ਼ਣ ਜਿਹੜਾ ਸੀ ਰਾਵਣ ਦਾ ਭਰਾ, ਉਹਨੇ ਭੇਦ ਰਾਮ ਨੂੰ ਦਿੱਤਾ ਕਿ ਇਹ ਰਾਵਣ ਦੀ ਧੁਨੀ ਦੇ ਵਿੱਚ ਅੰਮ੍ਰਿਤ ਕੁੰਟ ਹੈ, ਜਿਹੜਾ ਹੈ ਜੇ ਇਹ ਸੁਕਾਇਆ ਜਾਵੇ ਤਾਂ ਰਾਵਣ ਮਰੇਗਾ, ਕਿਉਂਕਿ ਰਾਵਣ ਦਹਿ ਸਿਰ ਹੈ। ਉਹਨੇ 10 ਵਾਰੀ ਆਪਣਾ ਸਿਰ ਕੱਟ ਕੇ ਸ਼ਿਵਾ ਨੂੰ ਭੇਟਾ ਕੀਤਾ ਸੀਗਾ। ਇਸ ਕਰਕੇ ਰਾਵਣ ਨੂੰ ਮਾਰਨਾ ਕੋਈ ਸੌਖਾ ਨਹੀਂ। ਤੇ ਇੱਕੋ ਇੱਕ ਤਰੀਕਾ ਸੀ ਉਹਦੀ ਧੁਨੀ ਦੇ ਵਿੱਚ, ਬੈਲੀ ਬਟਨ ਦੇ ਵਿੱਚ ਜੇ ਕਿਤੇ ਤੀਰ ਮਾਰਿਆ ਜਾਵੇ ਅਗਨ ਦਾ, ਉਹ ਅੰਮ੍ਰਿਤ ਕੁੰਟ ਸੁੱਕ ਜਾਵੇ ਤਾਂ ਇਹ ਮਰੇਗਾ। ਸੋ ਰਾਮਚੰਦਰ ਨੇ ਐਸਾ ਹੀ ਕੀਤਾ। ਗਮਨੇ ਨਿਜਪੁਰ ਮਾਹੇ ਪੁਨੀਤਾ। ਫਿਰ ਉਹ ਰਾਵਣ ਉੱਥੇ ਮਾਰਿਆ ਗਿਆ ਤੇ ਸੀਤਾ ਨੂੰ ਚੁੱਕ ਕਰਕੇ ਰਾਮਚੰਦਰ ਜੀ ਲక్ష్మణ ਸਮੇਤ ਅਯੁੱਧਿਆ ਵਾਪਸ ਆ ਗਏ, 14 ਸਾਲ ਦਾ ਬਨਵਾਸ ਮੁਕਾ ਕੇ। ਬੈਠ ਸਿੰਘਾਸਨ ਰਾਜ ਕਮਾਇਓ। ਤੇ ਉੱਥੇ ਜਿਹੜਾ ਹੈ ਅਯੁੱਧਿਆ ਵਿੱਚ ਜਾ ਕਰਕੇ ਰਾਮਚੰਦਰ ਨੇ ਆਪਣੀ ਗੱਦੀ ਉੱਤੇ ਬੈਠਣਾ ਕੀਤਾ, ਰਾਜਾ ਬਣਿਆ ਅਯੁੱਧਿਆ ਦਾ। 10 ਸਹੰਸਰ ਬਰਖਨ ਬਹੁ ਗਾਇਓ। ਦੇਖੋ ਰਾਮਚੰਦਰ ਦਾ ਰਾਜ ਕਿੰਨਾ ਚਿਰ ਰਿਹਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਐਸਾ ਲਿਖਿਆ ਹੈ ਕਿ 10,000 ਸਾਲ ਰਾਮਚੰਦਰ ਨੇ ਉੱਥੇ ਰਾਜ ਕੀਤਾ। ਸੋ ਇਹ ਅਯੁੱਧਿਆ ਦਾ ਰਾਜ 10,000 ਸਾਲ ਵਾਸਤੇ ਕਰਦਾ ਰਿਹਾ। ਔਰ ਆਪ ਬੈਕੁੰਠ ਪਧਾਰੇ। ਫਿਰ ਰਾਮਚੰਦਰ ਜੀ ਆਪ ਬੈਕੁੰਠ ਜਿਹੜਾ ਹਨ ਹੈਵਨ ਨੂੰ ਵਾਪਸ ਮੁੜ ਗਏ। ਇਸ ਪ੍ਰਕਾਰ ਇਹ ਕਥਾ ਉਧਾਰੇ। ਇਸ ਪ੍ਰਕਾਰ ਕਰਕੇ ਸਾਰੀ ਕਥਾ ਹੋਈ ਹੈ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਰਦਾਨੇ ਨੂੰ ਦੱਸ ਰਹੇ ਹਨ। ਮਰਦਾਨੇ ਸੁਨ ਸੂਛਮ ਬਰਨੀ। ਸੋ ਮਰਦਾਨਿਆਂ ਇਹ ਸਾਰੀ ਤੈਨੂੰ ਸਾਖੀ ਦੱਸੀ ਹੈ ਬਹੁਤ ਸੰਕੋਚ ਕਨਸਾਈਸ ਮੈਨਰ ਦੇ ਵਿੱਚ, ਬਹੁਤ ਛੋਟੀ ਕਰਕੇ ਤੈਨੂੰ ਦੱਸੀ ਹੈ ਵਿਸਾਲ ਬਹੁ ਕਲਮਲ ਹਰਨੀ। ਤੇ ਜੇ ਅਸਲੀ ਸੁਣਨੀ ਹੈ ਤਾਂ ਬਹੁਤ ਵੱਡੀ ਹੈ, ਰਮਾਇਣ ਹੈ ਪੂਰੀ ਰਮਾਇਣ ਜਿਹੜੀ ਹੈ ਇੱਕ ਜਿਹੜਾ ਹਨ ਘੜੇ ਦੇ ਵਿੱਚ ਸਮੁੰਦਰ ਵਾਲੀ ਗੱਲ ਹੋ ਗਈ ਕਿ ਬਹੁਤ ਛੋਟੀ ਕਰਕੇ ਤੁਹਾਨੂੰ ਦੱਸੀ ਹੈ। ਪਰ ਕਹਿੰਦੇ ਜੇ ਕੋਈ ਇਹ ਕਥਾ ਸੁਣਦਾ ਹੈ ਤਾਂ ਉਹਦੇ ਵੀ ਪਾਪ ਲੱਥ ਜਾਂਦੇ ਹਨ। ਅਬ ਚੱਲ ਲੰਕ ਦਿਖਾਵੇ ਹੈ ਸੁੰਦਰ। ਕਹਿਣਗੇ ਅਬ ਚੱਲ, ਕਹਿਣਗੇ ਚਲੋ ਹੁਣ ਚੱਲੀਏ ਤੁਹਾਨੂੰ ਜਾ ਕੇ ਲੰਕਾ ਦਿਖਾਈਏ ਜੋ ਸੁੰਦਰ ਹੈ। ਬਨੇ ਜਹਾਂ ਕੰਚਨ ਕੇ ਮੰਦਰ। ਜਿੱਥੇ ਕੰਚਨ ਸੋਨੇ ਦੇ ਮੰਦਰ ਬਣੇ ਹੋਏ ਹਨ, ਸੋ ਉਹ ਲੰਕਾ ਤੁਹਾਨੂੰ ਜਾ ਕੇ ਦਿਖਾਈਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਉਂ ਕਰਕੇ ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਇਹ ਜਿਹੜੀਆਂ ਹਨ ਸਾਖੀਆਂ ਦੱਸ ਰਹੇ ਹਨ। ਅਬ ਚੱਲ ਲੰਕ ਦਿਖਾਵੇ ਹੈ ਸੁੰਦਰ, ਬਨੇ ਜਹਾਂ ਕੰਚਨ ਕੇ ਮੰਦਰ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਹਬਸ ਦੇਸ ਅਰ ਸ੍ਰੀ ਰਾਮਚੰਦਰ ਪ੍ਰਸੰਗ ਵਰਣਨ ਨਾਮ ਸਪਤ 10ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।